ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ 15 ਜਨਵਰੀ ਸਨ 2021 ਦਿਨ ਸ਼ੁੱਕਰਵਾਰ ਨੂੰ ਆਪ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਪਰ ਫਿਰ ਵੀ ਕੁਝ ਸਰੋਤੇ ਨਵੇਂ ਜੁੜਦੇ ਨੇ, ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮੇਂ ਮੁਤਾਬਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰੇ ਵੱਲੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਸਿਆਸਤ, ਵਿਰਾਸਤ, ਕਰਮ ਤੇ ਧਰਮ ਦੀਆਂ ਬਾਤਾਂ ਆਪਾਂ ਕਰੀਦੀਆਂ ਨੇ ਤੇ ਤੁਸੀਂ ਵੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਉਸ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ। ਇੰਡੀਆ ਸਟੂਡੀਓ ਦਾ ਨੰਬਰ ਹੈ 98 096 9876309655 ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਗੱਲਬਾਤ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਆਪਣੇ ਵਿਚਾਰ, ਕੋਈ ਵੀ ਜਾਣਕਾਰੀ ਆਪਣੇ ਖਿੱਤੇ ਦੀ ਖਾਸੀਅਤ ਪ੍ਰਤੀ ਦੇ ਸਕਦੇ ਹੋ। ਅਤੇ ਜੇ ਤੁਹਾਡੇ ਕੋਲ ਸਮੇਂ ਦੀ ਮਸ਼ਰੂਫੀਅਤ ਹੈ, ਵੱਖ-ਵੱਖ ਟਾਈਮ ਜ਼ੋਨ ਨੇ, ਤਾਂ ਤੁਸੀਂ ਇਸੇ ਨੰਬਰ 9876309655 'ਤੇ ਆਪਣਾ ਵਟਸਐਪ ਮੈਸੇਜ ਰਿਕਾਰਡ ਕਰਕੇ ਵੀ ਛੱਡ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਵਾਸਤੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੋਨ ਲਾਈਨ ਦੇ ਜ਼ਰੀਏ ਫੋਨ ਨੰਬਰ 667 930 9260 'ਤੇ ਸੁਣ ਸਕਦੇ ਹੋ, ਜਾਣੀ ਕਾਲ ਟੂ ਲਿਸਨ ਨੰਬਰ ਹੈ 667 9309 260 667 930 9260। ਟਿਵਾਣਾ ਰੇਡੀਓ ਦੀਆਂ ਐਪਸ ਤੁਹਾਨੂੰ ਮਿਲ ਗਈਆਂ ਆਈਫੋਨ ਐਪਸ 'ਤੇ ਅਤੇ ਐਂਡਰਾਇਡ 'ਤੇ ਵੀ, ਅਤੇ ਇਸ ਦੇ ਨਾਲ ਨਾਲ tivanaradio.com ਵੈਬਸਾਈਟ 'ਤੇ ਵੀ ਜਾ ਕੇ ਇਸ ਅਦਾਰੇ ਦੇ ਮੁਤਲਕ ਕੋਈ ਸੂਚਨਾ ਸਾਂਝੀ ਕਰਨੀ ਹੋਵੇ ਤਾਂ ਆਪ ਦਾ ਸਵਾਗਤ ਹੈ। ਵੈਬਸਾਈਟ ਦੇ ਜ਼ਰੀਏ tivanaradio.com 'ਤੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਭਾਰਤ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਐਜੀਟੇਸ਼ਨ ਦਿਨ ਪਰ ਦਿਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਹਾਲਾਂਕਿ ਇਸ ਸੰਬੰਧੀ ਜਿਹੜੀਆਂ ਤਲਖ ਹਕੀਕਤਾਂ ਸਾਹਮਣੇ ਆ ਰਹੀਆਂ ਨੇ ਕਿ 26 ਜਨਵਰੀ ਤਾਰੀਖ ਦੇ ਨੇੜੇ ਆਉਂਦਿਆਂ ਜਿਸ ਤਰ੍ਹਾਂ ਸਮਝੌਤਾ ਹੋਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ, ਪਰ ਫਿਰ ਵੀ ਜਿਸ ਤਰ੍ਹਾਂ ਅੱਜ 15 ਤਰੀਕ ਹੈ, 15 ਤਰੀਕ ਨੂੰ ਦਿੱਲੀ ਦੇ ਵਿੱਚ ਫਿਰ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਗੱਲਬਾਤ ਹੋ ਰਹੀ ਹੈ। ਇਸ ਗੱਲਬਾਤ ਦੇ ਵਿੱਚੋਂ ਵੀ ਹਾਲੀਆ ਕੁਝ ਨਿਕਲਣ ਦੀ ਉਮੀਦ ਨਹੀਂ ਹੈ, ਕਿਉਂਕਿ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਜਿਸ ਤਰ੍ਹਾਂ ਦੇ ਬਿਆਨ ਆਏ ਨੇ, ਉਸ ਤੋਂ ਲੱਗਦਾ ਹੈ ਕਿ ਸਰਕਾਰ ਅਜੇ ਆਪਣੀ ਗੱਲ 'ਤੇ ਅੜੀ ਹੈ, ਕਿਉਂਕਿ ਕਿਸਾਨਾਂ ਵੱਲੋਂ ਜਿਹੜੀ 26 ਜਨਵਰੀ ਨੂੰ ਕਿਸਾਨ ਪਰੇਡ ਕੀਤੀ ਜਾ ਰਹੀ ਹੈ, ਉਸ ਨੂੰ ਰੋਕਣ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਜੋ ਅਪੀਲ ਕੇਂਦਰ ਸਰਕਾਰ ਨੇ ਲਾਈ ਹੈ, ਉਸ 'ਤੇ 18 ਤਰੀਕ ਨੂੰ ਸੁਣਵਾਈ ਹੈ, ਜਿਸ ਦੇ ਮੱਦੇਨਜ਼ਰ ਕਿਸਾਨਾਂ ਦੀ ਤਰਫੋਂ ਵੀ ਕੱਲ੍ਹ ਇਹ ਐਲਾਨ ਕੀਤਾ ਗਿਆ ਕਿ ਕਿਸਾਨ ਪਰੇਡ ਦੇ ਮੁਤਲਕ ਕੀ ਕੁਛ ਕਰਨਾ ਅਤੇ ਕੀ ਨਹੀਂ ਕਰਨਾ ਅਜੇ ਉਹ ਸਪਸ਼ਟ ਨਹੀਂ ਕਰਨਗੇ। ਪਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਭਾਵੇਂ ਕੱਲ੍ਹ ਇੱਕ ਖੁੱਲ੍ਹੀ ਚਿੱਠੀ ਵੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਕੁਝ ਨੌਜਵਾਨ ਆਪਣੇ ਟਰੈਕਟਰਾਂ ਨੂੰ ਇਸ ਤਰ੍ਹਾਂ ਤਿਆਰ ਕਰਵਾ ਰਹੇ ਨੇ ਜਿਸ ਤਰ੍ਹਾਂ ਨਾਕੇ ਵਗੈਰਾ ਤੋੜਨੇ ਹੁੰਦੇ ਨੇ। ਇਹਨਾਂ ਚੀਜ਼ਾਂ ਨੂੰ ਵੇਖਦਿਆਂ ਕਿਸਾਨ ਆਗੂਆਂ ਦੇ ਮਨ ਦੇ ਵਿੱਚ ਡਰ ਹੈ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਉਸ ਦਿਨ ਕੋਈ ਹਿੰਸਕ ਤਕਰਾਰ ਨਾ ਹੋ ਜਾਵੇ। ਇਸ ਦੇ ਨਾਲ ਨਾਲ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਅੰਦੋਲਨ ਦੀ ਸਫਲਤਾ ਤਾਂ ਹੀ ਹੋਵੇਗੀ ਜੇ ਅਸੀਂ ਸ਼ਾਂਤਮਈ ਰਵਾਂਗੇ। ਸਾਨੂੰ ਹਿੰਸਕ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਸਰਕਾਰ ਅਤੇ ਏਜੰਸੀਆਂ ਜਾਂ ਕਿਸਾਨ ਅੰਦੋਲਨ ਦੇ ਵਿਰੋਧੀ ਕੁਝ ਲੋਕ ਇਸ ਅੰਦੋਲਨ ਨੂੰ ਹਿੰਸਕ ਰੂਪ ਵੀ ਦੇ ਸਕਦੇ ਨੇ, ਜਿਸ ਤੋਂ ਸਾਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ। ਪਰ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਰ ਦਿੱਤਾ ਕਿ 26 ਤਰੀਕ ਨੂੰ ਜਿਹੜੀ ਕਿਸਾਨਾਂ ਦੀ ਪਰੇਡ ਹੈ ਉਹ ਦਿੱਲੀ ਦੀਆਂ ਸੜਕਾਂ 'ਤੇ ਹੀ ਹੋਵੇਗੀ। ਰਾਜੇਵਾਲ ਨੇ ਆਪਣੀ ਲਿਖੀ ਚਿੱਠੀ ਦੇ ਵਿੱਚ ਆਖਿਆ ਕਿ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ ਪਾਰਲੀਮੈਂਟ 'ਤੇ ਝੰਡਾ ਲਹਿਰਾਉਣਾ ਅਤੇ ਕੁਝ ਲੋਕ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀਆਂ ਗੱਲਾਂ ਕਰ ਰਹੇ ਨੇ। ਇਸ ਸੰਬੰਧੀ ਆਖਰੀ ਫੈਸਲਾ ਉਹ ਅਗਲੇ ਹਫ਼ਤੇ ਦੇ ਵਿੱਚ ਕਰਨਗੇ ਕਿ ਕਿਸਾਨ ਪਰੇਡ ਦੇ ਦੌਰਾਨ ਕੀ ਕੀ ਕਰਨਾ। ਪਰ ਹਾਲੀਆ ਉਹਨਾਂ ਨੇ ਗੱਲ ਸਪਸ਼ਟ ਕੀਤੀ ਹੈ ਕਿ ਕਿਸਾਨ 26 ਤਰੀਕ ਨੂੰ ਦਿੱਲੀ ਦੀਆਂ ਸੜਕਾਂ 'ਤੇ ਹੀ ਪਰੇਡ ਕਰਨਗੇ ਅਤੇ ਇਸ ਦਾ ਰੂਟ ਕਿਹੜਾ ਹੋਵੇਗਾ ਇਸ ਬਾਰੇ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ, ਕਿਉਂਕਿ ਇਸ ਗੱਲ ਦੇ ਵਿੱਚ ਵੀ ਰਾਜ ਹੈ। ਜੇ ਕਿਸਾਨ 18 ਤਰੀਕ ਤੋਂ ਪਹਿਲਾਂ ਹੀ ਆਪਣੇ ਪੱਤੇ ਖੋਲ੍ਹ ਦਿੰਦੇ ਨੇ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਕਿਸਾਨ ਪਰੇਡ ਦੇ ਵਿੱਚ ਕੀ ਕੀ ਕਰਨਾ, ਤਾਂ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ 18 ਤਰੀਕ ਨੂੰ ਸੁਣਵਾਈ ਹੋਣੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਅਰਜ਼ੀ ਲਗਾਈ ਹੈ ਕਿ ਕਿਸਾਨ ਪਰੇਡ ਨੂੰ ਰੋਕਿਆ ਜਾਵੇ। ਇਸ ਕਰਕੇ ਕਿਸਾਨਾਂ ਨੇ ਕਿਸਾਨ ਪਰੇਡ 26 ਤਰੀਕ ਨੂੰ ਕੀ ਕਰਨੀ ਹੈ, ਕਿੱਦਾਂ ਕਰਨਾ, ਅਜੇ ਉਸ ਬਾਰੇ ਸਪਸ਼ਟ ਨਹੀਂ ਕੀਤਾ।
ਦੂਸਰਾ, ਜਿਸ ਤਰ੍ਹਾਂ ਭਾਰਤ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਨਾਲ ਨਿੱਤ ਦਿਨ ਨਮੋਸ਼ੀ ਝੱਲਣੀ ਪੈ ਰਹੀ ਹੈ, ਇਹ ਵੀ ਪਹਿਲੀ ਵਾਰ ਹੋ ਰਿਹਾ ਕਿ 1966 ਤੋਂ ਬਾਅਦ ਇਸ ਵਾਰੀ 26 ਜਨਵਰੀ ਗਣਤੰਤਰ ਦਿਵਸ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਵੀ ਵਿਦੇਸ਼ੀ ਮੁਲਕ ਦਾ ਅਹਿਮ ਵਿਅਕਤੀ, ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਭਾਰਤ ਦੇ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਨਹੀਂ ਹੋਵੇਗਾ, ਕਿਉਂਕਿ ਇਸ ਵਾਰੇ 26 ਜਨਵਰੀ ਦੇ ਵਿੱਚ ਭਾਰਤ ਸਰਕਾਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਸੀ, ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕਰੋਨਾ ਦੇ ਬਹਾਨੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ ਕਿ ਉਹਨਾਂ ਦੇ ਮੁਲਕ ਦੇ ਵਿੱਚ ਕਰੋਨਾ ਦੇ ਕਾਰਨ ਉਹ ਮਸ਼ਰੂਫ ਨੇ, ਇਸ ਕਰਕੇ ਉਹ ਨਹੀਂ ਆ ਸਕਦੇ। ਪਰ ਇਸ ਦੇ ਵਿੱਚ ਸੱਚ ਇਹ ਹੈ ਕਿ ਜਿਸ ਤਰ੍ਹਾਂ ਬਰਤਾਨੀਆ ਦੇ ਵਿੱਚ ਵੱਡੇ ਪੱਧਰ 'ਤੇ NRI, ਖਾਸ ਕਰਕੇ ਪੰਜਾਬੀ ਸਿੱਖ ਵਸੋਂ ਵਸਦੀ ਹੈ, ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੁਆਰਾ ਜਿਹੜਾ ਪੱਤਰ ਲਿਖਿਆ ਗਿਆ ਸੀ, ਜਿਸ ਦੇ ਵਿੱਚ 100 ਦੇ ਕਰੀਬ ਬ੍ਰਿਟਿਸ਼ ਮੈਂਬਰ ਦੇ ਸਾਈਨ ਨੇ, ਉਹਨਾਂ ਦੀ ਬਿਨਾਹ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਨਾ ਹੋਣ ਦਾ ਦਬਾਅ ਬਣਿਆ, ਕਿਉਂਕਿ ਉਸ ਪੱਤਰ ਦੇ ਰਾਹੀਂ ਮੰਗ ਕੀਤੀ ਗਈ ਸੀ ਕਿ ਜਿਸ ਤਰ੍ਹਾਂ ਭਾਰਤ ਦੇ ਵਿੱਚ ਕਿਸਾਨ ਆਪਣੀਆਂ ਖੇਤੀ ਕੀਮਤਾਂ ਨੂੰ ਲੈ ਕੇ ਤੇ ਹੋ ਰਹੀ ਲੁੱਟ ਖਸੁੱਟ ਦੇ ਵਿਰੁੱਧ ਅੰਦੋਲਨ ਦੇ ਵਿੱਚ ਮਸ਼ਰੂਫ ਨੇ, ਜਿਸ ਦੇ ਮੱਦੇਨਜ਼ਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਉੱਥੇ ਨਹੀਂ ਜਾਣਾ ਚਾਹੀਦਾ, ਬਲਕਿ ਇਹ ਮੁੱਦਾ ਆਪਣੇ ਹਮ ਰੁਤਬਾ ਸ਼੍ਰੀ ਨਰਿੰਦਰ ਮੋਦੀ ਕੋਲ ਉਠਾਉਣਾ ਚਾਹੀਦਾ। ਜਿਸ ਤੋਂ ਬਾਅਦ ਬੋਰਿਸ ਜੌਨਸਨ ਨੇ, ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ, ਇਸ ਸਮਾਗਮ ਦੇ ਵਿੱਚ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਕੁਝ ਕੋਸ਼ਿਸ਼ਾਂ ਵੀ ਕੀਤੀਆਂ, ਦੱਸੀਆਂ ਜਾਂਦੀਆਂ ਨੇ ਕਿ ਇਸ ਮੁਤਾਬਕ ਕਿਸੇ ਵੀ ਮੁਲਕ ਦਾ ਕੋਈ ਮਹਿਮਾਨ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਜ਼ਾਮੰਦ ਨਹੀਂ ਹੋਇਆ, ਜਿਸ ਦੇ ਮੱਦੇਨਜ਼ਰ ਕੱਲ੍ਹ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਕਿ ਇਸ ਵਾਰੀ ਗਣਤੰਤਰ ਦਿਵਸ 'ਤੇ ਕੋਈ ਵੀ ਚੀਫ ਗੈਸਟ ਨਹੀਂ ਆ ਰਿਹਾ। ਇਸ ਦੇ ਨਾਲ ਸੁਪਰੀਮ ਕੋਰਟ ਦੁਆਰਾ ਇਸ ਕਿਸਾਨਾਂ ਦੇ ਮਸਲੇ ਨੂੰ ਸੁਲਝਾਉਣ ਦੇ ਵਾਸਤੇ ਜਿਹੜੀ 4 ਮੈਂਬਰੀ ਕਮੇਟੀ ਬਣਾਈ ਗਈ ਸੀ, ਉਸ ਦੇ ਵਿੱਚੋਂ ਪੰਜਾਬ ਦੇ ਨਾਲ ਸੰਬੰਧਿਤ ਦੇ ਆਗੂ ਰਹੇ ਤੇ ਰਾਜ ਸਭਾ ਮੈਂਬਰ ਬਣੇ ਭੁਪਿੰਦਰ ਸਿੰਘ ਮਾਨ ਨੇ ਵੀ ਅਸਤੀਫਾ ਦੇ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਨੇ ਮੈਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ, ਇਸ ਦੇ ਲਈ ਉਹ ਸੁਪਰੀਮ ਕੋਰਟ ਦੇ ਧੰਨਵਾਦੀ ਨੇ, ਪਰ ਫਿਰ ਵੀ ਉਹ ਪੰਜਾਬ ਦੇ ਨਾਲ, ਕਿਸਾਨਾਂ ਦੇ ਹਿੱਤਾਂ ਦੇ ਨਾਲ ਖੜੇ ਨੇ, ਜਿਸ ਦੇ ਮੱਦੇਨਜ਼ਰ ਉਹ ਇਸ ਕਮੇਟੀ ਦੇ ਨਾਲੋਂ ਆਪਣੇ ਆਪ ਨੂੰ ਵੱਖ ਕਰਦੇ ਨੇ। ਭੁਪਿੰਦਰ ਸਿੰਘ ਮਾਨ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨੇ ਤੇ ਕਿਸਾਨ ਤਾਲਮੇਲ ਕਮੇਟੀ KCC ਦੇ ਵੀ ਚੇਅਰਮੈਨ ਨੇ। 1966 ਦੇ ਵਿੱਚ ਉਹ ਫਾਰਮਰ ਐਂਡ ਫਰੈਂਡ ਐਸੋਸੀਏਸ਼ਨ ਦੇ ਸਥਾਪਕ ਮੈਂਬਰਾਂ ਦੇ ਵਿੱਚੋਂ ਇੱਕ ਸਨ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੇ ਬਲਦੇਵ ਸਿੰਘ ਮੀਆਂਪੁਰ ਨੇ ਵੀ ਆਪਣੀ ਜਥੇਬੰਦੀ ਤੋਂ ਭੁਪਿੰਦਰ ਸਿੰਘ ਮਾਨ ਹੋਰਾਂ ਨੂੰ ਵੱਖ ਕਰ ਦਿੱਤਾ, ਉਹਨਾਂ ਦੇ ਇਸ ਸਰਕਾਰੀ ਕਮੇਟੀ ਦੇ ਵਿੱਚ ਸ਼ਾਮਲ ਹੋਣ ਦੀ ਬਿਨਾਹ ਤੇ ਕਿਉਂਕਿ ਭੁਪਿੰਦਰ ਸਿੰਘ ਮਾਨ ਦੇ ਤਾਲੁਕ ਕਾਂਗਰਸ ਪਾਰਟੀ ਦੇ ਨਾਲ ਰਹੇ ਨੇ, ਜਿਸ ਦੇ ਮੱਦੇਨਜ਼ਰ ਅਕਾਲੀ ਦਲ ਬਾਦਲ ਵੱਲੋਂ ਵੀ ਆਲੋਚਨਾ ਕੀਤੀ ਗਈ ਸੀ ਕਿ ਇਸ ਕਮੇਟੀ ਦੇ ਵਿੱਚ ਭੁਪਿੰਦਰ ਸਿੰਘ ਮਾਨ ਅਤੇ ਅਸ਼ੋਕ ਗੁਲਾਟੀ ਦਾ ਨਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਾਇਆ। ਹੁਣ ਜਨਤਾ ਦੇ ਦਬਾਅ ਦੇ ਚੱਲਦਿਆਂ ਪੋਲ ਖੋਲ੍ਹਣ ਤੇ ਪਾਸਾ ਵੱਟ ਰਹੇ ਨੇ। ਦੂਜੇ ਬੰਨੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਅੱਜ 9ਵੇਂ ਗੇੜ ਦੀ ਗੱਲਬਾਤ ਹੋ ਰਹੀ ਹੈ, ਜਿਸ ਦੌਰਾਨ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਦੋਵੇਂ ਧਿਰਾਂ ਦੇ ਵਿੱਚ ਇਹ ਗੱਲਬਾਤ ਸਕਾਰਾਤਮਕ ਮਾਹੌਲ ਦੇ ਵਿੱਚ ਹੋਵੇਗੀ। ਪਰ ਕਿਸਾਨ ਆਪਣੀ ਗੱਲ ਤੇ ਪੂਰੀ ਤਰ੍ਹਾਂ ਅੜੇ ਹੋਏ ਨੇ। ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਹਿ ਦਿੱਤਾ ਕਿ ਮੋਦੀ ਸਰਕਾਰ ਜੇ ਆਪਣੇ ਆਪ ਨੂੰ ਅੜੀਅਲ ਮਹਿਸੂਸ ਕਰਦੀ ਹੈ ਤਾਂ ਉਹ ਜੇ 5 ਸਾਲ ਦੇ ਵਿੱਚ ਵੀ ਸੱਤਾ ਦੇ ਵਿੱਚ ਰਹਿੰਦੀ ਹੈ ਤਾਂ ਵੀ ਇਹ ਅੰਦੋਲਨ 5 ਸਾਲ ਚੱਲਦਾ ਰਹੇਗਾ। ਇੱਕ ਪ੍ਰੈਸ ਕਾਨਫਰੰਸ ਕਰਦਿਆਂ ਰਾਕੇਸ਼ ਟਕੈਤ ਨੇ ਆਖਿਆ ਕਿ ਕਿਸਾਨ ਅੰਦੋਲਨ ਦੀ ਮਿਆਦ ਮੋਦੀ ਸਰਕਾਰ ਦੇ ਮਿਆਦ ਤੋਂ ਜ਼ਿਆਦਾ ਹੋ ਸਕਦੀ ਹੈ, ਅਸੀਂ ਉਸ ਤੋਂ ਵੀ ਵੱਧ ਲੰਮਾ ਸਮਾਂ ਸਰਕਾਰ ਦੇ ਨਾਲ 5 ਸਾਲ ਤੋਂ ਵੀ ਜ਼ਿਆਦਾ ਵਕਫਾ ਇਸੇ ਤਰ੍ਹਾਂ ਦੀ ਸੰਵਿਧਾਨਕ ਲੜਾਈ ਲੜਦੇ ਰਹਾਂਗੇ। ਇਸ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਕਿਸਾਨ ਅੰਦੋਲਨ ਨੂੰ ਲਗਾਤਾਰ ਮਦਦ ਮਿਲ ਰਹੀ ਹੈ। ਮਹਾਰਾਸ਼ਟਰ ਤੋਂ ਸ਼ਿਵ ਸੈਨਾ ਨੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਹੈ ਕਿ ਪ੍ਰਧਾਨ ਮੰਤਰੀ ਇਸ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਵਾਸਤੇ ਸੁਪਰੀਮ ਕੋਰਟ ਦਾ ਸਹਾਰਾ ਲੈ ਰਹੇ ਨੇ। ਮੁੰਬਈ ਦੇ ਵਿੱਚ ਸ਼ਿਵ ਸੈਨਾ ਦੇ ਅਖਬਾਰ ਸਾਮਨਾ ਦੇ ਸੰਪਾਦਕੀ ਨੋਟ ਦੇ ਵਿੱਚ ਇਹ ਉਚੇਚਾ ਲਿਖਿਆ ਗਿਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੀ ਤਾਕਤ ਵਰਤ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਪਾਦਕੀ ਦੇ ਵਿੱਚ ਦੋਸ਼ ਲਾਇਆ ਗਿਆ ਕਿ ਸੁਪਰੀਮ ਕੋਰਟ ਦੇ ਸਾਹਮਣੇ ਕੇਂਦਰ ਦਾ ਇਹ ਦਾਅਵਾ ਵੀ ਹੈਰਾਨ ਕਰਨ ਵਾਲਾ ਹੈ ਕਿ ਇਸ ਦਿੱਲੀ ਦੇ ਵਿੱਚ ਹੋ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਖਾਲਿਸਤਾਨੀ ਸ਼ਾਮਲ ਹੋ ਗਏ ਨੇ। ਸ਼ਿਵ ਸੈਨਾ ਨੇ ਆਖਿਆ ਕਿ ਜੇ ਖਾਲਿਸਤਾਨੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਘੁਸਪੈਠ ਕੀਤੀ ਹੈ, ਇਹ ਤਾਂ ਖੁਦ ਕੇਂਦਰ ਸਰਕਾਰ ਦੀ ਅਸਫਲਤਾ ਹੈ। ਸਰਕਾਰ ਇਸ ਅੰਦੋਲਨ ਨੂੰ ਦੇਸ਼ ਧਰੋਹ ਦਾ ਰੰਗ ਦੇ ਕੇ ਰਾਜਨੀਤੀ ਕਰਨਾ ਚਾਹੁੰਦੀ ਹੈ।
ਇਸ ਦੇ ਨਾਲ ਭਾਜਪਾ ਦੇ ਆਗੂ ਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਜਿਸ ਤਰ੍ਹਾਂ ਬੀਤੇ ਦਿਨ ਇਹ ਬਿਆਨ ਦਿੱਤਾ ਸੀ ਕਿ ਭਾਰਤ ਸਰਕਾਰ ਤਾਂ ਕਿਸਾਨਾਂ ਦੇ ਨਾਲ ਵਾਰ-ਵਾਰ ਗੱਲਬਾਤ ਕਰ ਰਹੀ ਹੈ, ਪਰ ਕਿਸਾਨਾਂ ਕੋਲ ਆਪਣੀ ਗੱਲ ਕਹਿਣ ਵਾਸਤੇ ਕੋਈ ਏਜੰਡਾ ਹੀ ਨਹੀਂ ਹੈ, ਕਿਉਂਕਿ ਕਿਸਾਨ ਕਠਪੁਤਲੀਆਂ ਬਣੇ ਨੇ, ਉਹਨਾਂ ਨੂੰ ਕੋਈ ਹੋਰ ਨਚਾ ਰਿਹਾ। ਜਿਸ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਦੇ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਕੱਲ੍ਹ ਹੇਮਾ ਮਾਲਿਨੀ ਦੇ ਪੁਤਲੇ ਸਾੜੇ ਗਏ। ਖੇਤੀ ਕਾਨੂੰਨਾਂ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 113ਵੇਂ ਦਿਨ ਦੇ ਕੱਲ੍ਹ ਜੰਡਿਆਲਾ ਗੁਰੂ ਦੇ ਵਿੱਚ ਹੋਏ ਧਰਨੇ ਦੇ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਪੁਤਲੇ ਸਾੜੇ ਗਏ। ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਤੇ ਇਸ ਕਿਸਾਨ ਯੂਨੀਅਨ ਦਾ ਇਹ 113ਵੇਂ ਦਿਨ ਦਾ ਕੱਲ੍ਹ ਦਾ ਧਰਨਾ ਸੀ, ਜਿਸ ਦੌਰਾਨ ਇਹਨਾਂ ਆਗੂਆਂ ਨੇ ਐਲਾਨ ਕੀਤਾ ਕਿ 20 ਜਨਵਰੀ ਨੂੰ ਪੰਜਾਬ ਤੋਂ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਟਰੈਕਟਰਾਂ ਟਰਾਲੀਆਂ ਤੇ ਲੱਖਾਂ ਕਿਸਾਨ ਦਿੱਲੀ ਦੀ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਚੱਲਣਗੇ। ਵੈਸੇ ਇਸ ਕਿਸਾਨ ਜਥੇਬੰਦੀ ਦੇ ਪੰਜਾਬ ਤੋਂ ਲਗਾਤਾਰ ਕਾਫਲੇ ਦਿੱਲੀ ਵੱਲ ਨੂੰ ਜਾ ਰਹੇ ਨੇ। ਭਾਰਤ ਸਰਕਾਰ ਵੱਲੋਂ WhatsApp ਵੱਲੋਂ ਹਾਲ ਦੇ ਵਿੱਚ ਹੀ ਕੀਤੀ ਗਈ ਬਦਲੀ ਦੇ ਮੱਦੇਨਜ਼ਰ ਜੋ ਨਿੱਜਤਾ ਨੀਤੀ ਦੀ ਚਰਚਾ ਹੋ ਰਹੀ ਹੈ, ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕਾਬਲੇ ਜ਼ਿਕਰ ਹੈ ਕਿ WhatsApp ਦੇ ਹਾਲੀਆ ਕਥਿਤ ਵਿਵਾਦਤ ਬਦਲਾਵਾਂ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਬਹਿਸ ਛਿੜੀ ਹੋਈ ਹੈ ਕਿ WhatsApp ਆਪਣੇ ਸਬਸਕ੍ਰਾਈਬਰ ਦੀ ਨਿੱਜਤਾ ਨੂੰ ਆਪਣੇ ਮਫਾਦ ਲਈ ਵਰਤ ਰਹੀ ਹੈ। ਇਸ ਦੇ ਤਹਿਤ WhatsApp ਵਰਤੋਂਕਾਰਾਂ ਦੇ ਡਾਟਾ ਨੂੰ Facebook ਦੇ ਹੋਰ ਉਤਪਾਦਾਂ ਅਤੇ ਸੇਵਾਵਾਂ ਦੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਲਈ WhatsApp ਦੀ ਵਰਤੋਂ ਕਰਨ ਵਾਲਿਆਂ ਨੂੰ 8 ਫਰਵਰੀ ਤੱਕ ਆਪਣੀ ਸਹਿਮਤੀ ਇਸ ਬਾਰੇ ਦੇਣੀ ਹੋਵੇਗੀ। ਸੂਤਰਾਂ ਦੇ ਮੁਤਾਬਕ ਭਾਰਤ ਦੇ ਸੂਚਨਾ ਤੇ ਤਕਨੀਕੀ ਮੰਤਰਾਲੇ ਦੇ ਵਿੱਚ ਫੇਸਬੁੱਕ ਦੀ ਮਾਲਕੀ ਵਾਲੇ ਮੈਸੇਜਿੰਗ ਪਲੇਟਫਾਰਮ ਦੇ ਉਕਤ ਕਦਮਾਂ ਬਾਰੇ ਚਰਚਾ ਚੱਲ ਰਹੀ ਹੈ। ਇਸ ਮੁੱਦੇ ਦੇ ਤਫਸੀਲ ਦੀ ਸਮੀਖਿਆ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। IT ਮੰਤਰਾਲੇ ਨੇ ਹਾਲੇ ਇਸ ਮੁਤਲਕ ਕਿਸੇ ਤੋਂ ਸਪਸ਼ਟੀਕਰਨ ਨਹੀਂ ਮੰਗਿਆ, ਹਾਲਾਂਕਿ ਇਸ ਬਾਰੇ ਜਲਦੀ ਫੈਸਲਾ ਹੋ ਸਕਦਾ। ਦੂਜੇ ਪਾਸੇ WhatsApp ਦੇ ਮੁਖੀ ਵਿਲ ਕੈਥਕਾਰਟ ਨੇ ਆਖਿਆ ਕਿ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਅਜੇ ਵੀ ਭਾਰਤ ਵਿੱਚ ਇਸ WhatsApp ਐਪ ਦੀ ਵਰਤੋਂ ਕਰ ਰਹੇ ਲੋਕਾਂ ਦੀ ਨਿੱਜਤਾ ਤੇ ਸੁਰੱਖਿਆ ਯਕੀਨੀ ਬਣਾਏ ਰੱਖਣ ਦੇ ਲਈ ਵਚਨਬੱਧ ਹੈ। ਕਾਬਲੇ ਜ਼ਿਕਰ ਹੈ ਕਿ WhatsApp ਵੱਲੋਂ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀਆਂ ਕਰਨ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਨਿੱਜਤਾ ਤੇ ਸੇਧ ਦੀਆਂ ਖਬਰਾਂ ਦੇ ਮੱਦੇਨਜ਼ਰ ਲੋਕ WhatsApp ਛੱਡ ਕੇ ਇਸ ਦੇ ਮੁਕਾਬਲਤਨ ਦੂਸਰੀਆਂ ਐਪਸ ਦੀ ਵਰਤੋਂ ਕਰਨ ਵੀ ਲੱਗ ਪਏ ਨੇ। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਤੁਸੀਂ ਇਸ ਵਕਤ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਵਕਫੇ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਕਰਦਾ। ਇਸ ਵਕਤ ਆਪਣੀਆਂ ਤਾਰਾਂ ਜੁੜ ਚੁੱਕੀਆਂ ਨੇ ਮੋਗਾ ਦੇ ਨਾਲ। ਸਾਹਿਬ ਪਰਮਿੰਦਰ ਸਿੰਘ ਆਪਣੇ ਨਾਲ ਲਾਈਨ ਤੇ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ, ਤੁਸੀਂ ਆਨਰ ਹੋ। ਹਾਂਜੀ ਟਿਵਾਣਾ ਸਾਹਿਬ, ਕੁਛ ਗੱਲਾਂ ਕਰ ਲਈਏ। ਹਾਂਜੀ ਤੁਸੀਂ ਆ ਚੁੱਕੇ ਹੋ ਤੇ ਸਵਾਗਤ ਹੈ ਤੁਹਾਡਾ। ਮੈਂ ਨਾ ਸੋਚਦਾ ਹੁੰਦਾ, ਮੈਂ ਆਖਿਆ ਵੀ ਇੱਕ ਸਮਾਂ ਸੀ ਜਦੋਂ ਜਿਹੜੇ ਕਈ ਇਸ ਤਰ੍ਹਾਂ ਦੇ ਪੰਜਾਬ ਨਾਲ ਵੀ ਸੰਬੰਧ ਰੱਖਦੇ ਸੀ, ਹੋਰ ਵੀ ਕਈ ਫਿਲਮੀ ਐਕਟਰ ਹੁੰਦੇ ਸੀ, ਜਿਵੇਂ ਧਰਮਿੰਦਰ ਹੋਇਆ ਜਾਂ ਹੋਰ ਹੋਇਆ, ਹੇਮਾ ਵੀ ਚਲੋ ਉਹਨੂੰ ਕਹਿ ਲਓ ਵੀ ਪੰਜਾਬ ਨਾਲ ਉਹਦਾ ਸੰਬੰਧ ਹੋ ਗਿਆ ਸੀ, ਤਾਂ ਉਹਨਾਂ ਦੇ ਪ੍ਰਤੀ ਨਾ ਮਨਾਂ 'ਚ ਬੜੀ ਰਿਸਪੈਕਟ ਹੁੰਦੀ ਸੀ ਵੀ ਉਹ ਫਿਲਮਾਂ ਦੇਖਦੇ ਸੀ ਵੀ ਵਾਹ ਜੀ ਵਾਹ। ਤੇ ਅੱਜ ਕੱਲ੍ਹ ਉਹ ਸਾਰੀ ਜਿਹੜੀ ਰਿਸਪੈਕਟ ਹੈ ਉਹ ਜ਼ੀਰੋ ਹੋ ਗਈ। ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਟਿਵਾਣਾ ਸਾਹਿਬ, ਜਿਹੜਾ ਹਰਿਆਣਾ ਦੀ CM ਹੈ, ਮੈਂ ਸੋਚਦਾ ਵੀ ਇੱਕ ਤਾਂ ਭਜਨ ਲਾਲ ਜੀ ਤੇ ਇੱਕ ਖੱਟਰ ਸਾਹਿਬ, ਇਹ ਵੀ ਲੋਕਾਂ ਨੂੰ ਕਦੇ ਨਹੀਂ ਭੁੱਲਣੇ ਜਿਹੜੇ ਇਹਨਾਂ ਦੇ ਕਾਰਨਾਮੇ ਆ। ਤੇ ਇੱਕ ਟਿਵਾਣਾ ਸਾਹਿਬ, ਇੱਕ ਨਾ 3 ਨੌਜਵਾਨ ਸੀਗੇ ਜਿਨ੍ਹਾਂ ਦੇ ਉੱਤੇ ਇੱਕ ਕੇਸ ਚੱਲ ਰਿਹਾ ਸੀਗਾ ਕੋਈ ਲਿਟਰੇਚਰ ਵਾਲਾ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਉਹਨਾਂ ਦਾ ਕੀ ਬਣ ਰਿਹਾ ਹੈਗਾ ਜੀ। ਤੇ ਬਾਕੀ ਟਿਵਾਣਾ ਸਾਹਿਬ ਇਹਦੇ ਬਾਰੇ ਕੁਛ ਦੱਸੋਗੇ, ਫਿਰ ਮੈਂ ਤੁਹਾਨੂੰ 1-2 ਗੱਲਾਂ ਹੋਰ ਕਰਨੀਆਂ। ਬਿਲਕੁਲ, ਇਹ ਨੌਜਵਾਨਾਂ ਕੋਲ ਕੁਝ ਗੈਰ ਕਾਨੂੰਨੀ ਕਿਹਾ ਜਾਂਦਾ ਲਿਟਰੇਚਰ ਸੀ, ਜਿਸ ਦੀ ਬਿਨਾਂ 'ਤੇ ਸਰਕਾਰ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਤੇ ਉਦੋਂ ਡਾਕਟਰ ਧਰਮਵੀਰ ਗਾਂਧੀ ਪਹਿਲੇ ਨੇਤਾ ਸੀ ਜਿਹੜੇ ਉਦੋਂ MP ਸੀਗੇ, ਜਿਹੜੇ ਇਹਨਾਂ ਦੇ ਹੱਕ 'ਚ ਬੋਲੇ ਸੀਗੇ। ਇਹ ਵੀ ਪਹਿਲੀ ਵਾਰੀ ਹੈ ਕਿ ਕਿਸੇ ਨੂੰ ਲਿਟਰੇਚਰ ਰੱਖਣ ਦੀ ਬਿਨਾਂ 'ਤੇ ਐਡੀ ਸਖਤ ਸਜ਼ਾ ਸੁਣਾਈ ਗਈ ਹੋਵੇ ਜੀ। ਹਾਂਜੀ, ਤੇ ਟਿਵਾਣਾ ਸਾਹਿਬ ਦੇਖੋ, ਇੱਕ ਪਾਸੇ ਸੰਘਰਸ਼ ਚੱਲ ਰਿਹਾ, ਇੱਕ ਪਾਸੇ ਕਈ ਦੁਖਦ ਖਬਰਾਂ ਆ ਜਾਂਦੀਆਂ, ਜਿਵੇਂ ਟ੍ਰਿਬਿਊਨ ਤੇ ਹੈ ਵੀ ਉਹ ਸਿਆਸੀ ਰੰਜਿਸ਼ ਕਾਰਨ ਜਿਹੜਾ ਹੈਗਾ ਚਾਚਾ ਭਤੀਜੇ ਦੀ ਮੌਤ, ਵੀ ਇਹੋ ਜਿਹੀਆਂ ਖਬਰਾਂ ਵੀ ਬੜਾ ਮਨ ਨੂੰ ਦੁੱਖ ਕਰਦੀਆਂ ਹੈ। ਬਿਲਕੁਲ। ਤੇ ਹਾਂਜੀ, ਤੇ
ਜਸਟਿਸ ਕਾਟਲੀ ਨੇ ਜਿਹੜਾ ਉਹਨਾਂ ਨੇ ਨਾ ਇੱਕ ਸੁਝਾਅ ਬੜਾ ਵਧੀਆ ਦਿੱਤਾ ਹੈ ਉਹਦੇ 'ਚ, ਜਿਹੜੇ ਉਹਨਾਂ ਨੇ ਲੈਟਰ ਲਿਖਿਆ ਹੈ ਜੀ ਵੀ ਸਰਕਾਰ ਨੂੰ ਨਾ ਇੱਕ ਉੱਚ ਤਾਕਤੀ ਕਿਸਾਨ ਕਮਿਸ਼ਨ ਨਿਯੁਕਤ ਕਰਨਾ ਚਾਹੀਦਾ ਹੈ। ਹੁਣ ਦੇਖੋ ਕੋਈ ਮੋਦੀ ਸਾਹਿਬ ਤੇ ਅਸਰ ਹੁੰਦਾ ਹੈ ਕਿ ਨਹੀਂ। ਸੋ ਇਹ ਗੱਲਾਂ ਜਿਹੜੀਆਂ ਇਹ ਬੜੀਆਂ ਇਹ ਜ਼ਰੂਰੀ ਹੈ ਜੇ ਮੋਦੀ ਸਾਹਿਬ ਇੱਧਰ ਧਿਆਨ ਦੇਣ ਤਾਂ। ਤੇ ਇੱਕ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਜਿਹੜਾ ਇਹ ਪ੍ਰੋਗਰਾਮ ਹੁਣ ਚੱਲ ਰਿਹਾ ਹੈ ਇਹ YouTube ਦੇ ਉੱਤੇ ਕਦੋਂ ਇਹਦਾ ਮਤਲਬ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ? ਕਈ ਵਾਰੀ ਪ੍ਰੋਗਰਾਮ ਨਹੀਂ ਵੀ ਦੇਖਿਆ ਜਾਂਦਾ ਨਾ, ਤਾਂ ਇਹਨੂੰ ਕਦੋਂ ਤੱਕ? ਹਾਂਜੀ ਹੁਣ ਤੋਂ ਭਾਜੀ 10 ਵਜੇ ਖਤਮ ਹੁੰਦਾ ਭਾਰਤੀ ਸਮੇਂ ਮੁਤਾਬਕ, ਸਵੇਰੇ 8 ਤੋਂ 10 ਹੁੰਦਾ, ਸ਼ਾਮ ਨੂੰ 7 ਤੋਂ 9 ਹੁੰਦਾ। ਮਤਲਬ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ 8 ਵਜੇ ਖਤਮ ਹੋਣਾ ਅਤੇ 1.5 ਘੰਟੇ ਬਾਅਦ ਅਪਲੋਡ ਹੋ ਜਾਂਦਾ YouTube 'ਤੇ। ਜੇ ਤੁਸੀਂ ਆਪਣਾ ਜਿਹੜਾ ਟਿਵਾਣਾ ਰੇਡੀਓ ਦਾ YouTube ਪੇਜ ਆ ਉਹ ਸਬਸਕ੍ਰਾਈਬ ਕੀਤਾ, ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਂਦੀ ਆ ਅਤੇ ਫਿਰ ਕਦੇ ਵੀ ਸੁਣ ਸਕਦੇ ਹੋ, ਅੱਗੇ ਪਿੱਛੇ ਕਰਕੇ ਵੀ ਸੁਣ ਸਕਦੇ ਹੋ। ਇਹ 'ਚ ਗਾਣੇ ਵੀ ਨਹੀਂ ਹੁੰਦੇ ਕਿਉਂਕਿ ਲਾਈਵ ਪ੍ਰੋਗਰਾਮ 'ਚ ਤਾਂ ਗਾਣੇ ਪਾ ਦਈਦੇ ਆ, YouTube 'ਤੇ ਗਾਣੇ ਵੀ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਫਿਰ ਉਹ ਕਾਪੀਰਾਈਟ ਜਿਹੜਾ ਸਾਡੇ ਕੋਲ ਨਹੀਂ ਹੁੰਦਾ। ਸੋ ਉਹ ਗਾਣੇ ਵੀ ਨਹੀਂ ਹੁੰਦੇ, ਸਿਰਫ ਨਿਰੋਲ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਜੀ। ਹਾਂਜੀ, ਤੇ ਟਿਵਾਣਾ ਸਾਹਿਬ ਜਿਹੜਾ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਦਾ ਵੀ ਕੋਈ ਸੰਬੰਧ ਹੈ ਜਾਂ ਉਹਨਾਂ ਦਾ ਕੋਈ ਆਪਣਾ ਮਸਲਾ ਸੀਗਾ? ਜਿਹੜੇ ਬਾਰ ਐਸੋਸੀਏਸ਼ਨ ਵਾਲੇ? ਹਾਂਜੀ 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 ਹਾਂ, ਦਵੇ ਮਿਸਟਰ। ਹਾਂ, ਉਹ ਦੇਖੋ ਬਾਰ ਐਸੋਸੀਏਸ਼ਨ ਨਾ ਕਿਸਾਨ ਅੰਦੋਲਨ ਦੇ ਹੱਕ 'ਚ ਆ ਚੁੱਕੀ ਹੈ। ਹੁਣ ਬਾਰ ਐਸੋਸੀਏਸ਼ਨ ਦਾ ਵੀ ਉੱਥੋਂ ਦੀ ਜੁਡੀਸ਼ਰੀ 'ਤੇ, ਭਾਵੇਂ ਬਾਰ ਐਸੋਸੀਏਸ਼ਨ ਨਾਭੇ ਦੀ ਹੈ, ਭਾਵੇਂ ਸੁਪਰੀਮ ਕੋਰਟ ਦੀ ਹੈ ਜਾਂ ਸਮਰਾਲੇ ਦੀ ਹੈ, ਬਾਰ ਐਸੋਸੀਏਸ਼ਨ ਦਾ ਵੀ ਜਿਹੜੇ ਕੋਰਟ ਦੇ ਵਿੱਚ ਜੱਜ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਪੈਰਲਲ ਰਿਸ਼ਤਾ ਹੁੰਦਾ ਹੈ। ਕਿਉਂਕਿ ਹੁਣ ਸੁਪਰੀਮ ਕੋਰਟ ਦੇ ਜਿਸ ਤਰ੍ਹਾਂ ਇਹ ਫੈਸਲੇ ਆਏ ਨੇ, ਇਹ ਭਾਵੇਂ ਅੰਦਰ ਦੀਆਂ ਗੱਲਾਂ ਕੀ ਨੇ ਇਹ ਤਾਂ ਆਪਾਂ ਨਹੀਂ ਦੱਸ ਸਕਦੇ, ਪਰ ਇਹ ਜਿਹੜਾ ਇਸ ਦਾ ਅਸਤੀਫਾ ਦੇਣਾ, ਕਈ ਸਾਰੇ ਸਵਾਲ ਖੜ੍ਹੇ ਹੁੰਦੇ ਨੇ ਇਸ ਸਿਸਟਮ 'ਤੇ ਜਿਹੜੇ ਹਾਲੀਆ ਸੁਪਰੀਮ ਕੋਰਟ ਦੇ ਫੈਸਲੇ ਆ ਰਹੇ ਨੇ। ਕਿਉਂਕਿ ਸਾਹਮਣਾ ਅਖਬਾਰ ਆ ਜਿਹੜਾ ਮਹਾਰਾਸ਼ਟਰ ਦਾ, ਉਹਨਾਂ ਨੇ ਵੀ ਆਲੋਚਨਾ ਕੀਤੀ ਹੈ ਕਿ ਇਹ ਜਿਹੜੇ ਫੈਸਲੇ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਆੜ ਦੇ ਵਿੱਚ ਮੋਦੀ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਹੁਣ ਜਿਹੜਾ ਕਿਸਾਨ ਪਰੇਡ 'ਤੇ ਇਹ ਹੋਣੀ ਜਾਂ ਨਹੀਂ ਹੋਣੀ, 18 ਨੂੰ ਜਿਹੜੀ ਸੁਪਰੀਮ ਕੋਰਟ ਫੈਸਲਾ ਸੁਣਾਏਗੀ ਉਹ 'ਤੇ ਬਹੁਤ ਮੁਨਸਰ ਕਰਦਾ ਹੈ ਕਿ ਉਹ ਦੇਸ਼ ਦੇ ਆਮ ਨਾਗਰਿਕਤਾ ਨੂੰ ਤਿਰੰਗਾ ਲਹਿਰਾਉਣ ਦੀ ਜਾਂ ਪਰੇਡ ਕਰਨ ਦੀ ਆਗਿਆ ਦਿੰਦਾ ਜਾਂ ਉਸ 'ਤੇ ਵੀ ਰੋਕ ਲਾਉਂਦਾ ਹੈ। ਸੋ 18 ਦੇ ਫੈਸਲੇ 'ਤੇ ਬਹੁਤ ਜਿਹੜਾ ਹੈਗਾ ਸਵਾਲ ਖੜੇ ਹੋ ਸਕਦੇ ਨੇ ਜੇ ਉਹ ਗਲਤ ਆਉਂਦਾ ਜੀ। ਬਾਕੀ ਟਿਵਾਣਾ ਸਾਹਿਬ ਜਿਵੇਂ ਤੁਸੀਂ ਕਿਹਾ ਸੀ ਗਲੋਬਲ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਹੀ ਸੰਜਮ ਤੇ ਸਲੀਕੇ ਦੀ ਲੋੜ ਹੈਗੀ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਬੜਾ ਨਾਜ਼ੁਕ ਜਿਹਾ ਸਮਾਂ ਆ ਗਿਆ ਹੈਗਾ ਤੇ ਇਹਨਾਂ ਨੂੰ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਬੇਲੋੜੀ ਬਿਆਨਬਾਜ਼ੀ ਆ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ 26 ਤਾਈਂ ਕੁਛ ਨਾ ਕੁਛ ਲੱਗਦਾ ਹੈ ਵੀ ਦੇਖੋ ਕਿਹੋ ਜਿਹਾ ਫੈਸਲਾ ਹੁੰਦਾ ਜਾਂ ਕੀ ਹੁੰਦਾ ਜਾਂ ਕਿਹੜੇ ਪਾਸੇ ਇਹ ਅੰਦੋਲਨ ਜਾਂਦਾ ਹੈਗਾ। ਸੋ ਅਸੀਂ ਤਾਂ ਆਪਾਂ ਤਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਤੇ ਬਾਕੀ ਆਪਣੇ ਲੀਡਰ ਜਿਹੜੇ ਕਿਸਾਨ ਲੀਡਰ ਹੈ ਬੜੇ ਸਮਝਦਾਰ ਹੈ, ਉਮੀਦ ਉਹਨਾਂ ਤੋਂ ਚੰਗੀ ਕਰਨੀ ਚਾਹੀਦੀ ਹੈ। ਸੋ ਬੜਾ ਧੰਨਵਾਦ ਜੀ, ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ। ਮਿਹਰਬਾਨੀ ਭਾਜੀ ਪਰਮਿੰਦਰ ਸਿੰਘ। ਦੇਖੋ ਹਰ ਬੰਦਾ ਇਹ ਦੁਆ ਵੀ ਕਰ ਰਿਹਾ, ਦੁਆ ਦੇ ਨਾਲ ਮੈਂ ਸਮਝਦਾ ਇਹ ਕੋਸ਼ਿਸ਼ ਜਾਂ ਦੁਆ ਵੀ ਬਣਾਵੇ ਕਿ ਕੋਈ ਵੀ ਵਿਅਕਤੀ ਇਸ ਦੇ ਵਿੱਚ ਜਿਹੜਾ ਮਿਆਰ ਨੇ ਉਹਨਾਂ ਮਿਆਰਾਂ ਤੋਂ ਥੱਲੇ ਦੀ ਗੱਲ ਨਾ ਕਰੇ। ਲਓ, ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਸੀ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਜਿਹੜਾ ਸੁਨੇਹਾ, ਕੋਈ ਵੀ ਲਿਖਤੀ ਸੁਨੇਹਾ, ਜਦੋਂ ਵੀ ਤੁਹਾਡਾ ਮੂਡ ਹੋਵੇ, ਜਦੋਂ ਵੀ ਮੌਕਾ ਹੋਵੇ, ਉਹ ਸੁਨੇਹਾ ਸਾਂਝਾ ਕਰ ਸਕਦੇ ਹੋ। ਇਹ ਸੁਨੇਹਾ ਸਾਡੀ ਮਾਂ ਰਾਣੀ ਦਾ ਜੀ, US ਤੋਂ ਮਹਿੰਦਰ ਮਾਨ ਨੇ, ਬੜਾ ਸੰਜੀਦਾ ਪਰਿਵਾਰ ਹੈ ਅਤੇ ਉਸ ਪਰਿਵਾਰ 'ਚੋਂ ਬਜ਼ੁਰਗ ਮਾਤਾ ਨੇ ਇੱਕ ਕਵਿਤਾ ਭੇਜੀ ਹੈ, ਆਪਣੇ ਜਜ਼ਬਾਤ ਭੇਜੇ ਨੇ, ਬਹੁਤ ਸੋਹਣਾ ਸੁਨੇਹਾ, ਜ਼ਰੂਰ ਸੁਣੋ ਤੁਸੀਂ। ਪਰਮਿੰਦਰ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਲੋਹੜੀ ਮਾਘੀ ਦੀ। ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ, ਫਰੀਮੋਟ ਤੋਂ, ਮਹਿੰਦਰ ਸਿੰਘ ਦੀ ਮੰਮਾ। ਮੈਂ ਇੱਕ ਕਵਿਤਾ ਬੋਲਣੀ ਆ। ਹਿੰਦੂ ਮੁਸਲਮਾਨ ਹਾਂ ਭਾਈ ਭਾਈ, ਕਾਹਦੀ ਫਿਰ ਅਣਬਣ ਤੇ ਕਾਹਦੀ ਲੜਾਈ। ਹਿੰਦੂ ਮੁਸਲਮਾਨ ਦਾ ਪੱਕਾ ਹੈ ਨਾਤਾ, ਬੰਦੇ ਹੈ ਦੋਵੇਂ ਜਨਮ ਤੋਂ ਪਰਾਤਾ। ਖਾਂਦੇ ਹਨ ਦੋਵੇਂ ਇੱਕੋ ਪੌਣ ਪਾਣੀ, ਦੋਹਾਂ 'ਤੇ ਆਵੇ ਇੱਕੋ ਜਵਾਨੀ। ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ, ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ। ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ, ਫਰੀਮੋਟ ਤੋਂ,
ਮਿੰਦਰ ਸਿੰਘ ਦੀ ਮੰਮਾ। ਮੈਂ ਇੱਕ ਕਵਿਤਾ ਬੋਲਣੀ ਆ। ਹਿੰਦੂ ਮੁਸਲਮਾਨ ਹਾਂ ਭਾਈ ਭਾਈ, ਕਾਹਦੀ ਫਿਰ ਅਣਬਣ ਤੇ ਕਾਹਦੀ ਲੜਾਈ। ਹਿੰਦੂ ਮੁਸਲਮਾਨ ਦਾ ਪੱਕਾ ਹੈ ਨਾਤਾ, ਬੰਦੇ ਹੈ ਦੋਵੇਂ ਜਨਮ ਤੋਂ ਪਰਾਤਾ। ਖਾਂਦੇ ਹਨ ਦੋਵੇਂ ਇੱਕੋ ਪੌਣ ਪਾਣੀ, ਦੋਹਾਂ ਤੇ ਆਵੇ ਇੱਕੋ ਜ਼ਬਾਨੀ। ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ, ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਜ਼ਬਾਤ ਬਾਈ ਜੀ ਮਹਿੰਦਰ ਮਾਨ ਨੇ US ਤੋਂ, ਉਹਨਾਂ ਦੇ ਮਾਤਾ ਜੀ ਨੇ ਸਾਂਝੇ ਕੀਤੇ ਨੇ। ਵੈਸੇ ਮਾਤਾ ਜੀ ਦੀ ਬੇਟੀ ਸਾਡੀ ਭੈਣ ਰਾਣੀ ਮੋਹਾਲੀ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਉੱਚ ਅਧਿਕਾਰੀ ਨੇ, ਉਹ ਵੀ ਕਵਿਤਾ ਰਚਦੇ ਨੇ। ਅਤੇ ਕਿਹਾ ਤਾਂ ਜਾਂਦਾ ਕਿ ਮਾਂ ਪਰ ਪੂਤ ਹੈ ਨਾ, ਪਿਤਾ ਪਰ ਘੋੜਾ, ਪਰ ਜਿਹੜੀ ਮਾਂ ਅਤੇ ਬੇਟੀ ਵੀ ਜਿਹੜੀ ਹੈ ਨਾ ਸਾਡੀ ਭੈਣ, ਉਹ ਵੀ ਕਾਫੀ ਇਸ ਤਰ੍ਹਾਂ ਦੀ ਰਚਨਾ ਕਰਦੇ ਨੇ। ਅਤੇ ਦੇਖੋ ਮਾਤਾ ਜੀ ਨੇ ਜਿਹੜੇ ਜਜ਼ਬਾਤ ਭੇਟ ਕੀਤੇ ਨੇ ਇਸ ਕਵਿਤਾ ਦੇ ਵਿੱਚ, ਕਿ ਹਿੰਦੂ ਸਿੱਖ ਦੀ ਸਾਂਝ ਦੀ ਜਿਹੜੀ ਗੱਲ ਕੀਤੀ ਹੈ, ਹਿੰਦੂ ਸਿੱਖ ਹੀ ਨਹੀਂ, ਇਨਸਾਨੀਅਤ ਦੀ ਸਾਂਝ ਦੀ, ਕਿਉਂਕਿ ਸਾਡਾ ਤਾਂ ਧਰਮ ਹੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੀ ਸਿੱਖਿਆ ਸਾਨੂੰ ਦਿੰਦਾ ਹੈ। ਪਰ ਫਿਰ ਵੀ ਆਪਸੀ ਮਤਭੇਦਾਂ ਦੇ ਚੱਲਦਿਆਂ ਅਸੀਂ ਕਈ ਵਾਰੀ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਾਂ। ਖੂਨ ਦੇ ਰਿਸ਼ਤੇ ਹੀ ਖੂਨ ਵਹਾ ਦਿੰਦੇ ਨੇ, ਖੂਨ ਕਰ ਦਿੰਦੇ ਨੇ। ਇਹਦਾ ਕਾਰਨ ਹੁੰਦਾ ਜਾਇਦਾਦ ਜਾਂ ਜਿੱਦ। ਜਰ ਜੋਰੂ ਜ਼ਮੀਨ, ਭਾਵੇਂ ਤਿੰਨ ਚੀਜ਼ਾਂ ਇਸ ਖਿੱਤੇ ਦੀ ਲੜਾਈ ਦੇ ਲਈ ਜ਼ਿੰਮੇਵਾਰ ਕਹੀਆਂ ਜਾਂਦੀਆਂ ਨੇ। ਪਰ ਜਿਸ ਤਰ੍ਹਾਂ ਚਾਚਾ ਅਤੇ ਭਤੀਜਾ ਦਾ ਰਿਸ਼ਤਾ ਹੈ, ਇਹ ਫਿਰ ਜਿਹੜੀ ਲੜਾਈ ਇਸ ਤਰ੍ਹਾਂ ਦੀ ਫਾਜ਼ਿਲਕਾ ਡੇਰਾ ਬਾਬਾ ਨਾਨਕ ਮਾਝੇ ਦੇ ਵਿੱਚ ਹੋਈ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਦਾ ਹਲਕੇ ਦਾ ਪਿੰਡ ਮਸ਼ਰਾਲਾ ਹੈ, ਜਿੱਥੇ ਕੱਲ੍ਹ ਸਵੇਰੇ ਸਰਪੰਚ ਅਤੇ ਸਾਬਕਾ ਸਰਪੰਚ ਦੋ ਧਿਰਾਂ ਦੇ ਦਰਮਿਆਨ ਚੱਲ ਰਹੇ ਵਿਕਾਸ ਕਾਰਜਾਂ ਦੇ ਤਕਰਾਰ ਨੂੰ ਲੈ ਕੇ ਜਿਹੜੀ ਗੋਲੀ ਚੱਲੀ ਹੈ। ਸੋ ਸਰਪੰਚ ਦੇ ਲੜਕੇ ਅਤੇ ਇੱਕ ਸਾਬਕਾ ਸਰਪੰਚ ਦੀ ਮੌਤ ਹੋਈ ਹੈ। ਇਸ ਘਟਨਾ ਦੇ ਵਿੱਚ 2 ਵਿਅਕਤੀ ਜ਼ਖਮੀ ਵੀ ਹੋਏ ਨੇ। ਅਤੇ ਇਹ ਜਿਹੜਾ ਡਿਵੈਲਪਮੈਂਟ ਪਿੰਡਾਂ 'ਚ ਗਲੀਆਂ ਨਾਲੀਆਂ ਦੀ ਜਾਂ ਹੋਰ ਚੀਜ਼ਾਂ ਦੀ ਹੁੰਦੀ ਹੈ, ਇਹ ਅਕਸਰ ਜਾਨਲੇਵਾ ਹੁੰਦੀ ਹੈ, ਕਿਉਂਕਿ ਇਸ 'ਤੇ ਬੜੀ ਨੀਵੇਂ ਪੱਧਰ ਦੀ ਸਿਆਸਤ ਜਿਹੜੀ ਹੈ ਉਹ ਹੁੰਦੀ ਹੈ। ਹੋਇਆ ਇਹ ਸੀ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੀ, ਉਸ ਦਾ ਜਾਇਜ਼ਾ ਲੈਣ ਦੇ ਲਈ ਮਨਜੀਤ ਮੌਕੇ 'ਤੇ ਗਿਆ ਅਤੇ ਦੂਜੀ ਧਿਰ ਦੇ ਵਿਅਕਤੀਆਂ ਨਾਲ ਉਸ ਦੀ ਤਕਰਾਰ ਹੋਈ। ਸੋ ਮ੍ਰਿਤਕ ਮਨਜੀਤ ਸਿੰਘ ਪਿੰਡ ਦੀ ਸਰਪੰਚ ਆ ਜਿਹੜੀ, ਉਸ ਦਾ ਲੜਕਾ ਸੀ, ਅਤੇ ਦੂਜੀ ਧਿਰ ਦਾ ਜਿਹੜਾ ਮ੍ਰਿਤਕ ਹਰਦਿਆਲ ਸਿੰਘ ਪਿੰਡ ਦਾ ਸਾਬਕਾ ਸਰਪੰਚ ਸੀ। ਇਸ ਦੌਰਾਨ ਇਹ ਜਿਹੜੀ ਚਾਚੇ ਅਤੇ ਭਤੀਜੇ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਵਾਸੀ ਪਿੰਡ ਮਸ਼ਰਾਲਾ ਦੀ ਮਾਂ ਪਿੰਡ ਦੀ ਸਰਪੰਚ ਹੈ। ਪਿੰਡ ਦੇ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਉਸ ਦਾ ਪੁੱਤਰ ਮਨਜੀਤ ਹੀ ਕਰਦਾ ਸੀ, ਜਿਹੜਾ ਮਾਰਿਆ ਗਿਆ। ਦੂਜੀ ਧਿਰ ਦਾ ਹਰਦਿਆਲ ਸਿੰਘ, ਜੋ ਮਨਜੀਤ ਸਿੰਘ ਦਾ ਸ਼ਰੀਕੇ 'ਚੋਂ ਚਾਚਾ ਲੱਗਦਾ ਸੀ। ਇਹਨਾਂ ਦੋਨਾਂ ਦੇ ਦਰਮਿਆਨ ਇਹ ਜਿਹੜੀ ਲੜਾਈ ਹੋਈ ਹੈ, ਉਸ ਦਾ ਕਾਰਨ ਸਿਆਸਤ ਹੈ। ਅਤੇ ਜਿਸ ਦੌਰਾਨ ਆਪਸ ਦੇ ਵਿੱਚ ਜਿਹੜਾ ਗੋਲੀਆਂ ਚੱਲੀਆਂ, ਜਿਸ ਦੌਰਾਨ ਇਹ ਚਾਚਾ ਭਤੀਜਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਇਹ ਜਿਹੜੇ ਵਿਵਾਦ ਨੇ, ਇਹਦਾ ਕਾਰਨ ਬਹੁਤ ਸਾਰੀਆਂ ਵਹਿਬਤਾਂ ਨੇ। ਦੇਖੋ ਜਿਹੜੀ ਹਾਰ ਜਾਂ ਜਿੱਤ ਜ਼ਿੰਦਗੀ ਦਾ ਹਿੱਸਾ ਨੇ, ਪਰ ਅਫਸੋਸ ਹੁੰਦਾ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਤਾਂ ਇੱਕ ਧਿਰ ਹਾਰਦੀ ਹੈ ਅਤੇ ਇੱਕ ਜਿੱਤਦੀ ਹੈ। ਸਰਪੰਚੀ ਪੰਚੀ ਦੇ ਪੱਧਰ ਤੱਕ, ਇੱਥੋਂ ਤੱਕ ਕਿ ਸਹਿਤ ਸੁਭਾਵਾਂ ਨੇ ਜਿਹੜੀਆਂ ਲਟਰੇਰੀ ਲੋਕ ਨੇ, ਉਹ ਵੀ ਇਸ ਲਾਗ ਡਾਟ ਤੋਂ ਨਹੀਂ ਬਚੇ। ਅਤੇ ਇਸ ਸਾਰੇ ਸਿਲਸਿਲੇ ਵਿੱਚ ਜਿਸ ਤਰ੍ਹਾਂ ਇਹ ਚਾਚੇ ਅਤੇ ਭਤੀਜੇ ਦੀ ਮੌਤ ਹੋਈ ਹੈ, SP ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਮਾਂ ਜਦੋਂ ਸਰਪੰਚ ਹੋਣ ਕਾਰਨ ਉਸ ਦਾ ਕੰਮ ਜਿਹੜਾ ਹੈਗਾ ਉਸ ਦਾ ਮੁੰਡਾ ਵੇਖਦਾ ਸੀ, ਅਤੇ ਇਹ ਜਿਹੜੀ ਤਕਰਾਰ ਦਾ ਕਾਰਨ ਸੀਗਾ, ਇਹ ਵੀ ਡਿਵੈਲਪਮੈਂਟ ਨੂੰ ਲੈ ਕੇ ਸੀ ਕਿ ਇਹ ਗਲਤ ਹੋ ਰਿਹਾ ਅਤੇ ਇਹ ਸਹੀ ਨਹੀਂ ਹੋ ਰਿਹਾ। ਇਸ ਕਾਰਨ ਇਹ ਤਕਰਾਰ ਹੋਇਆ। ਸੋ ਇਸ ਘਟਨਾ ਦੇ ਵਿੱਚ ਮਨਜੀਤ ਸਿੰਘ ਦੇ ਭਰਾ ਦਲਜੀਤ ਸਿੰਘ ਅਤੇ ਦੂਜੀ ਧਿਰ ਦਾ ਇੱਕ ਵਿਅਕਤੀ ਵੀ ਜ਼ਖਮੀ ਹੋਇਆ। 2 ਘਰ ਉੱਜੜ ਗਏ ਨੇ ਅਤੇ ਜਗਤ ਤਮਾਸ਼ਾ ਹੋ ਜਾਣਾ। ਇਹ ਪੰਚੀਆਂ ਸਰਪੰਚੀਆਂ, ਇਹ PM CM ਅਹੁਦੇ ਆਉਂਦੇ ਜਾਂਦੇ ਨੇ, ਪਰ ਅਫਸੋਸ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਅਹੁਦੇ ਹਾਸਲ ਕਰ ਲੈਂਦੇ ਹਾਂ ਨਾ, ਅਸੀਂ ਰੱਬ ਨੂੰ ਟੱਬ ਦੱਸਦੇ ਹਾਂ। ਸੋ ਭਤੀਜਾ ਤੀਜਾ ਅਕਸਰ ਕਹਿੰਦੇ ਨੇ ਲੋਕ, ਪਰ ਫਿਰ ਵੀ ਇਹ ਭਤੀਜਾ ਅਤੇ ਤੀਜਾ ਹੋਣ ਦੇ ਬਹੁਤ ਸਾਰੇ ਕਾਰਨ ਜਿਹੜੇ ਉਹਨਾਂ ਦੀਆਂ ਜ਼ਮੀਨੀ ਹਕੀਕਤਾਂ ਸਾਨੂੰ ਸਮਝਣੀਆਂ ਚਾਹੀਦੀਆਂ ਨੇ।
ਕਿਉਂਕਿ ਸਿਆਸਤ, ਸਰਮਾਇਆ, ਆਪਸੀ ਲਾਗ ਡਾਟ ਦਾ ਵੱਡਾ ਕਾਰਨ ਬਣਦੇ ਨੇ। ਅਤੇ ਇਸੇ ਦੌਰਾਨ ਜੇ ਕੁਛ ਵਾਪਰ ਰਿਹਾ ਹੈ ਉਸ ਮੁਤਲਕ ਜੇ ਹਰਿਆਣਾ ਦੀ ਗੱਲ ਕੀਤੀ ਜਾਵੇ, ਹਰਿਆਣਾ ਦੇ ਵਿੱਚ ਵੀ ਜਿਹੜਾ ਚਾਚੇ ਅਤੇ ਭਤੀਜਿਆਂ ਦੇ ਦਰਮਿਆਨ ਤਕਰਾਰ ਹੈ, ਚੌਟਾਲਾ ਪਰਿਵਾਰ ਦੇਖੋ, ਓਮ ਪ੍ਰਕਾਸ਼ ਚੌਟਾਲਾ ਅੰਦਰ ਹੈ ਅਤੇ ਉਹਦਾ ਪੁੱਤਰ ਅਜੇ ਚੌਟਾਲਾ ਵੀ ਅੰਦਰ ਹੈ। ਅਤੇ ਪਰ ਅਜੇ ਦਾ ਪੁੱਤਰ ਦੁਸ਼ਯੰਤ ਡਿਪਟੀ CM ਹੈ। ਹਾਲਾਂਕਿ ਦੁਸ਼ਯੰਤ ਚੌਟਾਲਾ ਦਾ ਜਿਹੜਾ ਚਾਚਾ ਉਹ ਅਸਤੀਫਾ ਦੇ ਚੁੱਕਾ ਕਿ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ। ਉਹ ਭਾਵੇਂ ਇਕਲੌਤਾ ਹੈ। ਦੂਸਰੇ ਪਾਸੇ ਦੁਸ਼ਯੰਤ ਦੇ 10 MLA ਦੇ ਵਿੱਚੋਂ 6 MLA ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰ ਚੁੱਕੇ ਨੇ। ਦੁਸ਼ਯੰਤ ਅਮਿਤ ਸ਼ਾਹ ਦੇ ਨਾਲ, ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਚੁੱਕਾ ਹੈ। ਪਰ ਫਿਰ ਵੀ ਹਰਿਆਣਾ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਐਲਾਨ ਕੀਤਾ ਕਿ ਉਹ ਦੁਸ਼ਯੰਤ ਚੌਟਾਲਾ ਅਤੇ ਮਨੋਹਰ ਲਾਲ ਖੱਟੜ ਨੂੰ ਝੰਡਾ ਨਹੀਂ ਲਹਿਰਾਉਣ ਦੇਣਗੇ। ਜਿਸ ਤਰ੍ਹਾਂ ਪਿਛਲੇ ਦਿਨੀ ਕੈਮਲਾ ਪਿੰਡ ਦੇ ਵਿੱਚ ਹੋਇਆ ਸੀ ਕਿ ਮਨੋਹਰ ਲਾਲ ਖੱਟੜ ਦਾ ਉਡਣ ਖਟੋਲਾ ਹਵਾ 'ਚ ਹੀ ਲਟਕਿਆ ਖਟਕਿਆ ਰਿਹਾ, ਥੱਲੇ ਨਹੀਂ ਉਤਰਨ ਦਿੱਤਾ। ਸੋ 26 ਜਨਵਰੀ ਦੇ ਮੌਕੇ 'ਤੇ ਸਿਰਫ ਦਿੱਲੀ 'ਚ ਨਹੀਂ, ਹਰਿਆਣੇ 'ਚ ਵੀ ਖੱਟੜ ਸਰਕਾਰ ਨੂੰ ਮਾੜੇ ਦਿਨ ਦੇਖਣਾ ਪੈ ਸਕਦਾ ਹੈ। ਕਿਉਂਕਿ ਇਸ ਮੌਕੇ ਭਾਵੇਂ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਪੰਚਕੂਲਾ ਦੇ ਵਿੱਚ ਅਤੇ ਮੁੱਖ ਮੰਤਰੀ ਖੱਟੜ ਸਾਹਿਬ ਪਾਣੀਪਤ ਦੇ ਵਿੱਚ ਅਤੇ ਦੁਸ਼ਯੰਤ ਚੌਟਾਲਾ ਅੰਬਾਲਾ ਦੇ ਵਿੱਚ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਬਣਾ ਚੁੱਕੇ ਨੇ। ਪਰ ਅੰਬਾਲਾ ਹੋਵੇ ਭਾਵੇਂ ਪੰਚਕੂਲਾ, ਤਾਂ ਚਲੋ ਰਾਜਪਾਲ ਦਾ ਮਾਮਲਾ, ਉਸ ਦਾ ਤਾਂ ਵਿਰੋਧ ਬਹੁਤਾ ਨਹੀਂ ਹੋਏਗਾ। ਪਰ ਪਾਣੀਪਤ ਦੇ ਵਿੱਚ ਇਹ ਜਿਹੜੀ ਚੌਥੀ ਜੰਗ ਫਿਰ ਹੋ ਸਕਦੀ ਹੈ। ਇਹ ਕਿਸਾਨ ਬੈਲਟ ਹੈ, ਅੰਬਾਲਾ ਅਤੇ ਪਾਣੀਪਤ। ਪਾਣੀਪਤ ਦਾ ਜੰਗ ਤੁਹਾਨੂੰ ਚੇਤੇ ਹੋਣਾ, ਪਰ ਇਹ ਹੁਣ ਪਾਣੀਪਤ ਦਾ ਜੰਗ ਹੈ ਜਿਹੜਾ, ਇਹ ਕੋਈ ਪਾਣੀ ਦੀ ਲੜਾਈ ਨਹੀਂ, ਸਗੋਂ ਪੱਤ ਦੀ ਲੜਾਈ ਹੈ, ਇੱਜ਼ਤ ਦੀ ਲੜਾਈ ਹੈ, ਜਿਸ ਦੇ ਵਿੱਚ ਪੱਤੇ ਖੇਡਣ ਵਾਲੀਆਂ ਇਹਨਾਂ ਸਰਕਾਰਾਂ ਨੂੰ ਸਬਕ ਲੋਕ ਸਿਖਾਉਣ 'ਤੇ ਤਹੂ ਨੇ। ਇਸ ਦੇ ਨਾਲ ਨਾਲ ਇਹਨਾਂ ਕਿਸਾਨ ਜਥੇਬੰਦੀਆਂ, ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ, ਇਹ ਨਹੀਂ ਕਿ ਪੰਜਾਬ ਦੇ ਤੁਸੀਂ ਖਾਲਿਸਤਾਨੀ ਜਾਂ ਕਾਮਰੇਡ ਕਹਿ ਕੇ ਸਾਰ ਦਿਓ, ਇਹ ਹਰਿਆਣੇ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਐਲਾਨ ਕੀਤਾ ਕਿ ਉਹ CM, ਡਿਪਟੀ CM ਜਾਂ ਕਿਸੇ ਵੀ ਹੋਰ ਨੇਤਾ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਣਗੇ ਜਿੰਨੀ ਦੇਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਹ ਇਸ ਪੰਡਾਲ ਦਾ ਸਮਾਗਮ ਦਾ ਘਿਰਾਓ ਕਰਨਗੇ। ਇਸ ਦੇ ਨਾਲ ਨਾਲ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਦੁਸ਼ਯੰਤ ਦਵੇ, ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹ ਇਸ ਅਹੁਦੇ 'ਤੇ ਰਹਿਣ ਦਾ ਅਧਿਕਾਰ ਗਵਾ ਚੁੱਕੇ ਨੇ। ਐਸੋਸੀਏਸ਼ਨ ਦੇ ਕਾਰਜਕਾਰੀ ਸਕੱਤਰ ਰੋਹਿਤ ਪਾਂਡੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦਵੇ ਨੇ ਇੱਕ ਛੋਟਾ ਜਿਹਾ ਪੱਤਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦਾ ਕਾਰਜਕਾਲ ਲਿਖਿਆ ਕਿ ਕਾਰਜਕਾਰ ਪਹਿਲਾਂ ਹੀ ਖਤਮ ਹੋ ਚੁੱਕਾ ਅਤੇ ਕੁਝ ਵਕੀਲਾਂ ਦੇ ਇਤਰਾਜ਼ ਦੇ ਮੱਦੇਨਜ਼ਰ ਤੈਅ ਸਮੇਂ 'ਤੇ ਆਨਲਾਈਨ ਚੋਣਾਂ ਕਰਵਾਉਣਾ ਸੰਭਵ ਨਹੀਂ ਲੱਗ ਰਿਹਾ, ਜਿਸ ਦੇ ਮੁਤਲਕ ਉਹ ਇਹ ਪੱਤਰ ਜਿਹੜਾ ਹੈਗਾ ਲਿਖ ਚੁੱਕੇ ਨੇ। ਇਸ ਵਕਤ ਆਪਣੇ ਨਾਲ ਦਮਨਵੀਰ ਟੋਰਾਂਟੋ ਤੋਂ ਜੁੜ ਚੁੱਕੇ ਨੇ। ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਮਸਲੇ 'ਤੇ ਚਰਚਾ ਕਰਦੇ ਹਾਂ। ਦਮਨ, ਸਵਾਗਤ ਹੈ ਤੁਹਾਡਾ। ਦਮਨ ਜੀ, ਤੁਸੀਂ ਔਨ-에ਅਰ ਆ ਚੁੱਕੇ ਹੋ। ਹੈਲੋ, ਸ਼ਾਇਦ ਕਾਲ ਡਿਸਕਨੈਕਟ ਹੋ ਗਈ, ਮਾਫੀ ਚਾਹੁੰਦੇ ਹਾਂ। ਅਤੇ ਇਸ ਦੇ ਨਾਲ ਨਾਲ ਤੁਸੀਂ WhatsApp ਕਾਲ ਜਿਹੜੀ ਹੈ ਉਹ ਕਰ ਸਕਦੇ ਹੋ, 9876309655 'ਤੇ ਵੀ ਕਾਲ ਕਰ ਸਕਦੇ ਹੋ, ਅਤੇ ਜਾਂ ਫਿਰ ਨਾਲ ਨਾਲ ਤੁਸੀਂ ਮੇਰਾ ਪਰਸਨਲ ਨੰਬਰ ਜਿਹਨਾਂ ਸੱਜਣਾ ਕੋਲ ਉਸ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਦਮਨ ਜੀ, ਸਵਾਗਤ ਹੈ, ਤੁਸੀਂ ਔਨ-에ਅਰ ਆ ਚੁੱਕੇ ਹੋ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਮਨ ਜੀ, ਕੀ ਵੇਖਦੇ ਹੋ ਦਮਨ ਜੋ ਕੁਛ ਹੋ ਰਿਹਾ ਇੰਡੀਆ ਦੇ ਵਿੱਚ? ਦੇਖੋ ਜੀ, ਅਰਦਾਸ ਹੀ ਕਰ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਜੋ ਵੀ ਭੈਣ ਭਰਾ ਬੈਠੇ ਨੇ, ਕਿਉਂਕਿ ਹਾਲਾਤ ਮਾੜੇ ਹੋਣਗੇ ਜੀ ਅੱਗੇ ਆਉਂਦੇ ਸਮੇਂ ਨੂੰ। ਆਉਂਦੇ ਸਮੇਂ ਨੂੰ ਹਾਲਾਤ ਮਾੜੇ ਹੋ ਜਾਣੇ ਆ। ਚਲੋ ਅਸੀਂ ਤਾਂ ਬਾਹਰ ਬੈਠੇ ਆ, ਉਕਸਾ ਨਹੀਂ ਸਕਦੇ ਵੀ ਕਿਸੇ ਨੂੰ ਕੋਈ ਦੰਗਾ ਫਸਾਦ ਹੋਵੇ, ਪਰ ਹਾਲਾਤ ਇੰਝ ਮਹਿਸੂਸ ਹੋ ਰਿਹਾ ਵੀ ਹਾਲਾਤ ਮਾੜੇ ਹੋਣਗੇ। ਨਾ ਹੋਣ ਤਾਂ ਚੰਗੀ ਗੱਲ ਆ। ਮੇਰਾ ਤਾਂ ਇੱਕ ਸਵਾਲ ਸੀਗਾ ਤੁਹਾਡੇ ਤੱਕ, ਸਵਾਲ ਮੇਰਾ ਸੀਗਾ ਵੀ ਆਪਣਾ ਵੀ ਜਿਵੇਂ ਮੰਨ ਲਓ ਵੀ ਜਿਵੇਂ ਹੁਣ ਭਾਰਤ ਦੀ ਸਰਕਾਰ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਹਾਮੀ ਉੱਠਦੀ ਹੈ ਵੀ ਹਾਂਜੀ ਅਸੀਂ ਤੁਹਾਡੇ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ, ਤੇ ਆਪਾਂ ਖੁਸ਼ ਹੋ ਕੇ ਵਾਪਸ ਆ ਜਾਾਂਗੇ। ਦੋ ਪੰਜਾਬ ਤੇ ਹਰਿਆਣਾ, ਦੋ ਜਿਹੜੇ ਸੂਬੇ ਨੇ ਵਾਪਸ ਆ ਜਾਣਗੇ। ਪਰ ਜਿਹੜੀਆਂ 27 ਸਟੇਟਾਂ ਹੈਗੀਆਂ, ਕੀ ਇਹ ਕਾਨੂੰਨ ਫਿਰ ਸਾਰੀਆਂ 27 ਸਟੇਟਾਂ ਦੇ ਨਾਲ ਆਪਾਂ ਖੜਾਂਗੇ ਉਹਨਾਂ ਦੇ ਵੀ ਜੇ ਉਹ ਬਾਕੀ ਸਟੇਟਾਂ ਉੱਠ ਕੇ ਆਉਣਗੀਆਂ ਵੀ ਹਾਂਜੀ ਇਹ ਜਿਹੜਾ ਕਾਨੂੰਨ ਹੈ ਸਾਡੇ ਵੀ ਲਾਗੂ ਕਰੋ, ਜੇ ਸਾਡੇ MSP ਨਹੀਂ, ਮੰਡੀਕਰਨ ਨਹੀਂ ਹੈਗਾ ਵੀ ਸਾਡੇ ਵੀ ਮੰਡੀਕਰਨ ਕਰੋ, ਕੀ ਆਪਾਂ ਉੱਥੇ ਨਾਲ ਉਹਨਾਂ ਦੇ ਜਾਵਾਂਗੇ? ਕਿਉਂਕਿ UP, ਬਿਹਾਰ
ਜਾਂ ਮੱਧ ਪ੍ਰਦੇਸ਼, ਉਹ ਵੀ ਕੁਝ ਨਾ ਕੁਝ ਲੋਕ ਉੱਥੇ ਆ ਰਹੇ ਆ। ਜਿਹੜੇ ਲੋਕ ਹੁਣ ਆ ਰਹੇ ਆ ਉਹ ਮਾਯੂਸ ਹੋ ਕੇ ਤਾਂ ਜਾਣਗੇ ਨਹੀਂ ਵੀ ਅਸੀਂ ਪੰਜਾਬ ਤੇ ਹਰਿਆਣੇ ਨੂੰ ਜਿੱਤ ਦਵਾ ਕੇ ਤੇ ਚਲੇ ਗਏ, ਤੇ ਉਹਨਾਂ ਦਾ ਫਿਰ ਕੀ ਬਣੂਗਾ? ਕੀ ਇਹ ਸਾਰੇ ਭਾਰਤ ਦੇ ਵਿੱਚ ਲਾਗੂ ਹੋਊਗਾ? ਜੇ ਇਹ ਚੀਜ਼ ਸਾਰੇ ਭਾਰਤ ਦੇ ਵਿੱਚ ਲਾਗੂ ਹੁੰਦੀ ਹੈ, ਇਹ ਮੇਰਾ ਸਵਾਲ ਹੈ, ਇਹ ਕੋਈ ਵੀ ਸਾਡਾ ਭੈਣ ਭਰਾ ਆ ਕੇ ਉੱਤਰ ਦੇ ਸਕਦਾ ਹੈ, ਕੋਈ ਜਥੇਬੰਦੀ ਸੁਣਦੀ ਉਹ ਵੀ ਦੇ ਸਕਦੀ ਹੈ ਉੱਤਰ ਵੀ, ਕੀ ਜੇ ਸਾਰੇ ਭਾਰਤ ਦੇ ਵਿੱਚ MSP ਲਾਗੂ ਹੋ ਗਈ, ਜੇ ਰੌਲਾ ਪੈ ਗਿਆ ਵੀ ਹਾਂਜੀ ਸਾਰੇ ਜੀ ਕਰਨੀ ਹੈ, ਤਾਂ ਬਜਟ ਅਜਲਾਸ ਜਾਂ ਬਜਟ ਇਹ ਅਲਾਓ ਕਰਦਾ ਵੀ ਇੰਨੀ ਰਕਮ MSP ਦੇ ਰੂਪ ਦੇ ਵਿੱਚ ਸਾਰੇ ਭਾਰਤ ਦੇ ਕਿਸਾਨਾਂ ਨੂੰ ਦਿੱਤੀ ਜਾ ਸਕਦੀ ਹੈ? ਕੀ ਕੰਟਰੀ ਦੀ ਇਕਨੋਮੀ ਨਹੀਂ ਹਿੱਲੂਗੀ ਜਾਂ ਕੰਟਰੀ ਬੈਂਕਰਪਸੀ ਦੇ ਕਿਨਾਰੇ ਨਹੀਂ ਜਾਊਗੀ? ਇਹਦਾ ਮੈਨੂੰ ਜਵਾਬ ਚਾਹੀਦਾ ਸੀ। ਧੰਨਵਾਦ ਬਹੁਤ ਬਹੁਤ ਜੀ। ਮਿਹਰਬਾਨੀ ਦਮਨ ਜੀ, ਬਹੁਤ ਬਹੁਤ ਧੰਨਵਾਦ। ਦੇਖੋ MSP ਦੇਣਾ ਕੋਈ ਵੱਡੀ ਮੁਸ਼ਕਿਲ ਨਹੀਂ ਆ, ਕਿਉਂਕਿ ਇਹ ਕਿਸਾਨ ਦੇ ਹਕੂਕ ਦੀ ਲੁੱਟ ਹੈ। ਇਹ ਭਾਵੇਂ ਅੰਡਾਨੀ ਲੁੱਟਣ ਦੀ ਫਿਰਾਕ ਦੇ ਵਿੱਚ ਆ, ਤੇ ਭਾਵੇਂ ਛੋਟਾ ਜਿਹੜਾ ਅਨਿਲ ਕੁਮਾਰ ਜਾਂ ਅਮਰਤ ਸਿੰਘ ਜਾਂ ਅਹਿਮਦ ਖਾਨ ਦੇ ਰੂਪ ਦੇ ਵਿੱਚ ਕੋਈ ਵਪਾਰੀ ਲੁੱਟ ਰਿਹਾ। MSP ਸਰਕਾਰਾਂ ਤੈਅ ਕਰਦੀਆਂ ਨੇ, ਪਰ ਕੀ ਮਾਰਕੀਟ ਦੇ ਵਿੱਚ ਕਪਾਹ ਤੁਹਾਨੂੰ ਕਦੇ MSP ਰੇਟ ਤੋਂ ਘੱਟ ਮਿਲੀ ਹੈ? ਕੀ ਕਦੇ ਮੱਕੀ MSP ਰੇਟ ਤੋਂ ਘੱਟ ਮਿਲੀ ਹੈ? ਕੀ ਕਹਿਣਾ ਕਿਤੇ ਥੋੜ੍ਹੇ ਸਮੇਂ ਦੇ ਰੇਟ ਘੱਟ ਮਿਲੇ? ਖਾਸ ਕਰਕੇ ਆਟਾ ਅਤੇ ਚੌਲ ਕਿਤੇ ਮੈਨੂੰ ਦੱਸ ਦਿਓ ਕਿ 20 ਰੁਪਏ ਤੋਂ 20 ਰੁਪਏ ਉਹਦਾ ਰੇਟ ਹੈ, ਬਾਕੀ ਕਟਾਈ ਦਾ ਪਿਸਾਈ ਦਾ ਖਰਚਾ ਪਾ ਕੇ ਜੇ ਆਟੇ ਦੀ ਗੱਲ ਕਰੀਏ 20 ਰੁਪਏ 19 ਰੁਪਏ ਰੇਟ, 3 ਰੁਪਏ ਪਿਸਾਈ। ਬਾਈ ਕਿਤੇ 25 ਰੁਪਏ ਤੋਂ ਘੱਟ ਪੂਰੇ ਇੰਡੀਆ 'ਚ ਤੁਹਾਨੂੰ ਆਟਾ ਮਿਲਦਾ, ਮਾੜੇ ਤੋਂ ਮਾੜਾ ਵੀ। ਜੇ ਨਹੀਂ ਮਿਲਦਾ ਤਾਂ ਫਿਰ ਉਹ ਪ੍ਰੋਫਿਟ ਕੌਣ ਲਿਜਾਂਦਾ ਹੈ? MSP ਦੀ ਜਿਹੜੀ ਗੇਮ ਹੈ UP 'ਚ, ਮੈਂ ਤੁਹਾਨੂੰ ਦੱਸਾਂ ਜਿੱਥੇ ਸਾਡਾ ਆਪਣਾ ਖੇਤ ਹੈ, ਉਹ ਜਿਹੜੇ ਲੋਕ ਖੇਤੀ ਕਰਦੇ ਨੇ ਉਹ ਦੱਸਦੇ ਨੇ ਕਿ ਪਿਛਲੀ ਸਾਲ 1500 ਨੂੰ ਵੇਚਿਆ, 400 ਰੁਪਈਆ ਪੱਲਿਓਂ ਜੇਬ 'ਚੋਂ ਵਾਪਸ ਕੀਤਾ ਆੜ੍ਹਤੀਏ ਨੂੰ ਅਤੇ ਖਰੀਦ ਅਧਿਕਾਰੀਆਂ ਨੂੰ। ਇਸ ਵਾਰੀ 1100 ਨੂੰ ਵੇਚਿਆ, ਜਿਹੜਾ ਉੱਪਰਲਾ MSP ਦਾ 700 ਰੁਪਈਆ ਸੀ ਬੈਂਕ 'ਚ ਸਾਡੇ ਆਇਆ, ਪਰ ਸਾਨੂੰ ਉਹਨਾਂ ਨੂੰ ਮੋੜਨਾ ਪਿਆ ਕਿਉਂਕਿ ਉੱਪਰਲੀ MSP ਦਾ ਪੈਸਾ ਉਹ ਖਾਂਦੇ ਨੇ। ਇਹ ਗੇਮ ਚੱਲਦੀ ਹੈ। ਅਤੇ ਫਿਰ ਕੀ ਸਰਕਾਰ ਦੀਆਂ ਅੱਖਾਂ ਫੁੱਟੀਆਂ ਨੇ? ਉਹ ਵੇਖਦੀ ਨਹੀਂ। ਜਦੋਂ ਤੁਸੀਂ MSP ਤੈਅ ਕਰਦੇ ਹੋ, ਤੁਸੀਂ ਕਿਸੇ ਦਾ ਬਣਦਾ ਅਧਿਕਾਰ ਸੀ, ਭਾਵੇਂ ਉਹ ਰਾਮ ਮੰਦਰ ਦਾ ਸੀ, ਉਹ ਦਵਾਇਆ ਕਿ ਰਾਮ ਮੰਦਰ ਹਿੰਦੂਆਂ ਦਾ ਮਿਲਣਾ ਚਾਹੀਦਾ, ਅਤੇ ਤੁਸੀਂ 3 ਤਲਾਕ ਸੀ, ਮੁਸਲਮਾਨਾਂ ਦਾ ਔਰਤਾਂ ਦਾ ਹੱਕ ਸੀ, ਉਹਨਾਂ ਨੂੰ ਦਵਾਇਆ। ਕੀ ਸਰਕਾਰ ਦੀ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਸੰਵਿਧਾਨਕ ਪਰੰਪਰਾ ਨੂੰ ਕਾਇਮ ਰੱਖੇ? ਅਤੇ ਫਿਰ MSP ਤੁਸੀਂ ਤੈਅ ਕਰਦੇ ਹੋ ਅਤੇ ਦਵਾਊਗਾ ਕੌਣ? ਇਮਰਾਨ ਖਾਨ ਦਵਾਊਗਾ ਜਾਂ ਜਸਟਿਨ ਟਰੂਡੋ ਦਵਾਊਗਾ? ਉਹ ਕੌਣ ਦਵਾਊਗਾ? ਕਿਉਂਕਿ ਉਹ ਕਾਨੂੰਨ ਦੀ ਪਾਲਣਾ ਕਰਨ ਦੇ ਵਾਸਤੇ ਹੀ ਤੁਹਾਨੂੰ ਚੌਕੀਦਾਰ ਜਾਂ PM CM ਦੇ ਤੌਰ 'ਤੇ ਬਿਠਾਇਆ ਗਿਆ। ਆਪ ਦਾ ਸਵਾਗਤ ਸਰ ਆਸਟ੍ਰੇਲੀਆ ਵਾਲਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ? ਵਧੀਆ ਜੀ, ਕੌਣ ਬੋਲ ਰਹੇ ਹੋ ਬਾਈ ਜੀ? ਮੈਂ ਕੁਲਜਿੰਦਰ ਬਲਗਣ ਬੋਲਦਾ ਜੀ, ਕਰਾਚੀ ਤੋਂ। ਹਾਂ, ਬਲਗਣ ਸਾਹਿਬ ਸਮਰਾਲੇ ਵਾਲੇ ਸਿਡਨੀ ਤੋਂ, ਸਵਾਗਤ। ਸਰ ਮੈਂ ਹੀ MSP ਦੀ ਗੱਲ ਕਰ ਰਿਹਾ ਸੀਗਾ, ਜਿਵੇਂ ਹੁਣ ਦਮਨਜੀਤ ਨੇ ਕਿਹਾ ਨਾ ਹੁਣੇ ਵੀ MSP ਦੇਣੀ ਬਹੁਤ ਮੁਸ਼ਕਿਲ ਆ। ਤੁਸੀਂ ਇੱਕ ਕਾਮਨ ਸੈਂਸ ਵਾਲੀ ਗੱਲ ਦੇਖੋ ਵੀ MSP ਦੇ ਉੱਤੇ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਤੇ ਕੋਈ ਫਸਲ ਖਰੀਦਣੀ ਹੈ ਨਾ, ਹੁਣ ਐਂਡ ਆਫ ਦਾ ਡੇ ਉਹ ਕੰਜ਼ੂਮਰ ਨੇ ਲੈਣੀ ਹੈ ਤੁਹਾਤੋਂ, ਹੈ ਨਾ। ਜੇ ਆਪਾਂ ਦੁਕਾਨਦਾਰ ਇਹ ਸੋਚ ਲਵੇ ਸਰਕਾਰ ਸਾਰੀ ਆਪਣੇ ਦੇਸ਼ ਦੀ ਫਸਲ ਖਰੀਦ ਲਵੇ, ਠੀਕ ਹੈ ਜੀ, ਹੁਣ ਉਹ ਵੇਚਣੀ ਵੀ ਹੈਗੀ ਉਹ ਆ। ਹੁਣ ਕੱਲ੍ਹ ਨੂੰ ਕਿਸੇ ਨੇ ਲੈਣੀ ਵੀ ਆ, ਕੋਈ ਫੂਡ ਪ੍ਰੋਸੈਸਰ ਨੇ ਲੈਣੀ ਆ, ਕੰਜ਼ਿਊਮਰ ਨੇ ਲੈਣੀ ਆ, ਉਹ ਚੀਜ਼ ਤਾਂ ਵੇਚ ਦੇਣੀ ਉਹਨੇ ਜਦੀ, ਉਹਨੇ ਤਾਂ ਪ੍ਰੋਫਿਟ ਕੱਟਣਾ ਗੌਰਮੈਂਟ ਦੀ ਜਗ੍ਹਾ ਤੇ। ਇਹ ਪਤਾ ਨਹੀਂ ਲੋਕ ਕਾਮਨ ਸੈਂਸ ਇਹਦਾ ਕੁਝ ਥਿਊਰੀ ਆ ਬਾਏ ਐਂਡ ਸੈਲਿੰਗ ਦੀ, ਹੈ ਨਾ। ਇਹ ਤਾਂ ਕਹਿਣ ਦੀਆਂ ਗੱਲਾਂ ਨੇ, ਕਰ ਸਕਦੇ ਨੇ ਸਾਰਾ ਕੁਛ ਇਹ, ਪਰ ਨੀਤ ਨਹੀਂ ਹੈਗੀ ਇਹਨਾਂ ਦੀ। ਨੀਤ ਨਹੀਂ ਬਾਕੀ ਜੋ ਚਿੱਠੀ ਪਹਿਲਾਂ ਵੀ ਗੱਲ ਕਰੀ ਸੀ, ਦੇਖੋ ਕਿਸਾਨ ਆਗੂਆਂ ਇਹੀ ਸੁਣਨੀ ਚਾਹੀਦੀ ਹੈ ਇੱਥੇ, ਉਹਨਾਂ ਨੂੰ ਮੂਵ ਕਰਨਾ, ਅੰਦੋਲਨ ਕਿਵੇਂ ਮੂਵ ਕਰਨਾ, ਉਹਨਾਂ ਦੀ ਸਟ੍ਰੈਟਜੀ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਆਪਾਂ ਸਟੇਟ ਨਾਲ ਤੁਸੀਂ ਬਹੁਤ ਵਾਰ ਕਿਹਾ, ਹੁਣ ਵੀ ਕਹਿੰਦੇ ਹੋ ਵੀ ਨਹੀਂ ਲੜ ਸਕਦਾ, ਕੋਈ ਵੀ ਨਹੀਂ ਲੜ ਸਕਦਾ, ਜਗ੍ਹਾ ਦੇ ਉਹ ਤਾਂ ਵਾਇਲੈਂਟ ਹੋ ਜਾਣਾ। ਜੇ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਕੱਲ ਨੂੰ ਕੀ ਕਹਾਂਗੇ, ਹੈ ਨਾ। ਤੇ ਜਸਟ ਅਨਦਰ ਵੇ ਟੂ ਲਾਈਕ ਡੈਮੇਜ ਦਾ ਹੋਲ ਲਾਈਕ ਆਪਣਾ ਜਿਹੜਾ ਵੀ ਹੈਗਾ ਮੋਰਚਾ, ਹੈ ਨਾ। ਇਸ ਲਈ ਬੈਟਰ ਆ ਵੀ ਜਿਵੇਂ ਉਹ ਕਹਿੰਦੇ ਨੇ ਉਹਨਾਂ ਦੀ ਆਪਣੀ ਉਹਨਾਂ ਦੇ ਹਿਸਾਬ ਨਾਲ ਚੱਲੋ, ਤੇ ਕੋਈ ਹੀ ਟਰੈਕਟਰਾਂ ਨੂੰ ਟੈਂਕ ਬਣਾਉਣ ਦੀ ਲੋੜ ਨਹੀਂ, ਕੋਈ ਟੋਪਾ ਲਾਉਣ ਦੀ ਲੋੜ ਨਹੀਂ ਹੈਗੀ। ਤੇ ਆਪਣਾ ਸੰਵਿਧਾਨੀ ਹੱਕ ਆ, ਆਪਾਂ ਉਹਨੂੰ ਫੋਲੋ ਕਰਾਂਗੇ, ਉਹਨੂੰ ਆਪਾਂ ਹੰਡਾਵਾਂਗੇ। ਧੰਨਵਾਦ ਬੜਾ ਸਰ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਥੈਂਕ ਯੂ। ਬਿਲਕੁਲ, ਦੇਖੋ ਅਸੀਂ ਟਰੈਕਟਰਾਂ 'ਤੇ ਜਾਲ ਪਾ ਕੇ ਉਹਨਾਂ ਨੂੰ ਬਖਤਰਬੰਦ ਕਰਕੇ ਵੀ ਸਰਕਾਰਾਂ ਨਾਲ ਨਹੀਂ ਲੜ ਸਕਦੇ। ਇਹ ਠੀਕ ਹੈ, ਸਾਡਾ ਵਹਿਮ ਹੈ, ਹਿਫਾਜ਼ਤ ਕਰਨੀ ਸਾਡਾ ਸੁਭਾਅ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ।
ਪਰ ਬਹੁਤ ਮੁਸ਼ਕਿਲ ਹੁੰਦਾ ਸਰਕਾਰਾਂ ਦੇ ਨਾਲ ਇਸ ਤਰ੍ਹਾਂ ਤਿਆਰੀ ਕਰਕੇ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ। ਇਹਦੇ ਨਾਲ ਇਹ ਜਿਹੜਾ ਗੋਦੀ ਮੀਡੀਆ ਨਾ, ਉਹਨੂੰ ਇਹ ਬਣਾ ਮਿਲ ਜਾਏਗੀ, ਉਹਨੂੰ ਇਹ ਬਹਾਨਾ ਮਿਲ ਜਾਏਗਾ ਕਿ ਦੇਖੋ ਜੀ ਇਹ ਮਨਸੂਬਾ ਬਣਾ ਕੇ ਆਏ ਨੇ। ਮੈਂ ਪਹਿਲਾਂ ਵੀ ਆਖਿਆ ਸੀ ਕਿ ਪੁਲਿਸ ਕਹਾਣੀਆਂ ਦੇ ਵਿੱਚ ਤਾਂ 4 ਬੰਦੇ ਬੈਠੇ, ਭਾਵੇਂ ਕਿਸੇ ਦੇ ਮਰਗਤ 'ਤੇ ਭੋਗ 'ਤੇ ਬੈਠੇ ਹੋਣ, ਉੱਥੇ ਵੀ ਕਹਾਣੀ ਬਣ ਜਾਂਦੀ ਆ ਕਿ ਇਹ ਲੁੱਟ ਦੀ ਯੋਜਨਾ ਬਣਾ ਰਹੇ ਸੀਗੇ। ਪੁਲਿਸ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਕਿ ਲੁੱਟ ਦੀ ਯੋਜਨਾ ਬਣਾ ਰਹੇ ਸੀ? ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਸੱਜਣਾਂ ਨੇ ਇਹ ਬੈਰੀਕੇਡ ਬਣਾਏ ਨੇ, ਬਾਕੀ ਅਸੀਂ ਪੰਜਾਬੀ, ਸਾਡੀ ਫਿਤਰਤ ਹੈ ਕਿ ਅਸੀਂ ਸਿਕੰਦਰ ਆਜ਼ਮ ਦੇ ਵਕਤ ਤੋਂ ਪੋਰਸ ਦੇ ਰੂਪ ਦੇ ਵਿੱਚ ਤਲਵਾਰ ਦੀਆਂ ਧਾਰਾਂ 'ਤੇ ਨੱਚਦੇ ਆਏ ਹਾਂ, ਅਤੇ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਬੈਰੀਕੇਡ ਜੇ ਇਹਨਾਂ ਟਰੈਕਟਰਾਂ ਦੇ ਆਲੇ ਦੁਆਲੇ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਕਿਤੇ ਨਾ ਕਿਤੇ ਦੁਸ਼ਮਣ ਸਾਡੀ ਕਮਜ਼ੋਰੀ ਸਮਝੇਗਾ ਇਸ ਨੂੰ, ਜਾਂ ਸਾਡੀ ਸਾਜ਼ਿਸ਼ ਸਮਝੇਗਾ ਇਸ ਨੂੰ। ਅਸੀਂ ਜੇ 1.25 ਲੱਖ ਨਾਲ ਇੱਕ ਲੜ ਸਕਦਾ ਹੈ, ਹਰ ਕੋਈ ਲੜ ਲੈਂਦਾ, ਇੱਦਾਂ ਦੀ ਗੱਲ ਨਹੀਂ। ਹੁਣ ਕਸਾਬ ਸੀਗਾ, ਉਹ ਤਾਂ 125 ਕਰੋੜ ਭਾਰਤੀਆਂ ਨਾਲ ਲੜਨ ਨੂੰ ਆ ਗਿਆ ਸੀ। ਜਿਹੜੇ ਲੇਟੇ ਸੀਗੇ, ਉਹਨਾਂ ਨੇ ਜਦੋਂ ਰਾਜੀਵ ਗਾਂਧੀ 'ਤੇ ਹਮਲਾ ਕੀਤਾ, ਕਿੰਨੇ ਕੁ ਲੋਕ ਸੀਗੇ? ਮੁੱਠੀ ਭਰ ਲੋਕ ਸੀਗੇ। ਸੋ ਜਦੋਂ ਕਿਸੇ ਨੇ ਧਾਰ ਲਿਆ, ਉਦੋਂ ਭਾਵੇਂ 1.25 ਲੱਖ ਹੈ, ਭਾਵੇਂ 1.25 ਕਰੋੜ ਹੈ, ਭਾਵੇਂ 1.25 ਅਰਬ ਹੈ। ਜਦੋਂ ਇੱਕ ਵਿਅਕਤੀ ਨੇ ਮਨ 'ਚ ਧਾਰ ਲਈ ਕਿ ਮੈਂ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਾ, ਭਾਵੇਂ ਜਾਨ ਚਲੀ ਜਾਵੇ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ੈ ਹੁੰਦਾ ਹੈ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਪਰ ਉਸ ਦੌਰਾਨ ਤੁਸੀਂ ਜੇ ਕਹਿੰਦੇ ਹੋ ਕਿ ਮੈਂ ਸਿਰ 'ਤੇ ਮਡਾਸਾ ਮਾਰ ਲਾਂ, ਮੇਰਾ ਸਿਰ ਨਾ ਫਟੇ, ਮੈਂ ਟਰੈਕਟਰ ਦੇ ਉੱਤੇ ਜਾਲੀ ਲਾ ਲਵਾਂ ਅਤੇ ਮੇਰੇ ਡੰਡਾ ਨਾ ਪਵੇ, ਇਹ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਕਿਉਂਕਿ ਤੁਹਾਡੀ ਇਸ 2-4 ਟਰੈਕਟਰਾਂ ਨਾਲ ਜੇ ਤੁਸੀਂ ਜਾਲੀ ਲਾ ਲਓਗੇ, ਕੀ ਫਰਕ ਪੈ ਜਾਏਗਾ? ਹੋਰ ਬੜੇ ਸਾਧਨ ਨੇ ਉਹਨਾਂ ਦੇ ਕੋਲ, ਪਰ ਅਸੀਂ ਉਹਨਾਂ ਦੇ ਸਾਧਨਾਂ ਦੇ ਨਾਲ ਹੀ, ਉਹਨਾਂ ਦੇ ਹਥਿਆਰਾਂ ਨਾਲ ਹੀ ਉਹਨਾਂ ਨੂੰ ਜਵਾਬ ਦੇਣਾ, ਇਹ ਕਰਨ ਦੀ ਜ਼ਰੂਰਤ ਹੈ। ਠੀਕ ਹੈ, ਕੁਛ ਲੋਕਾਂ ਨੇ ਬਣਾ ਲਏ, ਕੁਛ ਲੋਕ ਕਹਿੰਦੇ ਸਾਡਾ ਟਰੈਕਟਰ 200 ਹਾਰਸ ਪਾਵਰ ਦਾ, ਉਹ ਜਿਹੜੇ 71-72 ਵਾਲੇ ਮੁੰਡੇ ਆ, ਅਸੀਂ ਤਾਂ ਪਾਰਲੀਮੈਂਟ ਤੱਕ ਚੜ੍ਹਾਈ ਕਰ ਦਾਂਗੇ। ਇਹ ਗੱਲਾਂ ਫੁਕਰੀਆਂ ਨੇ ਵੀਰੋ। ਇਹਦੇ ਨਾਲ ਅੰਦੋਲਨ ਨੂੰ ਨੁਕਸਾਨ ਪੁੱਜੇਗਾ ਅਤੇ ਅਗਲਿਆਂ ਨੇ ਕਰ ਦੇਣਾ। ਸਟੇਟ ਦੇ ਨਾਲ ਤੁਸੀਂ ਇਸ ਤਰ੍ਹਾਂ ਨਹੀਂ ਲੜ ਸਕਦੇ। ਜੇ ਅਸੀਂ ਬੈਰੀਕੇਡ ਤੋੜ ਕੇ ਦਿੱਲੀ ਤੱਕ ਗਏ ਹਾਂ ਨਾ, ਤਾਂ ਇਹਦਾ ਸੱਚ ਇਹ ਹੈ ਕਿ ਹਰਿਆਣਾ ਪੁਲਿਸ ਨੇ ਵੀ ਸਾਡੇ ਨਾਲ ਹਮਦਰਦੀ ਰੱਖੀ ਹੈ। ਹੁਣ ਮਾਫ਼ ਕਰਨਾ, ਮੇਰੀ ਗੱਲ ਕਈਆਂ ਨੂੰ ਬੁਰੀ ਲੱਗਣੀ ਹੈ ਕਿ ਦੀਪ ਸਿੱਧੂ ਕਹਿੰਦਾ ਜਿਹੜੇ ਟਰੈਕਟਰ 'ਤੇ ਮੈਂ ਚੜ੍ਹਿਆ, ਉਹ ਟਰੈਕਟਰ 'ਤੇ ਮੈਂ 18-20 ਕਿਲੋਮੀਟਰ ਦੂਰ ਜਾ ਕੇ ਵੇਖਿਆ ਕਿ ਉੱਥੇ ਸੰਤ ਜਰਨੈਲ ਸਿੰਘ ਹੋਰਾਂ ਦੀ, ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਉਹ ਟਰੈਕਟਰ ਮੋਰਚੇ ਤੋੜਦਾ ਗਿਆ। ਵੀਰੋ, ਇੱਦਾਂ ਫੋਟੋਆਂ ਨਾਲ ਮੋਰਚੇ ਨਹੀਂ ਟੁੱਟਦੇ। ਸੰਤਾਂ ਨੇ ਵੀ ਲੜਾਈ ਲੜੀ ਹੈ, ਸ਼ਹਾਦਤ ਉਹਨਾਂ ਦੀ ਹੋਈ ਹੈ। ਇਹ ਚੀਜ਼ਾਂ ਇੱਦਾਂ ਨਹੀਂ ਹੁੰਦੀਆਂ। ਇਹ ਕਰਾਮਾਤ ਦਿਖਾਉਣਾ ਸਿੱਖੀ ਦਾ ਕੰਸੈਪਟ ਨਹੀਂ ਹੈ। ਸਿੱਖੀ ਦਾ ਕੰਸੈਪਟ ਹੈ ਕਰਾਮਾਤ। ਜੇ ਸਿਰਫ ਉਹ ਫੋਟੋ ਲੱਗਣ ਨਾਲ ਹੀ ਮੋਰਚੇ ਟੁੱਟਦੇ ਹੋਣ ਤਾਂ ਫਿਰ ਤਾਂ ਸਾਨੂੰ ਇਹ ਚੀਜ਼ਾਂ ਕਰਨ ਦੀ ਜ਼ਰੂਰਤ ਹੀ ਨਹੀਂ। ਇਹ ਇੱਕ ਅਜੀਬ ਤਰ੍ਹਾਂ ਦਾ ਪੇਸ਼ਕਾਰੀ ਜੀ ਦੀਪ ਸਿੱਧੂ ਵਰਗੇ ਲੋਕ ਕਰ ਰਹੇ ਨੇ। ਇਹਨਾਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਆਪ ਦਾ ਸਵਾਗਤ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਵਾਗਤ ਹੈ ਤੁਹਾਡਾ। ਹੋਰ ਸਭ ਠੀਕ ਹੈ ਜੀ? ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਇਹ ਇੱਕ ਬੰਦੇ ਆਏ ਹੋਏ ਨੇ ਇੱਥੇ ਜੀ ਸਰ ਨੇ, ਜਿਹੜੇ ਮੁੱਦੇ ਨਾਲੋਂ ਤੋੜ ਕੇ ਆਪਦੇ ਨਾਲ ਜੋੜਦੇ ਨੇ ਵੀ ਜਿਹੜੀਆਂ ਅਗਲੀਆਂ ਇਲੈਕਸ਼ਨ ਆਉਣਗੀਆਂ ਉਦੋਂ ਆਪਦਾ ਰੇਟ ਪਵਾ ਲਾਂਗੇ ਜੀ। ਤੇ ਮਤਲਬ ਵੀ ਆਪਣੇ ਆਪ ਨੂੰ ਇਹਨਾਂ ਬੰਦਿਆਂ ਦੇ ਹੱਥੋਂ ਵਿਕਣ ਤੋਂ ਬਚਾਓ, ਮੁੱਦੇ ਨਾਲ ਜੁੜੇ ਰਹੋ। ਬਿਲਕੁਲ। ਦੇਖੋ ਦੀਪ, ਤੁਹਾਡੀ ਗੱਲ, ਸੌਰੀ ਬਲਵਿੰਦਰ, ਤੁਹਾਡੀ ਗੱਲ ਬਚਾ ਲਿਆ। ਜਿਹੜਾ ਸ਼ੰਭੂ ਮੋਰਚਾ ਲੱਗਿਆ, ਸ਼ੰਭੂ ਮੋਰਚੇ ਦੀ ਜਿਹੜੀ ਸਾਰੀ ਸਟੇਜ ਸੀ, ਉਹ ਬਾਈ ਜੀ ਸਾਡੇ ਆਪਣੇ ਪਟਿਆਲੇ ਤੋਂ ਹੀ ਨੇ, ਉਹਨਾਂ ਕੋਲ ਸੀਗੀ। ਉਹ ਪੰਥਕ ਧਿਰਾਂ ਦੇ ਨਾਲ ਜੁੜੇ ਨੇ, ਭਾਈ ਰਣਜੀਤ ਸਿੰਘ ਹੋਰਾਂ ਨਾਲ, ਜਿਹੜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜ ਰਹੇ ਨੇ। ਸੁਖਦੇਵ ਸਿੰਘ ਢੀਂਡਸਾ ਡੈਮੋਕ੍ਰੈਟਿਕ ਦਲ ਵਾਲੇ ਉੱਥੇ ਆਏ, ਉਹਨਾਂ ਦਾ ਆਪਣਾ ਮੰਤਵ ਹੈ। ਸੁਖਪਾਲ ਖਹਿਰੇ ਦਾ ਆਪਣਾ ਮੰਤਵ ਹੈ। ਇਹ ਪੋਲੀਟੀਕਲ ਲੋਕਾਂ ਨੂੰ ਇੱਕ ਸਟੇਜ ਮਿਲ ਗਈ ਸੀ ਇਸ ਮੋਰਚੇ ਦੇ ਵਿੱਚ, ਸ਼ੰਭੂ ਮੋਰਚੇ ਦੇ ਵਿੱਚ, ਦੀਪ ਸਿੱਧੂ ਵਾਲੇ 'ਚ। ਦੂਜੇ ਬੰਨੇ ਕਿਸਾਨ ਜਥੇਬੰਦੀਆਂ, ਕਿਸੇ ਵੀ ਪੋਲੀਟੀਕਲ ਲੀਡਰ ਤੱਕ ਹੀ ਉਹਨਾਂ ਨੇ ਮੂਸੇਵਾਲਾ ਜਾਂ ਗਾਇਕ ਵੀ ਨਹੀਂ ਚੜ੍ਹਨ ਦਿੱਤੇ ਸੀਗੇ। ਸੋ ਇਸ ਕਰਕੇ ਇਸ ਅੰਦੋਲਨ ਨੂੰ ਹਰ ਬੰਦਾ ਆਪਣੇ ਹਿਸਾਬ ਨਾਲ ਹਾਈਜੈਕ ਕਰਨ ਦੇ ਜੁਗਾੜ 'ਚ ਹੈ। ਖੱਬੇ ਪੱਖੀ ਵੀ, ਖਾਲਿਸਤਾਨੀ ਪੱਖੀ ਵੀ, ਅਤੇ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਵੀ ਜੀ। ਇਹਨਾਂ ਦਾ ਪੋਲੀਟੀਕਲ ਲੀਡਰਾਂ ਦਾ ਦੇਖ ਲਓ, ਜਿਹੜੇ ਕਿਸਾਨ ਮਰੇ ਨੇ ਜੀ, ਮਤਲਬ ਕਿਸਾਨ ਨੂੰ ਮਰਨ ਵੀ ਕਿਸਾਨ ਹੋ ਕੇ ਨਹੀਂ ਦਿੰਦੇ ਹੈਗੇ ਜੀ। ਜਿਉਣ ਤਾਂ ਕਿਸਾਨ ਹੋ ਕੇ ਕੀ ਦੇਣਗੇ ਜੀ? ਕੋਈ ਕਹਿੰਦਾ ਅਕਾਲੀ ਹੈ, ਕੋਈ ਕਾਂਗਰਸ ਹੈ, ਵੀ ਪਹਿਲਾਂ ਕਿਸਾਨ ਹੈ ਜੀ। ਉਹ ਪਹਿਲਾਂ ਉਹਦਾ ਕਿੱਤਾ ਹੈ, ਬੰਦਾ ਜਿਹੜਾ ਕੰਮ ਕਰ ਰਿਹਾ, ਉਹਨੂੰ ਕਿੱਤੇ ਨੂੰ ਵੀ ਕਹਿੰਦੇ ਨੇ ਅਕਾਲੀ ਹੈ। ਵੀ ਕਿੱਤਾ ਤਾਂ ਰਹਿਣ ਦੇ ਦਿਓ। ਕੋਈ ਕਹਿੰਦਾ ਕਾਂਗਰਸੀ ਹੈ ਜੀ ਇਹ।
ਮਤਲਬ ਵੀ ਬਾਕੀ ਗੱਲ ਰਹੀ ਜੀ ਜਿਹੜੀ ਸਟ੍ਰੈਟਜੀ ਹੈ ਗਵਰਨਮੈਂਟ ਦੀ ਵੀ ਜੋ ਲੱਗ ਰਿਹਾ, ਜੋ ਮਤਲਬ ਵੀ ਬੁੱਧੀਜੀਵੀ ਲੋਕ ਨੇ ਜਿਹੜੇ ਮਹਿਸੂਸ ਕਰ ਰਹੇ ਨੇ ਇਸ ਟਾਈਮ ਜੀ, ਚਲੋ ਮਾੜਾ ਮੋਟਾ ਆਪਾਂ ਵੀ ਸੁਣ ਲਾਂਗੇ ਉਹਨਾਂ ਤੋਂ ਜੀ। ਸਰਕਾਰ ਦਾ ਇਸ ਟਾਈਮ ਇਹ ਪਲਾਨ ਹੈ ਜੀ ਵੀ ਜਦ ਇਹ ਆਉਣਗੇ ਇਹਨਾਂ ਦੇ 5-10 ਬੰਦੇ ਭੜਕਾਈਏ, ਠੀਕ ਹੈ ਜੀ, ਵੀ ਉਹਨਾਂ ਤੇ ਹਮਲਾ ਕਰੀਏ, ਮਤਲਬ ਜਾਨਲੇਵਾ ਹਮਲਾ ਜੀ। ਆਪਣੇ 8-10 ਬੰਦੇ ਮਾਰਤੇ ਜਾਂਦੀ ਇੰਨੇ ਚ ਆਪਣੇ ਲੋਕਾਂ ਨੂੰ ਭੜਕਣ ਦੀ ਚਿੰਗਾਰੀ ਵਾਧੂ ਹੈ ਜੀ। ਤੇ ਉਸ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਹਫੜਾ ਦਫੜੀ ਹੋਊਗੀ, ਆਪਣੇ ਵੀ ਲੋਕ ਉਹਨਾਂ ਦੇ ਬਰਾਬਰ ਦਾ ਹਮਲਾ ਕਰਨਗੇ ਜੀ। ਮਤਲਬ ਜੋ ਆਪਣਾ ਮੁੱਦਾ ਹੈ ਉਹ ਪਿੱਛੇ ਰਹਿ ਜੂਗਾ, ਮਾਰ ਮਰਾਈਏ ਤੇ ਲੱਗ ਜਾਂਗੇ ਜੀ। ਤੇ ਸਰਕਾਰ ਨੇ ਕੰਮ ਕਰਨਾ ਹੀ ਕਰਨਾ ਜੀ। ਜਦ ਇਸ ਵਾਰੀ ਹੋ ਗਏ, ਇਹ ਨਹੀਂ ਹੈਗੇ ਵੀ ਸੰਗਲ ਪਾ ਕੇ ਉਧਰ ਸਮਾਨ ਪੈ ਸੰਗਲ ਪਾ ਕੇ ਖਿੱਚ ਲਓ, ਪੂਰੀ ਸਟ੍ਰੈਟਜੀ ਇਹ ਤਿਆਰ ਹੈ। 5-7 ਬੰਦੇ ਜੇ ਮਾਰਤੇ ਜੀ ਉਹਨਾਂ ਨੇ ਆਪਣੇ, 2-4 ਨੂੰ ਸਸਪੈਂਡ ਕਰ ਦੇਣਗੇ, 2-4 ਨੂੰ ਟਰਮੀਨੇਟ ਕਰ ਦੇਣਗੇ, 2-4 ਤੇ ਕੇਸ ਹੋ ਜਾਣਗੇ ਜੀ ਉਹਨਾਂ ਦੇ ਆਰਮੀ ਵਾਲਿਆਂ ਤੇ ਜੀ ਜਾਂ ਪੁਲਿਸ ਤੇ, ਜੋ ਵੀ ਲਾਉਂਦੇ ਨੇ ਜੀ ਉਹ। ਪਰ ਆਪਣਾ ਉਸ ਤੋਂ ਬਾਅਦ ਆਪਣੇ ਲੋਕਾਂ ਕੋਲ ਇੰਨਾ ਪੇਸ਼ੈਂਸ ਨਹੀਂ ਹੈਗਾ ਵੀ 10 ਲਾਸ਼ਾਂ ਉੱਤੇ ਧਰ ਕੇ ਐਂ ਬੈਠੇ ਰਹਿਣਗੇ। ਵੀ ਇਹ ਲੋਕਾਂ ਦੇ ਜਵਾਕ ਮਰਾਉਣ ਵਾਲੀਆਂ ਗੱਲਾਂ ਕਰਦੇ ਨੇ ਜੀ, ਕੋਈ ਫਾਇਦਾ ਨਹੀਂ ਹੈਗਾ। ਪਹਿਲਾਂ ਵੀ ਇਹ ਲੋਕਾਂ ਨੇ ਗੁੰਡਾਗਰਦੀਆਂ ਹੀ ਕਰੀਆਂ ਨੇ, ਲੋਕਾਂ ਦੇ ਜਵਾਕ ਮਰਵਾ ਕੇ ਆਪ ਅੱਜ ਕਿੱਥੇ ਖੜੇ ਨੇ। 10-10 ਕਿੱਲੇ ਜ਼ਮੀਨ ਦੇ ਸੀ ਜੀ ਇਹਨਾਂ ਕੋਲ, ਇਹਨਾਂ ਦੀਆਂ ਕੋਠੀਆਂ ਜਾ ਕੇ ਦੇਖੋ ਜੇ ਤਾਂ ਬੰਕਰ ਬਣੇ ਪਏ ਨੇ। 10 ਕਿੱਲਿਆਂ ਵਾਲਾ ਬੰਦਾ ਕਿੱਥੇ ਬੰਕਰ ਬਣਾ ਲੂਗਾ ਜੀ? 10 ਕਿੱਲਿਆਂ ਵਾਲਾ ਬੰਦਾ ਕਿੱਥੋਂ ਫਾਰਚੂਨਰ ਗੱਡੀਆਂ 'ਚ ਘੁੰਮ ਲੂਗਾ? ਇਹਨਾਂ ਨੇ ਪਹਿਲਾਂ ਵੀ ਮਾਂ ਦੀ ਪੁੱਤ ਮਰਵਾਏ ਨੇ, ਹੁਣ ਵੀ ਮਰਵਾਉਣਗੇ। ਵੀ ਲੋਕਾਂ ਨੂੰ ਇਹ ਚੀਜ਼, ਇਹ ਬੰਦਿਆਂ ਦੇ ਮਗਰ ਲਾ ਕੇ ਕਮੈਂਟਬਾਜ਼ੀ ਵੀ ਨਹੀਂ ਕਰਨੀ ਚਾਹੀਦੀ। ਤੁਹਾਡਾ ਕਮੈਂਟ ਕਿਸੇ ਦੀ ਜਾਨ ਲੈ ਲੂਗਾ ਜੀ। ਧੰਨਵਾਦ ਜੀ। ਮਿਹਰਬਾਨੀ ਬਲਵਿੰਦਰ ਜੀ, ਧੰਨਵਾਦ। ਕਿਉਂਕਿ ਕਿਸੇ ਵੀ ਅੰਦੋਲਨ ਦੀ ਤਾਕਤ ਓਨੀ ਹੁੰਦੀ ਹੈ ਜਿੰਨੀ ਦੇਰ ਉਸ ਸਲੀਕੇ ਨਾਲ ਚੱਲ ਰਿਹਾ। ਜੇ ਹੁਣ ਖੁਦਾ ਨਾ ਖਾਸਤਾ ਜਿਵੇਂ ਨਿਹੰਗ ਸਿੰਘ ਫੌਜਾਂ ਬੈਠੀਆਂ ਨੇ ਜਾਂ ਕੋਈ ਹੋਰ ਵਿਅਕਤੀ ਬੈਠਾ ਹੈ, ਉਹ ਹੁਣ ਉਹ ਰੁਲਦੂ ਸਿੰਘ ਮਾਨਸਾ ਨੇ, ਉਹ ਖੂੰਡਾ ਸਹਾਰੇ ਵਾਸਤੇ ਤੁਰ ਲੈ ਕੇ ਜਾਂਦੇ ਨੇ। ਹੁਣ ਉਹਦੇ 'ਤੇ ਵੀ ਇਤਰਾਜ਼ ਹੈ ਕਈਆਂ ਨੂੰ, ਆਖੇ ਇਹ ਖੁੰਡਾ ਤਾਂ ਜੀ ਕਿਤੇ ਹੋਰ ਨਾ ਤੋਮਰ ਸਾਹਿਬ ਵੱਲ ਨੂੰ ਕਰ ਲੈਣ, ਹੈ ਨਾ। ਉਹ ਕਹਿੰਦਾ ਮੇਰੇ ਖੁੰਡੇ ਨੂੰ ਬਹੁਤ ਗ੍ਰਿਲ ਕਰਦੇ ਨੇ, ਪਤਾ ਨਹੀਂ ਕੋਈ ਤੇਜ਼ ਧਾਰ ਵੈਪਨ ਨਾ ਹੋਵੇ, ਵਿੱਚ ਛੁਰਾ ਨਾ ਹੋਵੇ ਦੇ, ਹੈ ਨਾ। ਸੋ ਉੱਥੇ ਕੀ ਹੁੰਦਾ ਹੈ ਕਿ ਆਪਣੇ ਬੰਦੇ ਵਿੱਚ ਪਾ ਕੇ ਸ਼ਰਾਰਤ ਕਰਾਈ ਜਾ ਸਕਦੀ ਹੈ ਕਿ ਫੋਰਸ 'ਤੇ ਹਮਲਾ ਕੀਤਾ ਇਹਨਾਂ ਨੇ। ਜਦੋਂ ਫੋਰਸ ਦੇ ਇੱਕ ਵਿਅਕਤੀ ਦੀ ਵਰਦੀ ਪਾੜਨ ਦਾ ਵੀ ਦੋਸ਼ ਲੱਗਦਾ, ਤੁਸੀਂ ਵੇਖੋ ਕਿ ਫੋਰਸ ਫਿਰ ਆਮ ਲੋਕਾਂ ਨੂੰ ਕਿਵੇਂ ਝੰਬਦੀ ਹੈ। ਜਲ੍ਹਿਆਂਵਾਲੇ ਬਾਗ ਜਿਹੜੇ ਨੇ ਜਦੋਂ ਬਣਦੇ ਨੇ ਨਾ, ਫਿਰ ਉੱਥੇ ਜਲ੍ਹਿਆਂਵਾਲੇ ਬਾਗ ਦਾ ਅੰਜਾਮ ਦੇਣ ਵਾਲਿਆਂ ਨੂੰ ਸਾਡੇ ਧਰਮਾਂ ਵਾਲਿਆਂ ਨੇ ਵੀ ਸਨਮਾਨਿਤ ਕੀਤਾ ਹੈ ਨਾ। ਜਥੇਦਾਰ ਰੁੜ ਸਿੰਘ ਵਰਗੇ ਲੋਕ ਫਿਰ ਕਿਵੇਂ ਸਨਮਾਨ ਦਿੰਦੇ ਆ ਮਜੀਠੀਆ ਪਰਿਵਾਰ, ਹੈ ਨਾ। ਕਦੇ ਡਿਨਰ ਕਰਾਉਂਦੇ ਆ ਉਹਨਾਂ ਨੂੰ, ਕਦੇ ਕੁਛ ਕਰਦੇ। ਇਸ ਕਰਕੇ ਇਹ ਜਿਹੜਾ ਵਾਕਿਆਤ ਵਾਪਰ ਸਕਦਾ ਨਾ, ਸਾਨੂੰ ਉਸ ਤੋਂ ਅਗਾਊਂ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਉੱਥੇ ਕਿਸੇ ਵੀ ਕਿਸਮ ਦੀ ਵਾਇਲੈਂਸ, ਕੋਈ ਵੀ ਇਸ ਤਰ੍ਹਾਂ ਦਾ ਨਾਅਰਾ ਹਰਗਿਜ਼ ਨਹੀਂ ਲੱਗਣਾ ਚਾਹੀਦਾ। ਕਿਉਂਕਿ ਇਸ ਅੰਦੋਲਨ ਨੇ ਜਿਹੜਾ ਹੈਗਾ ਪੰਜਾਬ, ਹਰਿਆਣੇ ਤੋਂ ਬਾਹਰ ਪੂਰੇ ਭਾਰਤ ਦੇ ਵਿੱਚ ਆਪਣਾ ਰੁੱਖ ਧਾਰਨ ਕਰ ਲਿਆ। ਬੀਜੇਪੀ ਸਰਕਾਰ ਦਾ ਜਿਹੜਾ ਹਿੰਦੂਤਵ ਦੇ ਆਧਾਰ 'ਤੇ, ਰਾਮ ਰਾਜ ਦੇ ਆਧਾਰ 'ਤੇ ਜਿਹੜਾ ਵੋਟ ਬੈਂਕ ਹੈ, ਉਸ ਨੂੰ ਵੱਡਾ ਖੋਰਾ ਲੱਗਣਾ ਸ਼ੁਰੂ ਹੋ ਗਿਆ। ਭਾਵੇਂ ਯੱਖ ਠੰਡਾ ਨੇ 17 ਸਾਲ ਦਾ ਰਿਕਾਰਡ ਟੁੱਟ ਗਿਆ ਮਾਘੀ ਅਤੇ ਲੋਹੜੀ ਦੀ ਠੰਡ ਦਾ। ਇਸ ਦੌਰਾਨ ਵੀ ਕਿਸਾਨ ਥਿੜਕੇ ਨਹੀਂ। ਘਰਾਂ ਦੇ ਅੰਦਰ ਬੈਠੇ ਹੀਟਰ ਲਾ ਕੇ, ਰਜਾਈਆਂ 'ਚ ਬੈਠੇ ਲੋਕ, ਗਰਮ ਚੀਜ਼ਾਂ ਖਾਂਦੇ ਲੋਕ ਵੀ ਠਰੂ ਕਰ ਰਹੇ ਨੇ। ਸ਼੍ਰੀਨਗਰ ਦੀ ਡਲ ਝੀਲ ਹੈ ਜਿਹੜੀ ਜੰਮ ਚੁੱਕੀ ਹੈ, ਲੋਕ ਉੱਥੇ ਸੈਰ ਕਰਦੇ ਨੇ। ਹਾਲਾਂਕਿ ਉਹਨਾਂ ਨੂੰ ਰੋਕਣ ਦੇ ਵਾਸਤੇ ਫੋਰਸ ਬੈਠ ਗਈ ਹੈ ਕਿ ਭਾਈ ਇਹ ਕਿਤੇ ਵੀ ਟੁੱਟ ਸਕਦਾ, ਤੁਸੀਂ ਵਿੱਚ ਜਾ ਸਕਦੇ ਹੋ। 17 ਸਾਲ ਦਾ ਠੰਡ ਦਾ ਰਿਕਾਰਡ ਟੁੱਟ ਗਿਆ। ਸ਼੍ਰੀਨਗਰ ਦੇ ਵਿੱਚ ਤਾਂ 30 ਸਾਲ ਦਾ ਠੰਡ ਦਾ ਰਿਕਾਰਡ ਟੁੱਟ ਗਿਆ। ਅੱਜ ਵੀ ਪੰਜਾਬ ਦੇ ਵਿੱਚ ਬਹੁਤ ਕੜਾਕੇਦਾਰ ਠੰਡ ਪੈ ਰਹੀ ਹੈ, ਬੇਹੱਦ ਧੁੰਦ ਹੈ, ਪਰ ਫਿਰ ਵੀ ਕਿਸਾਨ ਰਿਸਕ ਲੈ ਕੇ ਦਿੱਲੀ ਨੂੰ ਵਹੀਰਾਂ ਘੱਤ ਰਹੇ ਨੇ। ਸੋ ਇਸ ਮੁਤਲਕ ਇਹ ਜਿਹੜਾ ਮੌਸਮ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਰਹਿਣ ਦੇ ਅਸਾਰ ਨੇ। ਹਰਿਆਣੇ ਦੇ ਨਾਰਨੌਲ ਦੇ ਵਿੱਚ ਤਾਪਮਾਨ ਆਮ ਦੇ ਨਾਲੋਂ 3 ਡਿਗਰੀ ਘੱਟ ਕੇ 1.8 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ, ਜੋ ਕਿ ਪੰਜਾਬ ਅਤੇ ਹਰਿਆਣਾ ਦਾ ਸਭ ਤੋਂ ਠੰਡਾ ਸਥਾਨ ਨਾਰਨੌਲ ਰਿਹਾ। ਇਸੇ ਤਰ੍ਹਾਂ ਪਠਾਨਕੋਟ ਦੇ ਵਿੱਚ 2.5 ਡਿਗਰੀ ਮਿਨੀਮਮ, ਹਲਵਾਰਾ ਦੇ ਵਿੱਚ 4.2, ਬਠਿੰਡਾ ਦੇ ਵਿੱਚ 3.6, ਫਰੀਦਕੋਟ 5 ਡਿਗਰੀ ਤਾਪਮਾਨ ਘੱਟੋ ਘੱਟ ਰਿਹਾ। ਅਤੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਥੋੜ੍ਹੀ ਗਰਮੀ ਰਹੀ, ਘੱਟੋ ਘੱਟ ਤਾਪਮਾਨ 8 ਡਿਗਰੀ ਰਿਹਾ। ਚੰਡੀਗੜ੍ਹ ਦੇ ਵਿੱਚ ਤਾਪਮਾਨ ਘੱਟੋ ਘੱਟ 3.9 ਡਿਗਰੀ ਰਿਹਾ। ਅਤੇ ਸ਼੍ਰੀਨਗਰ ਦੇ ਵਿੱਚ 30 ਸਾਲ ਦਾ ਰਿਕਾਰਡ ਟੁੱਟਿਆ। ਕੱਲ੍ਹ ਰਾਤ ਦਾ ਤਾਪਮਾਨ -8.4 ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ 1995 ਦੇ ਵਿੱਚ ਇੱਥੇ ਤਾਪਮਾਨ
8.3 ਡਿਗਰੀ मनफी ਜਿਹੜਾ ਸੀ ਨੋਟ ਕੀਤਾ ਗਿਆ ਸੀ। ਪਹਿਲਗਾਮ ਦੇ ਵਿੱਚ ਵੀ -11.3, ਗੁਲਮਰਗ ਦੇ ਵਿੱਚ -7, ਕੁਪਵਾੜਾ ਦੇ ਵਿੱਚ -6.7, ਕੋਕਰਨਾਗ ਦੇ ਵਿੱਚ -10.3 ਡਿਗਰੀ ਨੋਟ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬੇਹੱਦ ਬਰਫ਼ਬਾਰੀ ਅਤੇ ਧੁੰਦ ਅਤੇ ਸੀਤ ਲਹਿਰ ਦਾ ਜਿਹੜਾ ਅੰਦਾਜ਼ਾ ਪੇਸ਼ ਕੀਤਾ ਜਾ ਰਿਹਾ। ਇਸ ਸੰਬੰਧੀ 17 ਸਾਲ ਬਾਅਦ ਪੰਜਾਬ ਦੇ ਵਿੱਚ ਵੀ ਮਾਘੀ ਸਭ ਤੋਂ ਠੰਡੀ ਰਹੀ, ਪਰ ਇਸ ਦੌਰਾਨ ਵੀ ਲੋਕਾਂ ਦੇ ਖੂਨ ਦੇ ਵਿੱਚ ਗਰਮਾਇਸ਼ ਹੈ, ਹਰਾਰਤ ਹੈ, ਉਹ ਸਰਕਾਰ ਨਾਲ ਲੜਨ ਦਾ ਜਿਹੜਾ ਤਹਈਆ ਕਰ ਚੁੱਕੇ ਨੇ। ਅਤੇ ਇੱਕ ਇਸ ਦੌਰਾਨ ਕੁਛ ਖਬਰਾਂ ਨੇ ਮੈਨੂੰ ਮੈਂ ਆਪਣੇ ਸੁਰਿੰਦਰ ਸਿੰਘ ਜਿਹੜੇ ਆਪਣੇ ਐਡਵੋਕੇਟ ਆਉਂਦੇ ਹੁੰਦੇ ਨੇ ਉਹਨਾਂ ਨੂੰ ਇੱਕ ਦਿਨ ਫੋਨ ਕੀਤਾ ਅਤੇ ਅੱਗੋਂ ਅਮਿਤਾਭ ਬੱਚਨ ਬੋਲੀ ਜਾਵੇ। ਮੈਂ ਕਿਹਾ ਸੁਰਿੰਦਰ ਜੀ ਚੜ੍ਹਾਈ ਹੈ, ਕਹਿੰਦੇ ਕਾਹਦੀ, ਕਿ ਮੈਂ ਕਿਹਾ ਤੁਸੀਂ ਅਮਿਤਾਭ ਬੱਚਨ ਰੱਖ ਲਿਆ ਫੋਨ ਅਟੈਂਡ ਕਰਨ ਲਈ, ਪਰ ਹੁਣ ਅਮਿਤਾਭ ਦੀ ਜਿਹੜੀ ਕਾਲਰ ਟਿਊਨ ਹੈ ਇਹ ਬੰਦ ਹੋ ਜਾਣੀ ਆ। ਸੋ ਹੁਣ ਤੁਹਾਡੇ ਮੋਬਾਈਲ 'ਤੇ ਅੱਜ ਤੋਂ ਸ਼ੁੱਕਰਵਾਰ ਤੋਂ ਅਮਿਤਾਭ ਬੱਚਨ ਦੀ ਆਵਾਜ਼ ਨਹੀਂ ਗੂੰਜੇਗੀ, ਇਹ ਕਾਲਰ ਟਿਊਨ ਜਿਹੜੀ ਹੈ ਉਹ ਬਦਲ ਜਾਏਗੀ। ਸੋ ਰਿਪੋਰਟ ਦੇ ਮੁਤਾਬਕ 16 ਜਨਵਰੀ ਨੂੰ ਜਿਹੜਾ ਕੱਲ੍ਹ ਤੋਂ ਟੀਕਾਕਰਨ ਸ਼ੁਰੂ ਹੋਣ ਜਾਣਾ, ਉਸ ਆਧਾਰ 'ਤੇ ਜਿਹੜੀ ਨਵੀਂ ਕਾਲਰ ਟਿਊਨ ਆਏਗੀ ਜਿਸ ਨੂੰ ਜਸਲੀਨ ਭੱਲਾ ਦੀ ਆਵਾਜ਼ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਸੋ ਅਮਿਤਾਭ ਬੱਚਨ ਦੀ ਟਿਊਨ ਹਟਾਉਣ ਦੇ ਵਾਸਤੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਕਿ ਯਾਰ ਇਹ ਤੋਂ ਡਰਾਮਾ ਕਿੰਗ ਤੋਂ ਨਾ ਖਹਿੜਾ ਛਡਾਓ। ਇਹ ਹਰ ਕਿਤੇ ਪਹਿਲਾਂ ਇਹ ਕਹਿੰਦਾ ਸੀ ਯੂਪੀ ਮੇਂ ਦਮ ਹੈ ਜਹਾਂ ਜੁਰਮ ਕਮ ਹੈ। ਪੈਸੇ ਲੈ ਕੇ ਬੋਲਣ ਵਾਲੇ ਸਭ ਤੋਂ ਵੱਧ ਵਿਕਾਊ ਲੋਕ ਨੇ ਇਹ, ਜੋ ਮਰਜ਼ੀ ਇਹਨਾਂ ਤੋਂ ਕਹਾ ਲਓ ਪੈਸੇ ਦੇ ਕੇ। ਸਭ ਤੋਂ ਵੱਧ ਅਮੀਰ ਨੇ, ਐਲੀਟ ਨੇ, ਅਤੇ ਸਭ ਤੋਂ ਵੱਧ ਵਿਕਾਊ ਨੇ। ਇਸੇ ਤਰ੍ਹਾਂ ਧਰਮਿੰਦਰ ਦੀ ਘਰ ਵਾਲੀ ਹੈ, ਉਹ ਇੱਕ RO ਸਿਸਟਮ ਜਿਹਾ ਉਹਦੀ ਐਡ ਕਰੀ ਜਾਂਦੀ ਹੈ, ਇਹ ਅਤੇ ਉਹ ਸ਼੍ਰੀ ਰਵੀ ਸ਼ੰਕਰ ਹੈ ਨਾ। ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਵਿਕਾਊ ਲੋਕ ਨੇ। ਗੁਜਰਾਤ ਜਦੋਂ ਸਰਕਾਰ ਬਣਦੀ ਹੈ ਫਿਰ ਗੁਜਰਾਤ ਮੇਂ ਦਮ ਹੈ। ਜਦੋਂ 84 ਵਾਪਰਦਾ ਅਤੇ ਫਿਰ ਉਹ ਕਹਿੰਦਾ ਸੀ ਇਸ ਖੂਨ ਕੇ ਛਿੱਟੇ ਦੁਸ਼ਮਣੋਂ ਕੇ ਘਰ ਤੱਕ ਜਾਏਂਗੇ, ਕਾਤਲੋਂ ਕੇ ਘਰ ਤੱਕ ਜਾਏਂਗੇ। ਅਤੇ ਜਦੋਂ ਰੌਲਾ ਪਿਆ ਅਤੇ ਜਦੋਂ ਟੱਬਰ ਨੂੰ ਲੈ ਕੇ ਦਰਬਾਰ ਸਾਹਿਬ ਆ ਗਿਆ, ਕਹਿੰਦਾ ਮੇਰਾ ਤਾਂ ਤਾਲੁਕ ਹੀ ਸਿੱਖ ਪਰਿਵਾਰ ਨਾਲ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਡਰਾਮੇਬਾਜ਼ ਲੋਕ ਨੇ ਕਿਸੇ ਗੁਰਪੀਰ ਦੇ ਨਹੀਂ ਹੈ। ਖੈਰ, ਕਰੋਨਾ ਦੇ ਮੱਦੇਨਜ਼ਰ ਕੱਲ੍ਹ ਟੀਕਾਕਰਨ ਹੋ ਰਿਹਾ, ਜਿਸ ਦੇ ਵਿੱਚ ਤਕਰੀਬਨ ਜੇ ਅਪਡੇਟ ਕਰੀਏ ਕੱਲ੍ਹ ਵੀ ਕਰੋਨਾ ਦੇ ਕਾਰਨ ਪੰਜਾਬ ਦੇ ਵਿੱਚ 7 ਮੌਤਾਂ ਹੋਈਆਂ ਦੱਸੀਆਂ ਨੇ। ਹਾਲਾਂਕਿ ਕੁੱਲ ਮੌਤਾਂ ਦਾ ਅੰਕੜਾ ਪੰਜਾਬ ਦੇ ਵਿੱਚ ਹੁਣ ਤੱਕ 5476 ਹੋ ਗਿਆ, ਜਾਣੀ ਕਿ 5476 ਬੰਦੇ ਦੀ ਮੌਤ ਦਾ ਕਾਰਨ ਸਰਕਾਰੀ ਤੌਰ 'ਤੇ ਕਰੋਨਾ ਦੱਸਿਆ ਜਾ ਰਿਹਾ। ਅਤੇ ਕੱਲ੍ਹ ਵੀ 208 ਨਵੇਂ ਮਰੀਜ਼ ਮਿਲੇ ਨੇ ਅਤੇ ਸਭ ਤੋਂ ਜ਼ਿਆਦਾ ਮਰੀਜ਼ ਮੋਹਾਲੀ ਜਿਹੜਾ ਕਿ ਅਮੀਰ ਜ਼ਿਲ੍ਹਾ ਉੱਥੇ ਮਿਲੇ ਨੇ। ਅਤੇ ਕੁੱਲ ਪੀੜਤ ਨੇ ਜਿਸ ਦੇ ਉਹਨਾਂ ਦੀ ਗਿਣਤੀ 1,69,945 ਹੈ, ਜਿਸ ਦੇ ਵਿੱਚੋਂ 253 ਮਰੀਜ਼ ਟੀਕਿਆਂ ਦੇ ਨਾਲ ਠੀਕ ਹੋ ਗਏ ਨੇ ਅਤੇ 1,61,710 ਲੋਕ ਕੁੱਲ ਠੀਕ ਹੋਏ ਨੇ। ਅਤੇ ਇਸ ਸਮੇਂ 2736 ਬੰਦੇ ਕਰੋਨਾ ਦਾ ਇਲਾਜ ਕਰਵਾ ਰਹੇ ਨੇ, ਜਿਨ੍ਹਾਂ ਦੇ ਵਿੱਚ ਸਾਡਾ ਇੱਕ ਕੈਮਰਾਮੈਨ ਵੀ ਹੈ, ਸਾਡੇ ਨਾਲ ਰਿਹਾ ਪਿਛਲੇ ਹਫ਼ਤੇ, ਹੱਥ ਮਿਲਾਇਆ, ਸਭ ਕੁਛ ਹੋਇਆ, ਪਰ 10 ਦਿਨ 11 ਦਿਨ ਹੋ ਗਏ ਨੇ। ਸਾਰੇ ਸਟਾਫ 'ਚੋਂ ਕਿਸੇ ਨੂੰ ਵੀ, ਜਿਹੜਾ 50-60 ਲੋਕਾਂ ਦਾ ਸਾਡਾ ਗਲੋਬਲ ਪੰਜਾਬ ਦਾ ਸਟਾਫ ਹੈ ਇੱਥੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈ। ਹਾਲਾਂਕਿ 40-50 ਬੰਦੇ ਆਪਣੇ ਘਰਾਂ 'ਚੋਂ ਵੀ ਕੰਮ ਕਰਦੇ ਨੇ। ਅਤੇ ਇਸ ਦੌਰਾਨ ਮੇਰੇ ਕਹਿਣ ਦਾ ਮਤਲਬ ਹੈ ਕਿ ਹੋਊਗਾ ਸੀ ਜਿਸ ਨੂੰ ਵਧਾਉਣ ਦੇ ਵਾਸਤੇ ਸਰਕਾਰਾਂ ਨੇ, ਪੁਲਿਸ ਨੇ ਸਿੱਧੂ ਮੂਸੇਵਾਲੇ ਤੋਂ ਵੀ ਗੀਤ ਗਵਾਏ, ਬਹੁਤ ਕੁਛ ਕਰਾਇਆ, ਪਰ ਇਹ ਹੋਊਗਾ ਸੀ ਸਰਕਾਰਾਂ ਨੂੰ ਰਾਸ ਆਇਆ। ਹੁਣ ਕਪਤਾਨ ਸਾਹਿਬ ਨੇ ਸਕੂਲ ਖੋਲ੍ਹ ਦਿੱਤੇ ਹੈ ਨਾ। ਇੱਕ ਪਾਸੇ ਦਿੱਲੀ 'ਚ ਪੰਜਾਬ ਐਡੀ ਵੱਡੀ ਲੜਾਈ ਲੜ ਰਿਹਾ ਅਤੇ ਦੂਸਰੇ ਪਾਸੇ ਸਕੂਲ ਖੁੱਲ੍ਹਣ ਦੇ ਨਾਲ ਬੱਚਿਆਂ ਨੂੰ, ਮਾਪਿਆਂ ਨੂੰ, ਰਿਕਸ਼ੇ ਵਾਲਿਆਂ ਨੂੰ, ਬੱਗੀ ਵਾਲਿਆਂ ਨੂੰ ਜਾਣਾ ਪੈ ਰਿਹਾ ਬੱਚਿਆਂ ਨੂੰ ਸਕੂਲ ਲੈ ਕੇ। ਸੋ ਇਹ ਵੀ ਕਿਤੇ ਨਾ ਕਿਤੇ ਮੋਦੀ ਸਰਕਾਰ ਦੀ ਸਹਾਇਤਾ ਕਪਤਾਨ ਸਾਹਿਬ ਕਰ ਰਹੇ ਨੇ। ਉਸੇ ਕਰੋਨਾ ਦੇ ਦੌਰਾਨ, ਜਿਸ ਕਰੋਨਾ ਦੇ ਚੱਲਦਿਆਂ ਬੜੇ ਨੋਟਿਸ ਪੱਤਰਕਾਰਾਂ ਨੂੰ ਆਏ ਕਿ ਤੁਸੀਂ ਇਸ ਨੂੰ ਮਹਾਂਮਾਰੀ ਕਿਉਂ ਨਹੀਂ ਮੰਨਦੇ। ਸਵਾਗਤ ਹੈ ਆਸਟ੍ਰੇਲੀਆ ਵਾਲਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਿਵਾਣਾ ਜੀ। ਪਹਿਲੇ ਤਾਂ ਆਪ ਜੀ ਨੂੰ ਕਿਤੇ ਕਰੋਨਾ ਦੇ ਤੁਹਾਡੇ ਸਟਾਫ ਦਾ ਹੋਇਆ ਹੈਗਾ ਅਤੇ ਦੁਆ ਕਰਦੇ ਹਾਂ ਕਿ ਉਹ ਰਿਕਵਰ ਕਰ ਜਾਏ। ਜੀ, ਵਧਾਈ ਹੈ ਕਿ ਆਪ ਜੀ ਸਾਰੇ ਸੇਫ ਹੋ ਗਏ ਹੋ, ਕਿਸੇ ਕਿਸਮ ਦਾ ਸਪਰੈਡ ਨਹੀਂ। ਜੀ 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 ਬਨਵਾਦ ਸਾਹਿਬ ਅੰਦੋਲਨ ਜੀ, ਉਹਦੇ ਬਾਰੇ ਗੱਲ ਕਰਨਾ ਚਾਹਾਂਗਾ। ਦੇਖੋ, ਇਹ ਜਿੰਨਾ ਪੀਸਫੁਲ ਰਹੇਗਾ, ਨੋਨ ਵਾਇਲੈਂਟ ਰਹੇਗਾ ਔਰ ਪੇਸ਼ੈਂਸ 'ਚ ਰਹੇਗਾ, ਸਬਰ ਦੇ ਅੰਦਰ,
ਕਿਉਂਕਿ ਜਿਸ ਤਰ੍ਹਾਂ ਕਿਸਾਨ ਆਗੂ ਕਹਿੰਦੇ ਨੇ ਇਹ ਲੜਾਈ ਲੰਬੀ ਹੈ, ਇਹਦੇ ਅੰਦਰ ਵੱਖਰੇ ਵੱਖਰੇ ਪੜਾਅ ਨੇ। ਉਹ ਬਿਲਕੁਲ ਤਜਰਬੇ ਦੇ ਨਾਲ ਗੱਲ ਸਹੀ ਕਹਿ ਰਹੇ ਨੇ, ਕਿਉਂਕਿ ਅਗਰ ਕਿਸੇ ਸਮੱਸਿਆ ਦਾ ਹੱਲ ਕਰਨਾ ਹੁੰਦਾ ਤੇ ਬਹੁਤ ਜਲਦੀ ਕੱਢਿਆ ਜਾ ਸਕਦਾ ਸੀਗਾ। ਜਦ ਕਿ ਤੁਸੀਂ ਔਰ ਦੁਨੀਆ ਭਰ ਦੇ ਅੰਦਰ ਸਾਰੇ ਜਾਣਦੇ ਨੇ ਕਿ ਵੱਖਰੇ ਵੱਖਰੇ ਹੱਥਕੰਡੇ ਅਪਣਾ ਕੇ ਇਸ ਅੰਦੋਲਨ ਨੂੰ ਫੇਲ ਕਰਨ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਨਾ ਕਿ ਇਹਦਾ ਕੋਈ ਹੱਲ ਕੱਢਣ ਵਾਸਤੇ। ਠੀਕ ਹੈ ਜੀ। ਸੋ ਇਸ ਕਰਕੇ ਇੱਕੋ ਹੀ ਹਥਿਆਰ ਜੇ ਉਹ ਹੈ ਪੇਸ਼ੈਂਸ ਔਰ ਨੌਨ ਵਾਇਲੈਂਟ। ਇਸ ਦੇ ਨਾਲ ਹੀ ਇਹਨਾਂ ਦੀ ਜਿੱਤ ਹੋਣੀ ਹੈ ਤੇ ਦੂਸਰੀ ਪਾਰਟੀ ਦੀ ਹਾਰ ਹੋਣੀ ਹੈ। ਵੱਧ ਤੋਂ ਵੱਧ ਸਿੰਪੈਥੀ ਹਾਸਲ ਕੀਤੀ ਜਾਏ, ਸਹਾਨੁਭੂਤੀ ਹਾਸਲ ਕੀਤੀ ਜਾਏ ਵੱਖਰੇ ਵੱਖਰੇ ਵਰਗਾਂ ਤੋਂ, ਕਿਉਂਕਿ ਇਹਨਾਂ ਕਾਨੂੰਨਾਂ ਦੇ ਨਾਲ ਖਾਲੀ ਕਿਸਾਨਾਂ ਦੇ ਜੀਵਨ ਦੇ ਉੱਤੇ ਫਰਕ ਨਹੀਂ ਜੇ ਪੈਣਾ, ਬਲਕਿ ਛੋਟੇ ਦੁਕਾਨਦਾਰ, ਵਪਾਰੀ ਤਬਕਾ, ਮਜ਼ਦੂਰ ਤਬਕਾ, ਟਰਾਂਸਪੋਰਟਰ ਤਬਕਾ, ਕਿਉਂਕਿ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਕੋਲ ਵੱਡੇ ਵੱਡੇ ਉਹਨੂੰ ਸਟੋਰ ਕਰਨ ਦੇ ਸਾਈਲੋ ਵਗੈਰਾ ਹੈਗੇ ਨੇ ਜਿੱਥੇ ਰੇਲ ਗੱਡੀਆਂ ਤੱਕ ਜਾਂਦੀਆਂ ਨੇ। ਉਹ ਅਗਲੇ ਛੋਟੇ ਛੋਟੇ ਟਰੱਕਾਂ ਦੇ ਭਾੜੇ ਕਿਉਂ ਦੇਣਗੇ? ਰੇਲ ਗੱਡੀਆਂ 'ਚ ਲੋਡ ਕਰਨਗੇ ਤੇ ਤੁਰਦੇ ਬਣਨਗੇ ਲੈ ਕੇ ਜਿੱਥੇ ਮਰਜ਼ੀ। ਠੀਕ ਹੈ ਜੀ। ਸੋ ਇਸ ਕਰਕੇ ਉਸ ਤੋਂ ਉੱਪਰ ਸਭ ਤੋਂ ਵੱਡਾ ਜਿਹੜਾ ਫਰਕ ਪੈਣਾ ਉਹ ਉਪਭੋਗਤਾ, ਕੰਜ਼ਿਊਮਰ ਦੀ ਜੇਬ ਦੇ ਉੱਤੇ ਡਾਕਾ ਪਾਉਣ ਵਾਸਤੇ ਸਾਰੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਪ੍ਰੋਫਿਟ ਕਮਾਇਆ ਜਾਏ। ਇਹਨਾਂ ਸਾਰੇ ਵਰਗਾਂ ਨੂੰ ਨਾਲ ਜੋੜਨ ਦੀ ਲੋੜ ਹੈ ਤੇ ਇਸ ਦਾ ਦਾਇਰਾ ਵੱਡਾ, ਇਹਦਾ ਸਰਕਲ ਵੱਡਾ ਕਰਨ ਦੀ ਲੋੜ ਹੈ। ਲੋਕਾਂ ਦੀ ਵੱਧ ਤੋਂ ਵੱਧ ਨਾਲ ਐਸੋਸੀਏਸ਼ਨ ਹੋਵੇ ਤੇ ਲੋਕਾਂ ਦੀ ਸਹਾਨੁਭੂਤੀ ਮਿਲੇ ਔਰ ਇਸ ਨੂੰ ਨੌਨ ਵਾਇਲੈਂਸ ਰੱਖਿਆ ਜਾਏ ਔਰ ਪੇਸ਼ੈਂਸ ਰੱਖਿਆ ਜਾਏ। ਐਸੀ ਤਰੀਕੇ ਦੇ ਨਾਲ ਇਸ ਅੰਦੋਲਨ ਦੀ ਜਿੱਤ ਹੋਣੀ ਹੈ। ਬਿਲਕੁਲ ਬਿਲਕੁਲ ਬਨਵਾਸ ਸਾਹਿਬ, ਬਿਲਕੁਲ ਇਹੀ ਕੋਸ਼ਿਸ਼ ਹੋ ਰਹੀ ਹੈ। ਆਪਾਂ ਕੱਲ੍ਹ ਵੀ ਰਾਜੇਵਾਲ ਹੋਰਾਂ ਦਾ ਪੱਤਰ ਪੜ੍ਹਿਆ ਸੀਗਾ ਕੱਲ੍ਹ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਜਿਹੜੇ ਤੌਖਲੇ ਜ਼ਾਹਰ ਕੀਤੇ ਨੇ ਕਿ ਹੁਣ ਕਹਿੰਦੇ ਨੇ ਤੁਸੀਂ ਤਾਂ ਦਿੱਲੀ ਪਾਰਲੀਮੈਂਟ 'ਤੇ ਝੰਡਾ ਲਹਿਰਾਉਣਾ ਸੀ, ਤੁਸੀਂ ਤਾਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ ਸੀ, ਪਿੱਛੇ ਕਿਉਂ ਹਟਦੇ ਹੋ? ਹਾਲਾਂਕਿ ਕਿਸਾਨ ਆਗੂਆਂ ਨੇ ਕਦੇ ਨਹੀਂ ਇਹ ਗੱਲ ਕਹੀ। ਇਹ ਠੀਕ ਹੈ, ਆਪਣੇ ਤੌਰ 'ਤੇ ਕਈਆਂ ਨੇ ਕਹਿ ਦਿੱਤੀ ਕਿ ਅਸੀਂ ਪਾਰਲੀਮੈਂਟ ਸਾਡੇ ਤੋਂ 2 ਕਿਲੋਮੀਟਰ ਦੂਰ ਹੈ, 2 ਘੰਟੇ ਦੀ ਵਾਟ ਨਹੀਂ ਹੈ। ਉਹ ਆਪਣੇ ਤੌਰ 'ਤੇ ਕਿਸੇ ਨੇ ਕੀਤਾ, ਪਰ ਉਹਦੇ ਲਈ ਇਹ 32 ਜਿਹੜੇ ਜ਼ਿੰਮੇਵਾਰ ਲੋਕ ਨੇ, ਸੰਯੁਕਤ ਕਿਸਾਨ ਮੋਰਚਾ ਸਾਂਝੀ ਸਟੇਟਮੈਂਟ ਦਿੰਦਾ ਹੈ, ਉਹਦੇ ਵਿੱਚ ਕਿਤੇ ਵੀ ਅਜਿਹੀ ਗੱਲ ਨਹੀਂ ਹੈ, ਹੈ ਨਾ। ਪਰ ਜੇ ਕਹਿ ਵੀ ਦਿੱਤੀ, ਸਪੋਜ਼ ਕਰੋ ਜੇ ਕਹਿ ਵੀ ਦਿੱਤੀ, ਕਿਉਂਕਿ ਰਣਨੀਤੀ ਯੁੱਧ ਦੇ ਬਦਲਦੇ ਰੂਪ ਦੇ ਮੁਤਾਬਕ ਤਬਦੀਲ ਕਰਨੀ ਪੈਂਦੀ ਹੈ, ਆਪਣੇ ਪੱਤੇ ਕਦੇ ਨਹੀਂ ਖੋਲ੍ਹੇ ਜਾਂਦੇ। ਇਸੇ ਕਰਕੇ ਇਹ 18 ਤਰੀਕ ਦੀ ਜਿਹੜੀ ਸੁਣਵਾਈ ਇਸ ਕਿਸਾਨ ਪਰੇਡ ਦੇ ਮੁਤਾਬਕ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ, ਕੇਂਦਰ ਦੀ ਐਪਲੀਕੇਸ਼ਨ 'ਤੇ, ਕਿ ਕਿਸਾਨ ਅੰਦੋਲਨ ਦੀ ਜਿਹੜੀ ਪਰੇਡ ਹੈ ਇਹ ਦੇਸ਼ ਦੀ ਸ਼ਾਖ ਨੂੰ ਖਤਰਾ ਹੈ। ਇਸ ਕਰਕੇ ਉਹ ਇਸ ਤੋਂ ਪਹਿਲਾਂ ਪੱਤੇ ਹੀ ਨਹੀਂ ਖੋਲ੍ਹ ਰਹੇ। ਉਹ ਕਹਿੰਦੇ ਦਿੱਲੀ ਦੀਆਂ ਸੜਕਾਂ 'ਤੇ ਹੋਏਗੀ, ਸ਼ਾਂਤਮਈ ਹੋਏਗੀ, ਕਿਉਂਕਿ ਜੇ ਪੱਤੇ ਖੋਲ੍ਹਣਗੇ ਸੁਪਰੀਮ ਕੋਰਟ ਨੂੰ ਕਾਰਵਾਈ ਕਰਨ ਦਾ ਮੌਕਾ ਮਿਲ ਜਾਣਾ। ਦਫਾ 100 ਜਿਹੜੀ ਹੈ ਲਾ ਕੇ 44। ਕਿਵਾਨਾ ਸਾਹਿਬ, ਇਸ ਤਰ੍ਹਾਂ ਹੈ, ਦੇਸ਼ ਦੀ ਸਾਖ ਨੂੰ ਖਤਰਾ ਤੇ ਉਦੋਂ ਵੀ ਹੈ ਜਦੋਂ ਸਟੂਡੈਂਟ ਪ੍ਰੋਟੈਸਟ ਕਰਦੇ ਨੇ, ਭਾਵੇਂ JNU 'ਚ ਹੋਏ ਤੇ ਭਾਵੇਂ ਕਿਸੇ ਹੋਰ ਯੂਨੀਵਰਸਿਟੀ 'ਚ ਹੋਵੇ। ਉਦੋਂ ਵੀ ਟੁਕੜੇ ਗੈਂਗ ਕਹਿ ਕੇ ਦੇਸ਼ ਦੀ ਸਾਖ ਨੂੰ ਖਤਰਾ ਕਹਿ ਦਿੱਤਾ ਜਾਂਦਾ ਜੀ। ਇਹਨਾਂ ਕੋਲ ਹਰ ਤਰ੍ਹਾਂ ਦੀ ਮਤਲਬ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਹੈਗਾ। ਕਿਸੇ ਵੀ ਮੁਹਿੰਮ ਨੂੰ, ਕਿਸੇ ਵੀ ਚੀਜ਼ ਨੂੰ ਫੇਲ ਕਰਨ ਲਈ ਸਭ ਤੋਂ ਵੱਡਾ ਹਥਿਆਰ ਉਹਨਾਂ ਦਾ ਵੀ ਡਰ ਪੈਦਾ ਕਰਦੇ ਹੋ ਲੋਕਾਂ ਦੇ ਦਿਲੋਂ ਦਿਮਾਗ ਦੇ ਅੰਦਰ, ਚਾਹੇ ਉਹ ਇਲੈਕਸ਼ਨ ਹੋਣ ਤੇ ਚਾਹੇ ਉਹ ਕਿਸੇ ਅੰਦੋਲਨ ਨੂੰ, ਕਿਸੇ ਪ੍ਰੋਟੈਸਟ ਨੂੰ ਫੇਲ ਕਰਨਾ ਹੋਵੇ। ਡਰ ਪੈਦਾ ਕਰ ਦਿਓ। ਹੁਣ ਸਵਾਲ ਇੱਥੇ ਹੈਗਾ, ਡਰ ਕਿਆ ਡਰਨਾ ਹੈ ਜਾਂ ਸ਼ਾਂਤੀ ਦੇ ਨਾਲ ਇਹਦਾ ਮੁਕਾਬਲਾ ਕਰਨਾ ਹੈ? ਡਰ ਕੇ ਇਹਨਾਂ ਨੇ ਪਿੱਛੇ ਜਿੰਨੇ ਵੀ ਸੀਗੇ, ਤੁਸੀਂ ਦੇਖੋ ਕਿਹੜਾ ਮਹਿਕਮਾ ਹੈਗਾ, ਕਿਹੜਾ ਅੰਦੋਲਨ ਹੈਗਾ, ਚਾਹੇ ਉਹ ਸ਼ਹੀਨ ਬਾਗ ਦਾ ਹੈਗਾ ਜਾਂ ਕੁਛ ਵੀ ਹੈਗਾ, ਡਰ ਪੈਦਾ ਕਰਨਾ ਔਰ ਡਰਾ ਕੇ ਰੱਖਣਾ ਸੁਸਾਇਟੀ ਨੂੰ, ਭਾਵੇਂ ਉਹ ਆਪਣੇ ਕਿਸੇ ਵੀ ਆਪਣਾ ਟੈਕਸ ਡਿਪਾਰਟਮੈਂਟ ਦੇ ਕਹਿ ਦਿਓ ਛਾਪੇ, ਜਾਂ CBI ਦੇ ਕਹਿ ਦਿਓ ਜਾਂ ਪੁਲਿਸ ਦੇ ਕਹਿ ਦਿਓ, ਡਰ ਹੀ ਤੇ ਪੈਦਾ ਕੀਤੇ ਨੇ ਹੁਣ ਤੱਕ। ਤੇ ਡਰਾ ਕੇ ਰੱਖਣ ਦੇ ਅੰਦਰ ਜਿਹੜਾ ਹੈਗਾ ਇਸ ਹਾਲਾਤਾਂ 'ਚ ਮਾਹੌਲ ਤੇ ਮੁਲਕ ਪਹੁੰਚ ਚੁੱਕਿਆ ਹੈ। ਠੀਕ ਹੈ, ਹੁਣ ਅੰਦੋਲਨ ਚੱਲ ਰਿਹਾ ਜੇ, ਲੇਕਿਨ ਇੰਨਾ ਵੀ ਨਹੀਂ ਡਰਨਾ ਚਾਹੀਦਾ। ਅੰਦੋਲਨ ਨੂੰ ਜਾਰੀ ਰੱਖਣ, ਮਗਰ ਸ਼ਾਂਤੀ ਦੇ ਨਾਲ, ਕਿਉਂਕਿ ਸ਼ਾਂਤੀ ਹੀ ਇੱਕ ਹਥਿਆਰ ਹੈਗਾ ਜਿਹਦੇ ਨਾਲ ਇਹਨਾਂ ਦੇ ਡਰ ਨੂੰ ਡਿਫੀਟ ਕੀਤਾ ਜਾ ਸਕਦਾ ਹੈ ਜੋ ਇਹ ਕ੍ਰੀਏਟ ਕਰਦੇ ਨੇ। ਲੰਬਾ ਸਬਰ ਰੱਖਣ, ਕਿਉਂਕਿ ਲੜਾਈ ਲੰਬੀ ਹੈ, ਇੰਨੀ ਛੇਤੀ ਨਹੀਂ ਹੋਣੀ ਹੈ। ਤਾਂ ਔਰ ਪੇਸ਼ੈਂਸ ਔਰ ਨੌਨ ਵਾਇਲੈਂਸ ਰੱਖਣਾ 26 ਤਰੀਕ ਨੂੰ ਵੀ, ਅਗਾਂਹ ਵੀ ਤੇ ਅੱਜ ਵੀ ਬਹੁਤ ਜ਼ਰੂਰੀ ਹੈ। ਜੀ ਮਿਹਰਬਾਨੀ ਬਨਵਾਸ ਸਾਹਿਬ, ਧੰਨਵਾਦ। ਸੋ ਪਰਥ ਸ਼ਹਿਰ ਆਸਟ੍ਰੇਲੀਆ ਤੋਂ ਬਾਈ ਜੀ ਪਰਮਜੀਤ ਸਿੰਘ ਬਨਵਾਸ ਜੁੜੇ ਸਨ।
ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਕੋਈ ਲਿਖਤ ਜਾਂ ਜਿਹੜਾ ਕੋਈ ਆਡੀਓ ਸੁਨੇਹਾ ਵੀ ਇਸ ਦੇ ਵਿੱਚ ਤੁਸੀਂ ਦੇ ਸਕਦੇ ਹੋ ਅਤੇ ਉਸ ਮੁਤਲਕ ਆਪ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਵਕਤ ਆਪਣੇ ਨਾਲ ਬਾਈ ਜੀ ਜੁੜ ਚੁੱਕੇ ਨੇ। ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ ਸਤਿ ਸ਼੍ਰੀ ਅਕਾਲ ਟਵਾਣਾ ਜੀ। ਹਾਂਜੀ ਕੌਣ ਬੋਲ ਰਹੇ ਸਰ? ਮੈਂ ਭਾਜੀ ਬਰੈਂਪਟਨ ਤੋਂ ਬੋਲ ਰਿਹਾ ਜੀ, ਬਰੈਂਪਟਨ ਤੋਂ, ਕੈਨੇਡਾ ਤੋਂ। ਬਰੈਂਪਟਨ ਤੋਂ ਕੌਣ ਬੋਲ ਰਹੇ ਭਾਜੀ? ਨਾਂ ਦੱਸ ਦਿਓ ਜੇ ਮੁਨਾਸਬ ਹੈ ਜੀ। ਨਾਮ ਭਾਜੀ ਮੈਂ ਆਪਣਾ ਪੂਰਾ ਨਾਮ ਥੋੜਾ ਜਿਹੀ ਸ਼ਰਮ ਜੀ ਹੁੰਦੀ ਕਈ ਵਾਰੀ ਹੈ ਨਾ। ਮੈਂ ਆਪਣਾ ਲਾਸਟ ਮੰਡੇਰ, ਮੇਰਾ ਲਾਸਟ ਨੇਮ ਮੰਡੇਰ ਸਾਹਿਬ। ਹਾਂ ਮੰਡੇਰ ਸਾਹਿਬ, ਕੀ ਹਾਲ ਚਾਲ ਹੈ ਮੰਡੇਰ ਸਾਹਿਬ? ਠੀਕ ਠਾਕ ਹੈ? ਹਾਂਜੀ ਠੀਕ ਠਾਕ ਜੀ, ਵਧੀਆ। ਕਈ ਵਾਰੀ ਐ ਹੁੰਦਾ ਨੇ, ਕਈ ਵਾਰੀ ਆਪਣੇ ਰਿਲੇਟਿਵ ਰਿਸ਼ਤੇਦਾਰ ਸੁਣਦੇ ਹੁੰਦੇ ਆ ਤੇ ਫਿਰ ਉਹ ਕਈ ਗੱਲਾਂ ਹੋ ਜਾਂਦੀਆਂ, ਵੀ ਸਮਝਦੇ ਹੋਵੋਗੇ ਆਪਾਂ ਕਈ। ਠੀਕ ਹੈ, ਕੋਈ ਨਹੀਂ ਜੀ। ਮੈਂ ਭਾਜੀ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਆ ਕਿ ਮੈਂ ਹੁਣੇ ਹੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ। ਸੁਣਨ ਤੋਂ ਪਹਿਲਾਂ ਇੱਕ ਮੈਨੂੰ ਪਤਾ ਨਹੀਂ ਭਾਜੀ, ਮੈਂ ਸੌਰੀ, ਮੈਂ ਪਹਿਲਾਂ ਤਾਂ ਤੁਹਾਡਾ ਸੁਣੀ ਨਹੀਂ ਹਜੇ, ਮੈਂ ਹੁਣੇ ਹੀ ਤੁਹਾਨੂੰ ਕੀਤਾ। ਠੀਕ ਹੈ, ਕੋਈ ਨਹੀਂ ਮੰਡੇਰ ਸਾਹਿਬ, ਗੱਲ ਕਰੋ, ਕੋਈ ਦਿੱਕਤ ਨਹੀਂ ਹੈ ਜੀ। ਹਾਂਜੀ, ਇੱਕ ਮੈਂ ਇਹ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਇੱਕ ਨਾ ਆਪਣੇ ਸਿੱਖਾਂ ਦੇ ਵਿੱਚ ਇੱਕ ਆਨਲਾਈਨ ਲੜਾਈ ਜੀ ਚੱਲੀ ਹੋਈ ਆ, ਇੱਕ ਜਾਗਰੂਕਾਂ ਦੇ ਵਿੱਚ ਤੇ ਇੱਕ ਅਪਗ੍ਰੇਡ ਸਿੱਖ ਨੇ ਜਿਹੜੇ, ਇੱਕ ਢੱਡਰੀਆਂ ਵਾਲੇ ਦਾ ਗਰੁੱਪ ਆ ਤੇ ਇੱਕ ਹੈਗਾ ਆ। ਕੋਈ ਨਹੀਂ, ਪੁੱਛੋ ਤੁਸੀਂ, ਨਿਜੀਕ ਹੋ ਕੇ ਕੋਈ ਵੀ ਪੁੱਛੋ। ਜਿੰਨੀ ਟਕਸਾਲ ਦਾ ਨਹੀਂ ਹੈਗਾ, ਟਕਸਾਲ ਦਾ ਨਹੀਂ ਹੈਗਾ, ਉਹ ਦੂਜਾ ਆ। ਕਿਹੜੇ ਨੇ ਦੂਜੇ, ਕਿਹੜੇ ਨੇ ਹੋਰ? ਇੱਕ ਹੋਰ ਆ ਜਾਗਰੂਕ, ਹਾਂਜੀ। ਉਹ ਇੱਕ ਦੂਜੇ ਦੇ ਖਿਲਾਫ ਵੀਡੀਓ ਪਾਈ ਜਾਂਦੇ ਨੇ, ਮੈਂ ਉਹ ਸੁਣਦਾ ਸੀਗਾ ਤੇ ਉਦੋਂ ਬਾਅਦ ਚ ਸੁਣਦੇ ਨੇ ਮੈਂ ਤੁਹਾਨੂੰ ਟਾਈਮ ਦੇਖਿਆ ਵੀ ਤੁਸੀਂ ਹੋਏ ਨੇ, ਮੈਂ ਤੁਹਾਡਾ ਲਾ ਲਿਆ। ਤੇ ਇਹਦੇ ਤੇ ਵੀ ਮੈਂ ਵੀ ਬੜਾ ਕਨਫਿਊਜ਼ ਆ ਵੀ ਇਹ ਲੜਾਈਆਂ ਕਿੱਧਰ ਨੂੰ ਜਾ ਰਹੇ ਆਪਣੇ ਲੋਕ। ਪਰ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ, ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਕਿ ਮੈਨੂੰ ਐਂ ਲੱਗਦਾ ਵੀ ਜਿਹੜੇ ਢੱਡਰੀਆਂ ਵਾਲੇ ਦਾ ਗਰੁੱਪ ਆ ਨਾ, ਉਹ ਕਦੇ ਕਦੇ ਭਾਰੀ ਪੈ ਜਾਂਦਾ ਦੂਜਿਆਂ ਦੇ। ਜੀ ਹਾਂ, ਉਹ ਗਰੁੱਪ ਭਾਰੀ ਪੈ ਜਾਂਦਾ ਆ। ਜੇ ਆਪਾਂ ਲੌਜੀਕਲੀ ਗੱਲਾਂ ਦੇਖਣੀਆਂ ਹੋਣ ਨਾ, ਉਹ ਟਕਸਾਲ ਤੇ ਵੀ ਭਾਰੀ ਪੈਂਦਾ ਆ। ਜੇ ਲੌਜਿਕ ਨਾਲ ਆਪਾਂ ਗੱਲਾਂ ਦੇਖਣੀਆਂ ਹੋਣ, ਲੌਜਿਕ ਆਪਾਂ ਕੱਢਣਾ ਹੋਵੇ ਤੇ ਫਿਰ ਉਹ ਗਰੁੱਪ ਭਾਰੀ ਪੈ ਜਾਂਦਾ ਦੂਜਿਆਂ ਤੇ। ਬਿਲਕੁਲ। ਤੇ ਇੱਕ ਤਾਂ ਇਹ ਗੱਲ ਦਾ ਜਵਾਬ ਤੁਹਾਡੇ ਤੋਂ ਲੈਣਾ, ਤੇ ਇੱਕ ਮੈਂ ਲੈਣਾ ਆ ਰਾਜੇਵਾਲ ਦੀ ਜਿਹੜੀ ਕੱਲ ਜਿਹੜੀ ਸਪੀਚ ਜਿਹੜੀ ਵਾਇਰਲ ਹੋਈ ਆ ਉਹਦੇ ਤੇ ਜੀ। ਹਾਂਜੀ, ਉਹਦੇ ਤੇ ਮੈਨੂੰ ਤਾਂ ਜੀ ਉਹ ਬੜੀ ਵਧੀਆ ਲੱਗੀ ਆ ਸਪੀਚ ਉਹਨਾਂ ਦੀ। ਦੇਖੋ ਉਹਨਾਂ ਨੇ ਮਾੜਾ ਜਿਹਾ ਘੂਰਿਆ ਹੀ ਆ ਆਪਣੇ ਮੁੰਡਿਆਂ ਨੂੰ, ਤੇ ਹੁੰਦਾ ਆ, ਡਰ ਹੁੰਦਾ ਆ, ਵੀ ਆਪਣੇ ਘਰਾਂ 'ਚ ਵੀ ਡਰ ਹੁੰਦਾ ਆ, ਆਪਣੇ ਬਜ਼ੁਰਗਾਂ ਨੂੰ ਵੀ ਡਰ ਹੁੰਦਾ ਵੀ ਨੌਜਵਾਨ ਮੁੰਡੇ ਕਿਤੇ ਹੁੜ ਮੱਤ ਕਰਕੇ ਨੁਕਸਾਨ ਨਾ ਕਰਦੇ, ਉਹਨਾਂ ਲੜਾਈ ਨਾ ਕਰਨ ਪਿੰਡ ਵਿੱਚ, ਘਰ 'ਚ, ਹਨਾ, ਹੁੰਦਾ ਨਾ। ਜਿੱਦਾਂ ਹੁਣ ਸਾਨੂੰ ਚੇਤਾ, ਅਸੀਂ ਜਦੋਂ 18-20 ਸਾਲ ਦੇ ਸੀਗੇ, ਟਰੈਕਟਰਾਂ ਤੇ ਡੈਕ ਡੁੱਕ ਲਵਾਉਂਦੇ ਸੀ ਗੱਡੀਆਂ ਤੇ, ਹਾਰ ਸ਼ਿੰਗਾਰ ਕਰਦੇ। ਸਾਡੇ ਵੀ ਬਜ਼ੁਰਗ, ਸਾਡੇ ਮੇਰੇ ਦਾਦਾ ਜੀ ਸਾਨੂੰ ਘੂਰਦੇ ਹੁੰਦੇ ਵੀ ਇਹ ਕੰਮ ਨਹੀਂ ਕਰੀਦੇ, ਹਨਾ, ਵੀ ਗਾਣੇ ਉੱਚੀ ਨਹੀਂ ਲਾਈਦੇ ਜਾਂ ਕਿੱਦਾਂ ਆ। ਮੈਨੂੰ ਲੱਗਦਾ ਉਹ ਰਾਜੇਵਾਲ ਦੀ ਝੜਕ ਆ ਜਿਹੜੀ, ਉਹ ਬੜੀ ਜਾਇਜ਼ ਝੜਕ ਆ, ਉਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ ਹੈਗਾ। ਇੱਥੇ ਜੇ ਆਪਾਂ ਉਹਨੂੰ ਨੈਗੇਟਿਵ ਲੈਂਦੇ ਆ ਨਾ, ਉਹ ਨੈਗੇਟਿਵ ਲੈ ਕੇ ਆਪਾਂ ਨੁਕਸਾਨ ਕਰ ਰਹੇ ਆ ਇਸ ਅੰਦੋਲਨ ਦਾ। ਉਹਨੂੰ ਆਪਾਂ ਨੂੰ ਪੋਜ਼ਿਟਿਵ ਲੈਣਾ ਚਾਹੀਦਾ, ਇਸ ਕਰਕੇ ਕਿ ਹੋ ਸਕਦਾ ਬਜ਼ੁਰਗ ਤਾਂ ਐਂ ਹੀ ਸੋਚਦੇ ਨੇ ਵੀ ਨੌਜਵਾਨ ਨੇ ਜਿਹੜੇ, ਭਾਜੀ ਤੁਹਾਨੂੰ ਵੀ ਪਤਾ ਵੀ ਅੱਗ ਜ਼ਿਆਦੀ ਹੁੰਦੀ ਆ ਨੌਜਵਾਨਾਂ ਦੇ ਵਿੱਚ, ਨੁਕਸਾਨ ਜ਼ਿਆਦਾ ਹੋ ਸਕਦਾ ਜੇ ਆਪਣੇ ਉਹ ਕਰਨ ਵੀ। ਕਹਿ ਲਓ ਵੀ ਤੁਸੀਂ ਜਿੱਦਾਂ ਵੀ ਕਹਿ ਲਓ, ਟਰੈਕਟਰਾਂ ਦੇ ਥੱਲੇ ਕੋਈ 4 ਫੌਜੀ ਦੇ ਦੇਣ, ਫੇਰ ਕੀ ਹੋ ਜੂ, ਕਿੰਨਾ ਨੁਕਸਾਨ ਹੋਊ ਫਿਰ ਤੁਸੀਂ ਆਪ ਦੱਸੋ, ਹਨਾ। 2 ਫੌਜੀ ਥੱਲੇ ਦੇ ਤੇ ਟਰੈਕਟਰਾਂ ਥੱਲੇ, ਤੇ ਉਹਨਾਂ ਨੇ 4 ਯੰਗ ਮੁੰਡੇ ਮਾਰਤੇ ਆਪਣੇ। ਫੇਰ ਦੇਖੋ ਜਿਹੜਾ ਤੁਸੀਂ ਸੀਨ ਦੇਖੋ ਆਪਣੇ, ਸੋਚ ਕੇ ਕੀ ਬਣੂਗਾ। ਤੇ ਇੰਨਾ ਕੁ ਤਾਂ ਬਣਦਾ ਹੀ ਆ ਨਾ ਆਗੂਆਂ ਦਾ, ਇੰਨੀ ਕੁ ਝੜਕ ਦੇਣੀ ਤਾਂ ਬਣਦੀ ਆ ਨਾ ਜਿਹੜੇ ਆਗੂ ਆ। ਤੇ ਬਾਕੀ ਮੈਂ ਚਲੋ ਤੁਹਾਨੂੰ ਸੁਣਦਾ ਹੁਣ। ਥੈਂਕ ਯੂ ਮੰਡੇਰ ਸਾਹਿਬ, ਮੈਂ ਜ਼ਰੂਰ ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗਾ, ਕੋਈ ਦਿੱਕਤ ਨਹੀਂ ਹੈ, ਮਿਹਰਬਾਨੀ। ਸੋ ਬਾਈ ਜੀ ਮੰਡੇਰ ਜੋੜੇ ਸੀ ਬਰੈਂਪਟਨ ਤੋਂ, ਤੇ ਇੱਕ ਹੋਰ ਕਾਲਰ ਆਪਣੇ ਨਾਲ ਲਾਈਨ 'ਤੇ ਨੇ। ਇਸ ਤੋਂ ਬਾਅਦ ਫਿਰ ਮੈਂ ਇਹਨਾਂ ਗੱਲਾਂ ਦਾ ਜਵਾਬ ਦੇਵਾਂਗਾ, ਇਸ 'ਤੇ ਚਰਚਾ ਕਰਾਂਗੇ ਆਪਾਂ, ਜਵਾਬ ਕੀ ਦੇਣਾ। ਸਵਾਗਤ ਸਰ, ਤੁਸੀਂ ਔਨ 에ਅਰ ਹੋ, ਵੈਲਕਮ ਜੀ। ਹੈਲੋ, ਹਾਂਜੀ ਸਰ, ਸਤਿ ਸ੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਮੈਂ
ਜਗਦੇਵ ਸਿੰਘ ਸੰਧੂ ਬੋਲਦਾ ਇੱਥੋਂ। ਹਾਂਜੀ ਸੰਧੂ ਸਾਹਿਬ ਜੀ। ਬਾਈ ਜੀ ਜਗਦੇਵ ਜੀ। ਹਾਂਜੀ ਹਾਂਜੀ, ਰਾਜੇਵਾਲ ਸਾਹਿਬ ਦਾ ਜਿਹੜਾ ਜੋ ਵੀ ਹੈ ਜੀ ਬਿਆਨ ਕਈ ਵਾਰੀ ਸੁਣਿਆ, ਬਹੁਤ ਵਧੀਆ ਆ। ਜੇ ਹੁਣ ਇਹ ਰੋਕਣਗੇ ਨਹੀਂ ਤੇ ਜਿੱਦਾਂ ਤੁਸੀਂ ਕਿਹਾ ਵੀ ਉਹ ਕੰਮ ਤੇ ਫੁਕਰਿਆਂ ਵਾਲੇ ਹੀ ਆ, ਮੁੜ ਕੇ ਅਗਲੇ ਬੰਨੇ ਗੌਰਮੈਂਟ ਤੇ ਇਹ ਚੀਜ਼ਾਂ ਅੱਗੇ ਭਾਲਦੀ ਆ ਵੀ ਕੋਈ ਨਾ ਕੋਈ ਗਲਤੀ ਕਰਨ ਤੇ ਅਸੀਂ ਜੀ ਇਹ ਇਦਾਂ ਦਾ ਕੁਛ ਕਰੀਏ ਜੀ। ਤੇ ਦੂਜੇ ਬੰਨੇ ਆ ਜੀ, ਇੱਕ ਹੋਰ ਛੋਟੀ ਜਿਹੀ ਗੱਲ ਕਹਿ ਕੇ ਮੈਂ ਇੰਨੀ ਗੱਲ ਕਰਨੀ ਸੀ। ਇੱਕ ਦੂਜਾ ਇੱਥੇ ਪਰ ਮੀਡੀਆ ਦੇ ਵਿੱਚ ਵੀ ਇਦਾਂ ਦੇ ਕਈ ਹੈਗੇ ਜਿਹੜੇ ਅੱਗ ਲਾਉਣ ਵਾਲੇ, ਰੋਜ਼ ਹੀ ਬਦਲ ਜਾਂਦੇ ਆ। ਵਿੱਚੋਂ ਕਈ ਅੱਜ ਕੁਛ, ਕੱਲ ਨੂੰ ਕੁਛ, ਕਿਸੇ ਨੂੰ ਅੱਜ, ਕੱਲ ਤੱਕ ਰਾਜੇਵਾਲ ਸਾਹਿਬ ਚੰਗੇ ਲੱਗਦੇ ਸੀਗੇ, ਅੱਜ ਸਵੇਰੇ ਮੈਨੂੰ ਕਈਆਂ ਦੀਆਂ ਗੱਲ ਆਈਆਂ ਉਹੋ ਹੀ ਬੰਦੇ ਆ। ਤੁਸੀਂ ਵੀ ਜਿੱਥੇ ਥੁੱਕ ਕੇ ਆਏ ਸੀ ਵੀ ਉਹ ਅੱਜ ਰਾਜੇਵਾਲ ਸਾਹਿਬ ਦੇ ਉੱਤੇ ਸਾਰਾ ਸ਼ੋਅ ਪੁੱਠਾ ਕਰੀ ਜਾਂਦੇ ਆ ਵੀ ਅੱਗ ਲਾਉਣੀ ਕਿਸੇ ਨਾ ਕਿਸੇ ਤਰ੍ਹਾਂ ਵੀ ਲੋਕਾਂ ਦੇ ਵਿੱਚ। ਬਈ ਮਿਲੀਅਨ ਦੀ ਟੀਮ ਆ ਜਿਹੜੀ ਮੇਰੀ, ਇਹ ਬਸ ਤੁਸੀਂ ਮੇਰੀ ਸੁਣ ਲਓ ਤੇ ਇਹ ਰਾਜੇਵਾਲ ਨੇ ਗਲਤ ਕਿਹਾ ਆ, ਰਾਜੇਵਾਲ ਵਿਕ ਗਿਆ ਆ, ਫਲਾਨਾ ਹੋ ਗਿਆ। ਮੈਨੂੰ ਸਮਝ ਨਹੀਂ ਆਉਂਦੀ ਜੀ ਕੀ ਕਿੱਥੋਂ ਇਹਨਾਂ ਨੂੰ ਕਿੱਦਾਂ ਦੀਆਂ ਇਹ ਗੱਲਾਂ ਕਰਦੇ ਆ। ਬਸ ਅਮਾਨੀ ਅਡਾਨੀਆਂ ਨੂੰ ਕਹਿੰਦੇ ਕਿ ਕੁਛ ਕਹੋ ਨਾ, ਇਹਨਾਂ ਨੇ ਤਾਂ ਕੁਛ ਹੈ ਹੀ ਨਹੀਂ। ਬਿੱਲ ਬਹੁਤ ਵਧੀਆ ਆ, ਇਹਨਾਂ ਦੇ ਤਾਂ ਬਿੱਲ ਆ ਹੀ ਨਹੀਂ ਸੀ ਸਕਦੇ। ਮੋਦੀ ਸਾਹਿਬ ਦਾ ਕਰਦੇ ਆ, ਹੈਰਾਨ ਹੋ ਜੀਦਾ ਜੀ ਵੀ ਕਿੱਧਰ ਨੂੰ ਲੋਕ ਆਪਣੇ ਤੁਰੇ ਆ। ਤੁਸੀਂ ਜੱਟਾਂ ਦੇ ਮੁੰਡੇ ਜੇ ਤੇ ਕਿੱਦਾਂ ਦੀਆਂ ਗੱਲਾਂ ਕਰਦੇ, ਆਪਣੇ ਆਪ ਨੂੰ ਉੱਦਾਂ ਸੋਚ ਕੇ ਸੰਗ ਆਉਂਦੀ ਆ। ਫਿਰ ਗਰੇਵਾਲ ਨਾਲ ਤਾਂ ਇਦਾਂ ਦੇ ਲੋਕਾਂ ਦੇ ਵਿੱਚ ਕੀ ਫਰਕ ਰਹਿ ਗਿਆ, ਕੋਈ ਸੇਮ ਹੀ ਹੋ ਗਿਆ ਨਾ। ਬਿਲਕੁਲ ਬਿਲਕੁਲ। ਥੈਂਕ ਯੂ, ਹਾਂਜੀ ਬਸ ਮਿਹਰਬਾਨੀ ਬਾਈ ਜੀ। ਥੈਂਕ ਯੂ ਥੈਂਕ ਯੂ। ਮੈਂ ਕੋਈ ਨਹੀਂ, ਸਟੈਪ ਬਾਈ ਸਟੈਪ, ਕਦਮ ਦਰ ਕਦਮ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ। ਸਿਕੰਦਰ ਸਿੰਘ ਔਜਲਾ, ਮਿਸ਼ੀਗਨ, ਸਵਾਗਤ ਹੈ ਔਜਲਾ ਸਾਹਿਬ। ਸਤਿ ਸ਼੍ਰੀ ਅਕਾਲ ਟਵਾਣਾ ਬਾਈ ਜੀ। ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰਯੋਗ। ਸਤਿ ਸ਼੍ਰੀ ਅਕਾਲ ਸਿਕੰਦਰ ਆਜ਼ਮ, ਸਵਾਗਤ ਬਾਈ ਜੀ। ਦੇਖੋ ਰਾਜੇਵਾਲ ਸਾਹਿਬ ਦਾ ਬਿਆਨ ਜਿਹੜਾ ਉਹ ਠੀਕ ਹੈ। ਜੇ ਚਲੋ ਜੇ ਧੱਕੇ ਨਾਲ ਦਿੱਲੀ ਦੇ ਅੰਦਰ ਵੀ ਵੜ ਗਏ ਆਪਾਂ, ਉਹਦੇ ਨਾਲ ਵਾਇਲੈਂਸ ਹੀ ਹੋਊਗੀ ਕਿ ਨਹੀਂ ਜੀ, ਨੁਕਸਾਨ ਹੀ ਹੋਊਗਾ। ਜੇ ਉਹ ਪੀਸਫੁਲ, ਚਲੋ ਅਜੇ ਉਹਨਾਂ ਦੀ ਕੀ ਰਣਨੀਤੀ ਹੈ, ਅਜੇ ਉਹਨਾਂ ਨੇ ਇਹ ਦੱਸੇ ਨਹੀਂ, ਪੱਤੇ ਨਹੀਂ ਖੋਲੇ, ਜਿਵੇਂ ਤੁਸੀਂ ਕਹਿੰਦੇ ਹੋ ਨਹੀਂ ਵੀ ਖੋਲਣੇ ਚਾਹੀਦੇ, ਦੇਖ ਕੀ ਹੋਣਾ ਕੀ ਚਾਹੀਦਾ। ਜੇ ਉਹਨਾਂ ਨੇ ਕੋਈ ਸੁਝਾਅ ਦਿੱਤੇ ਨੇ, ਥੋੜਾ ਜਿਹਾ ਸਬਰ ਕਰ ਲੈਣਾ ਚਾਹੀਦਾ। ਅੱਜ ਕੱਲ ਰਿਐਕਟ ਬਹੁਤ ਛੇਤੀ ਕਰਦੇ, ਉਹਦਾ ਨੈਗੇਟਿਵ ਪੱਖ ਬਹੁਤ ਜਾਂਦਾ ਜੀ, ਹਨਾ। ਥੋੜਾ ਜਿਹਾ ਮਤਲਬ ਜਿਨ੍ਹਾਂ ਨੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਨੇ, ਚਲੋ ਰਾਜੇਵਾਲ ਸਾਹਿਬ ਨੇ ਜੋ ਬਿਆਨ ਵੀ ਦਿੱਤਾ, ਪਹਿਲਾਂ ਸੁਝਾਅ, ਅੱਜ ਕੱਲ ਤਾਂ ਫੋਨ ਹੈਗੇ ਨੇ ਜਾਂ ਇਹਨਾਂ ਦਾ WhatsApp ਗਰੁੱਪ, ਜਿਵੇਂ ਤੁਸੀਂ ਅੱਗੇ ਕਿਹਾ ਸੀ ਵੀ ਇੱਕ WhatsApp ਗਰੁੱਪ ਬਣਾ ਲਓ, ਉਹ ਤੇ ਚਲੋ ਸਪੀਚ ਦੇਣ ਤੋਂ ਪਹਿਲਾਂ ਕੋਈ ਸੁਝਾਅ ਸਾਂਝੇ ਵੀ ਕਰ ਲੈਣੇ ਚਾਹੀਦੇ ਨੇ। ਫਿਰ ਕੋਈ ਕਮੇਟੀ ਮੈਂਬਰ ਜਾਂ ਕੋਈ ਦੂਜਾ ਜਥੇਬੰਦੀ ਵਾਲਾ ਰਿਐਕਟ ਨਾ ਕਰੇ, ਚਲੋ ਇਹ ਵੀ ਕਰ ਲੈਣਾ ਚਾਹੀਦਾ। ਇਹਨਾਂ ਨੇ ਮੈਨੂੰ ਲੱਗਦਾ ਨਹੀਂ ਉਹ ਤੁਹਾਡਾ ਸੁਝਾਅ ਉਦੋਂ ਤੁਸੀਂ ਕਿਹਾ ਸੀ ਉਹਨਾਂ ਨੂੰ, ਅਗਰਾਹਾਂ ਸਾਹਿਬ ਨੂੰ, ਵੀ ਇੱਕ WhatsApp ਗਰੁੱਪ ਬਣਾ ਲਓ, ਮੈਨੂੰ ਨਹੀਂ ਲੱਗਦਾ ਬਣਾਇਆ ਹੋਵੇ ਇਹਨਾਂ ਨੇ। ਤੇ ਜੇ ਉਹਦੇ ਨਾਲ ਜੇ ਗੱਲਾਂ ਸਾਂਝੀਆਂ ਵੀ ਕਰ ਲੈਣ ਤਾਂ ਇਹੋ ਜਿਹਾ ਰਿਐਕਟ ਵੀ ਆਊ। ਵੈਸੇ ਰਾਜੇਵਾਲ ਸਾਹਿਬ ਨੇ ਕੋਈ ਮਾੜੀ ਗੱਲ ਨਹੀਂ ਕਹੀ, ਕਿਉਂਕਿ ਜਿਆਦਾ ਅਜੇ ਉਹ ਚੀਜ਼ ਦੇ ਆਪਾਂ ਨੂੰ ਵੇਟ ਕਰ ਲੈਣੀ ਚਾਹੀਦੀ ਹੈ। ਜਿੰਨੇ ਚਿਰ ਇਹ ਪੱਤੇ ਨਹੀਂ ਖੋਲਦੇ, ਜਦ ਉਦੋਂ ਖੋਲਣਗੇ। ਹੁਣ ਇਹ ਆਪਾਂ ਟਵਾਣਾ ਸਾਹਿਬ 84 ਤੋਂ ਬਾਅਦ ਲੜ ਕੇ ਦੇਖ ਹੀ ਲਿਆ ਕਿ ਕਿਸੇ ਵੀ ਸਰਕਾਰ ਨਾਲ ਕੋਈ ਨਹੀਂ ਲੜ ਸਕਦਾ ਹੁੰਦਾ। ਸਰਕਾਰ ਹਮੇਸ਼ਾ ਹੀ ਹਾਵੀ ਰਹਿੰਦੀ ਹੈ। ਇਹ ਸਰਕਾਰ ਨਾਲ ਟੱਕਰ ਨਹੀਂ ਲੈ ਸਕਦੇ, ਜੋ ਮਰਜ਼ੀ ਕਰ ਲਈਏ ਆਪਾਂ। ਠੀਕ ਹੈ ਵੀ ਇਹ ਸਾਡਾ ਜਿਹੜਾ ਪ੍ਰੋਟੈਸਟ ਹੈ ਇਹ ਇੱਕ ਇਤਿਹਾਸ ਬਣ ਗਿਆ, ਇਹ ਅਸੀਂ ਵਧਾਈ ਦੇ ਪਾਤਰ ਹਾਂ ਸਾਰੇ ਜਥੇਬੰਦੀਆਂ ਜੋ ਲੋਕ ਉੱਥੇ ਬੈਠੇ ਨੇ। ਪਰ ਇਹ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਕਿ ਇਹ ਅਸੀਂ ਸਰਕਾਰ ਨਾਲ ਟੱਕਰ ਨਹੀਂ ਲੈ ਸਕਦੇ। ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਬਿਲਕੁਲ, ਮੈਂ ਤੁਹਾਡੇ ਸਾਰੇ ਸਵਾਲਾਂ 'ਤੇ ਚਰਚਾ ਕਰਾਂਗਾ। ਕਾਲਸ ਕਾਫੀ ਆ ਰਹੀਆਂ ਅਤੇ ਆਪ ਦਾ ਸਵਾਗਤ ਸਰ। ਅਗਲੇ ਕਾਲਰ ਤੁਸੀਂ ਆਨਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਕੌਣ ਸਾ ਬੋਲ ਰਹੇ ਜੀ? ਮੈਂ ਮਨਜੀਤ ਬੈਦਵਾਨ ਬੋਲ ਰਿਹਾ ਜੀ। ਹਾਂ ਜੀ, ਬੈਦਵਾਨ ਸਾਹਿਬ ਮੋਹਾਲੀ ਤੋਂ। ਕੀ ਸਥਿਤੀ ਚੱਲ ਰਹੀ ਹੈ ਪੰਜਾਬ ਦੇ ਵਿੱਚ? ਮੌਸਮ ਬਹੁਤ ਠੰਡਾ ਹੈ ਅਤੇ ਲੜਾਈ ਬਹੁਤ ਗਰਮ ਹੈ। ਰਾਜੇਵਾਲ 'ਤੇ ਗੁੱਸਾ ਬਹੁਤ ਲੋਕਾਂ ਦਾ। ਕੀ ਵਾਕਈ ਰਾਜੇਵਾਲ ਗਲਤ ਕਹਿ ਰਿਹਾ ਜਿਹੜਾ ਕਹਿੰਦਾ ਸ਼ਾਂਤਮਈ ਅੰਦੋਲਨ ਰੱਖੋ, ਟਰੈਕਟਰਾਂ ਨੂੰ ਅਜਿਹੇ ਤਰੀਕੇ ਨਾਲ ਮੋਡੀਫਾਈ ਨਾ ਕਰੋ ਜਿਸ ਤੋਂ ਲੱਗੇ ਕਿ ਅਸੀਂ ਜੰਗ ਲੜਨ ਜਾ ਰਹੇ ਹਾਂ? ਹੁਣ ਤੁਸੀਂ ਵੇਖੋ ਕਿ ਕਿਸਾਨਾਂ ਦੀ ਕੀ ਹੈਸੀਅਤ ਹੈ। ਮੈਂ ਤਾਂ ਕੱਲ੍ਹ ਪਰੇਡ ਦੀਆਂ ਜਦੋਂ ਝਾਕੀਆਂ ਵੇਖੀਆਂ, ਉਹ 'ਤੇ ਬਹੁਤ ਸੋਹਣੀ ਲਾਈਟਿੰਗ ਹੈ। ਠੀਕ ਹੈ, ਜਦੋਂ ਸਾਡੇ ਘਰੇ ਵਿਆਹ ਸ਼ਾਦੀ ਹੁੰਦਾ ਸੀ ਇਸ ਤਰ੍ਹਾਂ ਦੀ ਲਾਈਟਿੰਗ ਕਰ ਰਹੇ ਹਾਂ। ਜਿਹੜਾ ਉਹ ਲਾਈਟਿੰਗ ਵਾਲੀਆਂ ਟਰਾਲੀਆਂ ਜਾਣਗੀਆਂ, ਕਮਾਲ ਦੀ ਉਹਨਾਂ ਦੀ, ਮਤਲਬ ਲੱਖਾਂ ਰੁਪਏ ਉਹਦੇ 'ਤੇ ਲਾਤੇ। ਕਈਆਂ ਨੇ ਉਹਦੇ 'ਤੇ ਵੀ ਕਹਿਣਾ ਕਿ ਯਾਰ ਇੰਨਾ ਪੈਸਾ ਕਿਸਾਨਾਂ ਕੋਲ, ਪਰ ਉਹਦੇ 'ਚ ਇੱਕ ਮੈਸੇਜ ਉਹਦਾ ਪੋਜ਼ੀਟਿਵ ਜਾਏਗਾ ਕਿ ਦੇਖੋ ਇਹਨਾਂ ਲੋਕਾਂ ਨੂੰ ਵੀ 26 ਜਨਵਰੀ ਦਾ ਚਾਅ ਆ। ਇਹ ਵੀ ਦੇਸ਼ ਦੇ ਨਾਗਰਿਕ ਨੇ। ਜਿਹੜਾ ਮੋਦੀ ਅਖੌਤੀ ਰਾਸ਼ਟਰਵਾਦ ਦਾ ਡਰਾਮਾ ਕਰਕੇ ਰਾਜ ਕਰ ਰਿਹਾ, ਉਹਨੂੰ ਜਵਾਬ ਹੈ ਕਿ ਭਾਈ ਰਾਸ਼ਟਰ ਪਿੱਛੇ ਤੁਸੀਂ ਹੋ ਨਹੀਂ, ਰਾਸ਼ਟਰ ਪਿੱਛੇ ਅਸੀਂ ਲੋਕ ਵੀ ਹਾਂ। ਜਿਹੜੇ ਪੁੱਤ ਸੁਖਬੀਰ ਵਰਗਿਆਂ ਨੂੰ ਵਾਰਦੇ ਨੇ ਅਤੇ ਉਹਦਾ ਪਿਓ ਦਿੱਲੀ ਧਰਨੇ 'ਚ ਬੈਠਾ ਹੈ। ਉਹ ਸੈਲੀਬ੍ਰੇਸ਼ਨ ਸੋਹਣੀ ਹੈ, ਪਰ ਇੱਕ ਅਜਿਹਾ ਕਿ ਜਿਵੇਂ ਅਸੀਂ ਜੰਗ ਲੜਨ ਜਾ ਰਹੀਏ, ਉੱਥੇ ਅਸੀਂ ਤਲਵਾਰਾਂ ਚੱਕੀ ਫਿਰੀਏ, ਉੱਥੇ ਅਸੀਂ ਖੁੰਡੇ ਚੱਕੀ ਫਿਰੀਏ, ਜਾਂ ਟਰੈਕਟਰਾਂ ਨੂੰ ਇੱਦਾਂ ਦੇ ਬਖਤਰਬੰਦ ਕੈਬਨ ਬਣਾਈਏ।
ਇਹਦੇ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਇਹ 'ਚ ਨੁਕਸਾਨ ਕੀ ਹੈ, ਕਿਉਂਕਿ ਤੁਸੀਂ ਪੈਸਾ ਹੀ ਵੇਸਟ ਕਰਦੇ ਹੋ ਇਸ ਪਾਸੇ ਤਾਂ, ਹੈ ਨਾ ਜੀ। ਜੀ 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 ਦੇਖੋ, ਇਹ ਰਾਜੇਵਾਲ ਸਾਹਿਬ ਬੜੇ ਸਿਆਣੇ ਲੀਡਰ ਨੇ, ਬੜੇ ਸੂਝਵਾਨ ਨੇ, ਸਾਰੀ ਜ਼ਿੰਦਗੀ ਦਾ ਤਜਰਬਾ ਉਹਨਾਂ ਨੂੰ, ਤਾਂ ਹੀ ਉਹ ਬਾਰ-ਬਾਰ ਕਹੀ ਜਾ ਰਹੇ ਨੇ ਸ਼ਾਂਤੀ ਰੱਖੋ, ਸ਼ਾਂਤੀ ਨਾਲ ਹੀ ਹੱਲ ਹੋਣਾ ਆ। ਤੇ ਇੱਕ ਟਵਾਣਾ ਸਾਹਿਬ ਥੋੜੀ ਹੱਟ ਕੇ ਗੱਲ ਕਰਨੀ ਹੈ, ਇੱਕ ਹੋਰ ਇਤਿਹਾਸ ਰਚਿਆ ਜਾਣਾ ਆ। ਦੇਖੋ, ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਹੈ ਨਾ, ਆਪਾਂ ਉਹਦਾ ਫੈਸਲਾ ਮੰਨੀਏ ਨਾ ਮੰਨੀਏ, ਜੋ ਵੀ ਹੈ ਇੱਕ ਡਿਫਰੈਂਟ ਰਹਿ ਗਿਆ, ਇੱਕ ਸਾਈਡ ਤੇ ਰਹਿ ਗਿਆ। ਇੱਕ ਦੇਸ਼ ਦੀ ਸੁਪਰੀਮ ਕੋਰਟ ਉਹ ਫੈਸਲਾ ਦੇ ਰਹੀ ਹੈ, ਉਹਦੇ ਬਾਵਜੂਦ ਵੀ ਫਿਰ ਵੀ ਕਿਸਾਨ ਜਥੇਬੰਦੀਆਂ ਨਾਲ ਇੰਡੀਅਨ ਗਵਰਨਮੈਂਟ ਦੇ ਖੇਤੀਬਾੜੀ ਮੰਤਰੀ ਬੈਠਕ ਕਰ ਰਹੇ ਨੇ। ਇਹ ਵੀ ਇੱਕ ਇਤਿਹਾਸ ਹੀ ਰਚਿਆ ਜਾਏਗਾ। ਬਿਲਕੁਲ ਨਹੀਂ, ਬਿਲਕੁਲ ਬਿਲਕੁਲ। ਇਹ ਹੁਣ ਤੁਸੀਂ ਦੇਖ ਲਓ ਟਵਾਣਾ ਸਾਹਿਬ, ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਕਿੱਧਰ ਨੂੰ ਜਾ ਰਹੀ ਹੈ, ਲੋਕਤੰਤਰੀਆਂ ਕਦਰਾਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ ਨੇ, ਤੇ ਕੰਟਰੀ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ, ਇੱਕ ਸੋਚਣ ਦਾ ਵਿਸ਼ਾ ਆ। ਬਿਲਕੁਲ ਜੀ। ਜਦੋਂ ਸੁਪਰੀਮ ਕੋਰਟ ਦਾ ਜੱਜ, ਥੈਂਕ ਯੂ ਬੈਦਵਾਨ ਸਾਹਿਬ, ਸੁਪਰੀਮ ਕੋਰਟ ਦਾ ਮੁੱਖ ਜੱਜ ਰੰਜਨ ਗੋਗੋਈ ਅਯੁੱਧਿਆ ਫੈਸਲਾ ਜਾਂ ਹੋਰ ਫੈਸਲੇ ਸੁਣਾਉਣ ਤੋਂ ਬਾਅਦ ਉਹਨਾਂ 842 ਮੈਂਬਰਾਂ 'ਚ ਸ਼ਾਮਲ ਹੋ ਜਾਂਦਾ, ਜਿਹੜੇ ਪਤਾ ਨਹੀਂ ਕਿੱਦਾਂ ਕੀ ਉਹਨਾਂ ਦੀ ਔਕਾਤ ਹੈ, ਜਿਹਦੇ 'ਚ 40% ਅਪਰਾਧੀ ਨੇ, ਚੋਰ, ਲੁਟੇਰੇ, ਡਕੈਤ, ਬਲਾਤਕਾਰ ਦੇ ਪਰਚੇ 40% MP 'ਤੇ ਨੇ। ਸੁਪਰੀਮ ਕੋਰਟ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਸ ਲੋਕਤੰਤਰ ਦਾ ਸੰਵਿਧਾਨਕ ਮੁਖੀ ਰੰਜਨ ਗੋਗੋਈ ਜੇ ਇੱਕ ਪੋਲੀਟੀਕਲ ਪਾਰਟੀ ਦੀ ਮੈਂਬਰਸ਼ਿਪ ਲੈ ਲੈਂਦਾ, MP ਬਣ ਜਾਂਦਾ, ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ ਇਸ ਤੋਂ ਕਾਲਾ ਦਿਨ ਹੋਰ ਕੀ ਹੋਏਗਾ। ਜੇ ਇਹਨਾਂ ਅਦਾਲਤਾਂ ਦੇ ਜੱਜ ਬਾਂਦਰਾਂ ਦੇ ਕਹੇ 'ਤੇ ਫੈਸਲਾ ਸੁਣਾਉਣਗੇ ਕਿ ਮੈਨੂੰ ਕਾਲੇ ਬਾਂਦਰ ਨੇ ਪ੍ਰਭਾਵਿਤ ਕੀਤਾ। ਕ੍ਰਿਸ਼ਨ ਮੁਰਾਰੀ ਪਾਂਡੇ ਸਾਹਿਬ ਫੈਜ਼ਾਬਾਦ ਦੀ ਅਦਾਲਤ ਦੇ ਡਿਸਟ੍ਰਿਕਟ ਜੱਜ ਰਹਿੰਦਿਆਂ 36 ਸਾਲ ਬਾਅਦ ਸ਼੍ਰੀ ਰਾਮ ਮੰਦਰ ਦੇ ਬਾਬਰੀ ਮਸਜਿਦ ਵਿਵਾਦ ਦੇ ਦਰਵਾਜ਼ੇ ਖੋਲ੍ਹਦੇ ਨੇ, ਅਤੇ ਫਿਰ ਅਦਾਲਤ ਦੇ ਵਿੱਚ ਬੈਠਣ ਵਾਲੇ ਜੱਜ ਕੌਣ ਹੋ ਸਕਦੇ ਨੇ। ਇਹੀ ਨਹੀਂ, ਰਾਜਸਥਾਨ ਦੇ ਮਹੇਸ਼ ਸ਼ਰਮਾ ਸਾਹਿਬ ਕਹਿੰਦੇ ਮੋਰ ਮੀਟਿੰਗ ਨਹੀਂ ਕਰਦਾ, ਮੋਰ ਪਹਿਲ ਪਾਉਂਦਾ, ਹੰਝੂ ਡਿੱਗਦੇ ਨੇ, ਅਤੇ ਉਹ ਹੰਝੂ ਚੁੱਕ ਕੇ ਮੋਰਨੀ ਪ੍ਰੈਗਨੈਂਟ ਹੁੰਦੀ ਹੈ, ਆਂਡੇ ਦਿੰਦੀ ਹੈ। ਇੰਨਾ ਕੁ ਗਿਆਨ ਹੈ ਇਹਨਾਂ ਜੱਜਾਂ ਨੂੰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ। ਖੈਰ, ਕੁਝ ਪਲ ਇੱਕ ਗੀਤ ਤੁਹਾਨੂੰ ਸੁਣਾਉਣਾ 1-2 ਮਿੰਟ ਲਈ, ਅਤੇ ਉਸ ਤੋਂ ਬਾਅਦ ਮੈਂ ਸਾਰੇ ਸਵਾਲਾਂ ਦਾ ਜਿਹੜੇ ਹੁਣ ਤੱਕ ਆਏ ਨੇ ਉਹਨਾਂ ਦਾ ਜਵਾਬ ਦੇਵਾਂਗਾ। ਅਪਗ੍ਰੇਡਾਂ ਦਾ ਮਾਮਲਾ ਕੀ ਹੈ ਅਤੇ ਅਦਾਲਤਾਂ ਦਾ ਮਾਮਲਾ ਕੀ ਹੈ, ਰਾਜੇਵਾਲ ਦੇ ਬਿਆਨ ਦੇ ਵਿੱਚ ਕੀ ਕੁਤਾਹੀ ਹੋ ਗਈ ਹੈ ਜਿਹੜਾ ਉਸ ਦੀ ਇੰਨੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਵਕਫੇ ਤੋਂ ਬਾਅਦ ਸਿਰਫ 1 ਮਿੰਟ। ਜ਼ਿੰਦਗੀ ਦੇ ਰੰਗਾਂ ਅਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓ। ਮੈਂ ਪਰਮਿੰਦਰ ਸਿੰਘ ਟਿਵਾਣਾ। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਤੁਸੀਂ ਰਿਪੀਟ ਕਈ ਵਾਰ ਸੁਣ ਲੈਂਦੇ ਹੋ, ਕਿਉਂਕਿ ਅਜੇ 4 ਘੰਟੇ ਮੈਂ ਹੀ ਲਾਉਣਾ, ਬਾਕੀ ਖਾਲੀ ਪਿਆ ਗਾਣਾ ਹੀ ਨੇ, ਜਿਹੜੇ ਮੈਨੂੰ ਵੀ ਨਹੀਂ ਪਤਾ ਕਿਹੜੇ ਵੱਜੀ ਜਾਂਦੇ ਨੇ। ਕਈ ਵਾਰੀ ਮੇਰੀ ਪਸੰਦ ਮੇਰੇ ਮਿਆਰ ਦੇ ਨਹੀਂ ਹੁੰਦੇ, ਉਹਨਾਂ ਦੇ ਲਈ ਮੈਨੂੰ ਮਾਯੂਸੀ ਵੀ ਹੈ, ਮਾਫੀ ਵੀ ਹੈ, ਕਿਉਂਕਿ ਸਰਵਰ ਤੋਂ ਵੱਜਦੇ ਨੇ। ਐਂਡ ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਸੁਣ ਸਕਦੇ ਹੋ ਸਾਡੇ ਟਿਵਾਣਾ ਰੇਡੀਓ ਦੇ YouTube ਪੇਜ 'ਤੇ। ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ, ਇਹ ਗੁਜ਼ਾਰਿਸ਼ ਹੈ। 2-4 ਪੈਸੇ ਆਉਣਗੇ, ਅਦਾਰਾ ਚੱਲਦਾ ਰਹੇਗਾ, ਦੀਵਾ ਬੱਤੀ ਜਗਦੀ ਰਹੇਗੀ। ਐਂਡ ਸਾਡੀਆਂ ਐਪਸ ਜਿਹੜੀਆਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਈਫੋਨ ਤੋਂ ਜਾਂ ਐਂਡਰਾਇਡ ਤੋਂ, ਜਾਂ ਫਿਰ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਸਾਡੇ ਇਸ ਪ੍ਰੋਗਰਾਮ ਨੂੰ ਫ਼ੋਨ ਨੰਬਰ 667 930 9260 'ਤੇ ਵੀ ਸੁਣ ਸਕਦੇ ਹੋ। 667 930 9260 ਉਸ 'ਤੇ ਵੀ ਸੁਣ ਸਕਦੇ ਹੋ। ਕੋਈ ਮੇਰੇ ਨਾਲ ਗੱਲ ਕਰਨੀ ਹੋਵੇ ਤਾਂ 98763 09655 9867 09655 'ਤੇ ਕਾਲ ਕਰ ਦਿਓ, ਜਾਂ ਫਿਰ ਰਿਕਾਰਡਡ ਮੈਸੇਜ ਹੋਵੇ ਕੋਈ ਛੱਡ ਦਿਓ, ਆਪ ਦਾ ਸਵਾਗਤ ਰਹੇਗਾ। ਕਾਲ ਹੋਲਡ 'ਤੇ ਅਸੀਂ ਮਾਫੀ ਚਾਹੁੰਦੇ ਹਾਂ। ਅਤੇ ਇਸ ਦੌਰਾਨ ਬਾਈ ਜੀ ਤੁਸੀਂ ਹੋਲਡ 'ਤੇ ਹੋ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਮੈਂ ਤੁਸੀਂ ਮੈਨੂੰ ਲੱਗਦਾ ਫੋਨ ਕੱਟ ਹੀ ਨਹੀਂ ਹੋਇਆ ਆਪਣਾ। ਓਕੇ, ਹਾਂ ਤੁਹਾਡੇ ਹੋਲਡ 'ਤੇ ਆ ਮਨਜੀਤ ਬਲ, ਥੈਂਕ ਯੂ, ਮਿਹਰਬਾਨੀ। ਬੈਦਵਾਨ ਸਾਹਿਬ ਮਾਫੀ ਚਾਹੁੰਦਾ, ਤਾਂ ਹੀ ਹੋਲਡ 'ਤੇ ਮੈਨੂੰ ਮੈਸੇਜ ਆ ਰਿਹਾ ਜੀ, ਕਾਲ ਚੁੱਕੋ। ਖੈਰ,
ਜਿਹੜਾ ਬਾਈ ਜੀ ਨੇ ਗੱਲ ਕੀਤੀ ਸੀ ਮੰਡੇਰ ਸਾਹਿਬ ਨੇ ਕਿ ਅਪਗ੍ਰੇਡ ਦਾ ਜਾਂ ਭਾਈ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜਾਂ ਕੁਛ ਵਿਵਾਦ ਆਪਸ ਦੇ ਵਿੱਚ ਚੱਲ ਰਿਹਾ, ਉਹ ਕਹਿੰਦੇ ਕਦੇ ਕਦੇ ਇਉਂ ਲੱਗਦਾ ਕਿ ਭਾਈ ਰਣਜੀਤ ਸਿੰਘ ਹੋਰਾਂ ਦਾ ਧੜਾ ਭਾਰੂ ਪੈ ਜਾਂਦਾ। ਦੇਖੋ ਰਣਜੀਤ ਸਿੰਘ ਹੋਰੀ ਨਾ, ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ 20 ਸਾਲ ਮੈਂ ਵੀ ਗੁੰਮਰਾਹ ਕਰਦਾ ਰਿਹਾ, ਗਲਤ ਪ੍ਰਚਾਰ ਕਰਦਾ ਰਿਹਾ, ਤੁਹਾਨੂੰ ਉਹੀ ਸਾਖੀਆਂ ਸੁਣਾਉਂਦਾ ਰਿਹਾ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ, ਸਿੱਖੀ ਫਲਸਫੇ ਗੁਰਮਤ ਦੇ ਵੀ ਉਹ ਮਿਆਰ ਜਾਂ ਤਰਕ 'ਤੇ ਪੂਰੀਆਂ ਨਹੀਂ ਪੈਂਦੀਆਂ। ਕਹਿੰਦੇ ਮੈਨੂੰ ਅਫਸੋਸ ਹੈ ਉਹਦਾ, ਜੇ ਮੈਂ ਤਰਕ ਤੋਂ ਹੇਠਲੀ ਗੱਲ ਕਰਾਂਗਾ ਮੈਨੂੰ ਬਾਂਹ ਤੋਂ ਫੜ ਲਿਓ ਸਟੇਜ ਤੋਂ। ਮੈਂ ਕੋਸ਼ਿਸ਼ ਕੀਤੀ ਸੀ, ਬਾਂਹ ਤੋਂ ਤਾਂ ਨਹੀਂ ਫੜਿਆ, ਸੁਚੇਤ ਕੀਤਾ ਸੀ ਜਦੋਂ ਉਹਨਾਂ ਨੇ ਉਹ ਬਾਜ ਵਾਲਾ ਕਹਾਣੀ ਲਿਆਂਦੀ ਸੀ ਨਾ, ਮੈਨੀਕਿਉਰ ਪੈਡੀਕਿਉਰ, ਕਿ ਬਾਜ ਦੀ ਉਮਰ 35 ਸਾਲ ਹੈ, 35 ਸਾਲ ਬਾਅਦ ਉਹ ਬੁੱਢਾ ਹੋ ਜਾਂਦਾ ਅਤੇ ਫਿਰ ਉਹ ਆਪਣੀ ਚੁੰਝ ਪੱਟ ਦਿੰਦਾ, ਪਹਾੜਾਂ 'ਚ ਜਾ ਕੇ ਫੰਗ ਪੱਟ ਦਿੰਦਾ ਅਤੇ ਨਹੁੰ ਪੱਟ ਦਿੰਦਾ, ਉਹ ਸਾਰੇ ਨਵੇਂ ਆ ਜਾਂਦੇ ਨੇ ਅਤੇ ਫਿਰ ਬਾਜ ਨਵੇਂ ਪੰਖਾਂ ਦੇ ਨਾਲ, ਨਵੀਂ ਚੁੰਝ 'ਤੇ ਪਹੁੰਚਣ ਦੇ ਨਾਲ 35 ਸਾਲ ਹੋਰ ਜ਼ਿੰਦਗੀ ਬਤੀਤ ਕਰਦਾ। ਕਹਿੰਦੇ ਇੱਦਾਂ ਮੋਡੀਫਾਈ ਬੰਦੇ ਨੂੰ ਕਰ ਲੈਣਾ ਚਾਹੀਦਾ। ਮੈਂ ਆਖਿਆ ਸੀ ਭਾਈ ਸਾਹਿਬ ਇਹ ਗੱਲ 'ਚ ਕੋਈ ਵੀ ਤਰਕ ਨਹੀਂ ਹੈ, ਇਹ ਗੱਲ ਕੋਰੀ ਝੂਠ ਹੈ, ਇਹ ਗੱਲ ਉਹੀ ਗੱਪ ਹੈ ਜਿਸ ਤਰ੍ਹਾਂ ਦਾ ਗੱਪ ਉਹ ਦੂਜੇ ਮਾਰਦੇ ਨੇ ਕਿ ਦਰਖਤਾਂ ਨੂੰ ਮਠਿਆਈਆਂ ਲੱਗੀਆਂ ਬਲਾ ਬਲਾ। ਪਰ ਮੇਰਾ ਬੜਾ ਵਿਰੋਧ ਹੋਇਆ। ਹਾਲਾਂਕਿ ਭਾਈ ਰਣਜੀਤ ਸਿੰਘ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਨੇ, ਉਹਨਾਂ ਦੇ ਜਿਹੜੇ ਸੰਬੰਧਿਤ ਰੇਡੀਓ ਵਾਲੇ ਨੇ ਉਹ ਵੀ ਇਸੇ ਗੱਲ ਦੀ ਪੈਰਵਾਈ ਕਰਦੇ ਨੇ ਕਿ ਫਰੀਡਮ ਆਫ ਐਕਸਪ੍ਰੈਸ਼ਨ ਸਾਰਿਆਂ ਨੂੰ ਹੋਣਾ ਚਾਹੀਦਾ। ਪਰ ਮੈਂ ਇਸ ਦਾ ਖੁਦ ਗਵਾਹ ਹਾਂ, ਕਿਵੇਂ ਸਟ੍ਰਾਈਕਾਂ ਵੱਜੀਆਂ ਗਲੋਬਲ ਪੰਜਾਬ ਟੈਲੀਵਿਜ਼ਨ 'ਤੇ, ਉਹ ਪ੍ਰੋਗਰਾਮ ਡਿਲੀਟ ਕਰਵਾਏ ਗਏ, ਬੜਾ ਕੁਛ ਕੀਤਾ ਗਿਆ ਹੈ ਨਾ। ਹਾਲਾਂਕਿ ਉਹ 'ਚ ਕੋਈ ਗੁਨਾਹ ਨਹੀਂ ਸੀ। ਮੈਂ ਤਾਂ ਸ਼ਰਤ ਲਾਈ ਸੀ ਕਿ ਭਾਈ ਰਣਜੀਤ ਸਿੰਘ ਸਾਬਤ ਕਰ ਦੇਣ ਕਿ ਬਾਜ ਇੱਦਾਂ ਕਰਦਾ, ਮੈਂ ਆਪਣੀ ਸਾਰੀ ਜਾਇਦਾਦ ਉਹਨਾਂ ਦੇ ਨਾਂ ਲਵਾ ਦਾਂਗਾ। ਪਰ ਉਹ ਕਹਿੰਦੇ ਇੱਕ ਪੱਤਰਕਾਰ, ਮੈਂ ਤਾਂ ਮਿਸਾਲ ਦਿੱਤੀ ਸੀ, ਪੜ੍ਹਿਆ ਲਿਖਿਆ ਪੱਤਰਕਾਰ ਬਲਾ ਬਲਾ। ਮੇਰੇ ਕਹਿਣ ਦਾ ਮਤਲਬ ਹੈ ਨਾ, ਕਹਿਣੀ ਅਤੇ ਕਰਨੀ ਇੱਕ ਕਰਨੀ ਬਹੁਤ ਔਖੀ ਹੈ। ਦੂਸਰੀ ਗੱਲ, ਭਾਈ ਰਣਜੀਤ ਸਿੰਘ ਹੋਰਾਂ ਦੀਆਂ ਕਾਫੀ ਗੱਲਾਂ 'ਚ ਸੱਚਾਈ ਵੀ ਹੁੰਦੀ ਹੈ, ਤਰਕ ਹੁੰਦਾ ਹੈ, ਕਿਉਂਕਿ ਪਿਛਲੇ ਜਿਹੜੇ ਧਰਮ ਸੀ, ਸਨਾਤਨ ਧਰਮ ਸੀ, ਹਿੰਦੂ ਮੁਸਲਮਾਨ ਜੋ ਵੀ ਧਰਮ ਸੀ, ਜਦੋਂ ਸਿੱਖ ਧਰਮ ਆਇਆ ਉਸ ਨੇ ਉਹਨਾਂ ਧਰਮਾਂ ਦੇ ਵਿੱਚ ਜੋ ਗੱਲਾਂ ਗੈਰ ਵਿਗਿਆਨਕ ਸੀ, ਜਿਸ ਤਰ੍ਹਾਂ ਮੱਕੇ ਦੀ ਸਾਖੀ ਹੈ, ਜਾਂ ਆਪਾਂ ਹਰਿਦੁਆਰ ਦੀ ਸਾਖੀ ਲੈ ਲਈ, ਕਰਤਾਰਪੁਰ ਗੁਰੂ ਸਾਹਿਬ ਦਾ ਖੇਤਾਂ ਨੂੰ ਪਾਣੀ ਲਾਉਣਾ, ਜਾਂ ਕਬੀਰ ਸਾਹਿਬ ਦੇ ਵਾਕ ਕੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਵਾਟ ਕਾਹੇ ਨੇ ਆਇਆ, ਹਰ ਕੇ ਸੰਤ ਬਨਾਰਸ ਕੇ ਠੱਗ, ਕੀ ਤਸ਼ਬੀਹਾਂ ਨਹੀਂ ਦਿੱਤੀਆਂ ਗਈਆਂ। ਉਹ ਗੱਲਾਂ ਤਰਕ ਦੇ ਬਹੁਤ ਹੱਦ ਤੱਕ ਨੇੜੇ ਨੇ, ਨੇੜੇ ਹੀ ਨਹੀਂ ਸਹੀ ਨੇ। ਪਰ ਹੁਣ ਜਿਹੜੀਆਂ ਸੈਕੰਡਰੀ ਕਿਤਾਬਾਂ ਨੇ ਸਿੱਖ ਧਰਮ ਦੀਆਂ, ਭਾਵੇਂ ਉਹ ਸੂਰਜ ਪ੍ਰਕਾਸ਼ ਆ, ਭਾਵੇਂ ਹੋਰ ਆ, ਉਹਨਾਂ 'ਤੇ ਬਹੁਤ ਸਾਰੇ ਕਿੰਤੂ ਨੇ। ਗੁਰਮਤ ਫਲਸਫੇ, ਗੁਰੂ ਗ੍ਰੰਥ ਸਾਹਿਬ ਦੇ ਵਿਗਿਆਨਕ ਤਰਕ ਦੇ ਮੁਤਾਬਕ, ਫਲਸਫੇ ਦੇ ਮੁਤਾਬਕ ਉਹ ਗੱਲਾਂ ਬਹੁਤੀਆਂ ਬੇਵਾਜਬ ਨੇ, ਵਾਜਬ ਨਹੀਂ ਨੇ। ਇਸ ਕਰਕੇ ਭਾਈ ਰਣਜੀਤ ਸਿੰਘ ਹੁਣ ਤਰਕ ਦੇ ਆਧਾਰ 'ਤੇ ਗੱਲ ਕਰਦੇ ਨੇ। ਕੰਪੈਰੇਟਿਵ ਸਟੱਡੀ ਜਦੋਂ ਧਰਮਾਂ ਦੀ ਕਰਦੇ ਨੇ ਤਾਂ ਉਹ ਜਿਹੜੀਆਂ ਕਿਤਾਬਾਂ ਨੇ, ਸੈਕੰਡਰੀ ਕਿਤਾਬਾਂ ਨੇ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਬੜਾ ਕੁਛ ਅਜੀਬ ਲਿਖਿਆ ਹੋਇਆ, ਗੈਰ ਮਿਆਰੀ ਲਿਖਿਆ ਹੋਇਆ, ਉਹ ਗੱਲਾਂ ਅੱਜ ਦੀ ਜਵਾਨੀ ਨੂੰ ਸੱਚ ਜਾਪਦੀਆਂ ਨੇ, ਸੱਚ ਹੈਗੀਆਂ ਵੀ ਨੇ। ਪਰ ਜਿਹੜਾ ਭਾਈ ਰਣਜੀਤ ਸਿੰਘ ਹੋਰਾਂ ਦੇ ਕੁਝ ਇੱਕ ਸਹਿਯੋਗੀ ਨੇ, ਕੁਝ ਰੇਡੀਓ ਵਾਲੇ ਨੇ, ਕੁਝ ਹੋਰ ਨੇ, ਜਿਹੜਾ ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਹੈ ਉਹ ਬਹੁਤ ਬਦਤਰ ਹੈ। ਜ਼ਿਆਦਾਤਰ ਉਹ ਬ੍ਰੌਡਕਾਸਟਿੰਗ ਨਹੀਂ, ਉਹ ਬਦਕਾਸਟਿੰਗ ਹੈ। ਦੇਖੋ, ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋਗੇ ਤੁਹਾਡਾ ਵਿਰੋਧ ਤਾਂ ਹੋਏਗਾ, ਨੀਵੇਂ ਪੱਧਰ ਦਾ ਹੋਏਗਾ, ਤੁਹਾਡੀ ਮਾਂ ਭੈਣ ਨੂੰ ਵੀ ਟਾਰਗੇਟ ਕੀਤਾ ਜਾਵੇਗਾ। ਇਹ ਤਾਂ 17 'ਚ ਜਿਹੜੇ ਸਰੋਤੇ ਮੇਰੇ ਨੇ ਉਹ ਜਾਣਦੇ ਹੀ ਨੇ। 17 'ਚ ਮੈਂ ਕੀ ਕਿਹਾ ਸੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਕਿ ਆਹ ਗਲਤ ਹੈ, ਗਲਤ ਹੈ, ਮੇਰੇ ਨਾਲ ਕੀ ਨਹੀਂ ਹੋਇਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦੇ ਮਿਆਰ 'ਤੇ ਜਾ ਕੇ ਗਾਲੀ ਗਲੋਚ ਕਰਾਂ। ਪਰ ਜਿਹੜੇ ਭਾਈ ਰਣਜੀਤ ਸਿੰਘ ਹੋਰਾਂ ਦੇ ਸਹਿਯੋਗੀ ਨੇ, ਇੱਕ ਬੰਦੇ ਨੇ ਕਹਿ ਵੀ ਦਿੱਤਾ ਸੀ ਕਿ ਬੰਦਾ ਬਹਾਦਰ ਦੀ ਜਦੋਂ ਸ਼ਹਾਦਤ ਹੋਈ ਤੂੰ ਕਿਹੜਾ ਉੱਥੇ ਕੋਲ ਬੈਠਾ ਸੀ, ਜਾਂ ਇੱਕ ਇੰਗਲੈਂਡ ਦੇ ਪ੍ਰਚਾਰਕ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਕਤਲ ਹੋਇਆ। ਜਿਹੜੀਆਂ ਗੱਲਾਂ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਜਾਂ ਲੋਕਾਂ ਦੀ ਧਾਰਨਾ, ਉਸ ਨੂੰ ਅਸੀਂ ਕਿਵੇਂ ਬਿਨਾਂ ਉਸ ਤੋਂ ਕਾਊਂਟਰ ਕਰਾਂਗੇ। ਬਾਕੀ ਤੁਸੀਂ ਕਰੋ ਜੀ, ਸਦਕੇ ਕਰੋ, ਕਿਉਂਕਿ ਗੁਰੂ ਫਲਸਫਾ ਕਹਿੰਦਾ ਰੋਸ ਨਾ ਕੀਜੈ ਉੱਤਰ ਦੀਜੈ। ਪਰ ਇੱਕ ਮਿਆਰ ਤਾਂ ਚਾਹੀਦਾ ਨਾ। ਜੇ ਸਰੋਤਾ ਕੋਈ ਤੁਹਾਡੇ ਨਾਲ ਬਦਤਮੀਜ਼ੀ ਕਰ ਜਾਂਦਾ ਤਾਂ ਤੁਸੀਂ ਉਸ ਦਾ ਜਵਾਬ ਉਸ ਬਦਤਮੀਜ਼ੀ ਨਾਲ ਦਿੰਦੇ ਸੋਹਣੇ ਨਹੀਂ ਲੱਗਦੇ। ਗੱਲ ਇਹ ਵੀ ਹੈ ਕਿ ਜੇ ਇਹਨਾਂ ਦੇ ਧੜੇ 'ਤੇ ਜਿਹੜਾ ਜਾਨਲੇਵਾ ਹਮਲਾ ਰੇਡੀਓ ਵਾਲਿਆਂ 'ਤੇ ਹੋਇਆ, ਉਹਦੇ ਵੀ ਕਾਰਨ ਸਾਨੂੰ ਪੜਚੋਲਣੇ ਹੋਣਗੇ ਕਿ ਉਹ ਕਿਉਂ ਹੋਇਆ। ਵੈਸੇ ਮੈਂ ਇਸ ਗੱਲ ਨੂੰ ਗਲਤ ਸਮਝਦਾ ਕਿ ਕਿਸੇ 'ਤੇ ਵੀ ਇਸ ਤਰ੍ਹਾਂ ਦਾ ਜਾਨਲੇਵਾ ਹਮਲਾ ਕਰਨਾ ਜਾਇਜ਼ ਨਹੀਂ ਹੈ। ਭਾਈ ਰਣਜੀਤ ਸਿੰਘ ਦੇ ਸਹਿਯੋਗੀ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਵੀ ਜਿਹੜੀ ਜਾਨ ਲੈ ਗਈ ਉਹ ਵੀ ਗਲਤ ਹੈ। ਸ਼੍ਰੀ ਅਕਾਲ, ਮੈਂ ਤਾਂ ਉਦੋਂ ਵੀ ਆਖਿਆ ਸੀ ਕਿ ਇਹਨਾਂ ਨੂੰ, ਜਾਂ ਇਹ ਨਹੀਂ, ਇਹਨਾਂ ਦੇ ਕੁਛ ਬੰਦੇ ਇਹ ਮਾਮਲੇ ਨੂੰ ਅਕਾਲ ਤਖਤ 'ਤੇ ਲੈ ਕੇ ਜਾਂਦੇ ਕਿ ਦੇਖੋ ਸਾਡੇ ਬੰਦੇ ਦਾ
ਕਤਲ ਹੋਇਆ ਉਹ ਵੀ ਜਿਹੜੇ ਸੰਬੰਧਿਤ ਬੰਦੇ ਨੇ, ਕੁਝ ਕੁ ਧੜੇਬੰਦੀਆਂ ਨਾਲ, ਜਥੇਬੰਦੀਆਂ ਨਾਲ ਜੁੜੇ ਨੇ, ਉਹਨਾਂ 'ਤੇ ਕਾਰਵਾਈ ਹੋਵੇ, ਕਿਉਂਕਿ ਉਹਨਾਂ ਨੇ ਜਿਹੜਾ ਗੁਰਮਤ ਦਾ ਪ੍ਰੋਸੈਸ ਹੈ, ਲੰਗਰ ਦੀ ਜਿਹੜੀ ਛਬੀਲ ਦੀ ਪ੍ਰਥਾ, ਉਸ ਦੀ ਆੜ ਦੇ ਵਿੱਚ ਇਹ ਹਮਲਾ ਕੀਤਾ। ਇਹ ਸਿੱਖ ਸਿਧਾਂਤ ਨਹੀਂ ਹੈ। ਕੁਛ ਲੋਕ ਇਸ ਤਰ੍ਹਾਂ ਦੇ ਹਮਲਿਆਂ ਨੂੰ ਕਹਿੰਦੇ ਨੇ ਖਾਲਸਾਈ ਰਵਾਇਤਾਂ ਨਾਲ ਸੋਧੇ। ਇਹ ਖਾਲਸਾਈ ਰਵਾਇਤਾਂ ਦੇ ਸੋਧੇ ਨਹੀਂ ਹੈ ਜੋ ਹਮਲਾ ਰਣਜੀਤ ਸਿੰਘ ਦੇ ਸਹਿਯੋਗੀ 'ਤੇ ਹੋਇਆ, ਕਤਲ ਹੋਇਆ ਉਸ ਦਾ। ਸੋ ਇਹ ਸਾਨੂੰ ਪੜਚੋਲਣਾ ਪਏਗਾ। ਬਾਕੀ ਜਿਹੜਾ ਲੇਟੈਸਟ ਕੋਈ ਵੀ ਧਰਮ ਆਉਂਦਾ ਨਾ, ਉਸ ਧਰਮ ਕੋਲ ਤਰਕ ਜ਼ਿਆਦਾ ਹੁੰਦਾ। ਉਦੋਂ ਤੱਕ ਮਨੁੱਖ ਦਾ ਜਿਹੜਾ ਵਿਗਿਆਨਕ ਖਜ਼ਾਨਾ ਉਹ ਵੱਧ ਜਾਂਦਾ, ਉਹਦੇ ਕੋਲ ਗਿਆਨ ਵੱਧ ਜਾਂਦਾ। ਇਸ ਕਰਕੇ ਪਿਛਲੇ ਧਰਮਾਂ ਦੇ ਨਾਲੋਂ ਜਿਹੜਾ ਵੀ ਲੇਟੈਸਟ ਧਰਮ ਆਏਗਾ ਜਾਂ ਜਿਹੜਾ ਵੀ ਧਰਮ ਪ੍ਰੀਚਰ ਆਏਗਾ, ਉਸ ਕੋਲ ਲੌਜਿਕ ਜ਼ਿਆਦਾ ਹੋਏਗਾ ਜੇ ਉਹ ਬੇਬਾਕੀ ਨਾਲ ਅਤੇ ਵਧੀਆ ਤਰੀਕੇ ਨਾਲ ਗੱਲ ਕਰੇ। ਸੋ ਦੂਸਰਾ ਸੀਗਾ ਭਾਈ ਮੰਡੇਰ ਸਾਹਿਬ ਹੋਰਾਂ ਦੀ ਮੇਰੇ ਖਿਆਲ ਤਸੱਲੀ ਜ਼ਰੂਰ ਹੋ ਗਈ ਨੇ। ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈ ਨਾ, ਉਹ ਭਾਈ ਰਣਜੀਤ ਸਿੰਘ ਹੋਰਾਂ ਦੀ ਗੱਲ ਨੂੰ ਕਾਫੀ ਹੱਦ ਤੱਕ ਪ੍ਰਵਾਨ ਵੀ ਕਰਦੀ ਹੈ। ਜਿਹੜੀ ਪੁਰਾਣੀ ਪੀੜ੍ਹੀ ਹੈ, ਜਿਹੜੀ ਉਸੇ ਸੂਰਜ ਪ੍ਰਕਾਸ਼ ਜਾਂ ਉਹਨਾਂ ਸਾਖੀਆਂ ਨੂੰ ਹੀ ਸਿਰੜ ਸਮਝਦੀ ਹੈ, ਉਹਨਾਂ ਨੂੰ ਗ੍ਰੰਥ ਦਾ ਦਰਜਾ ਦੇ ਕੇ ਉਹਨਾਂ ਦਾ ਸਨਮਾਨ ਕਰਦੀ ਹੈ, ਜਾਂ ਟਕਸਾਲ ਜਾਂ ਹੋਰ ਪੁਰਾਣੀਆਂ ਜਿਹੜੀਆਂ ਰਵਾਇਤਾਂ ਨੇ, ਜਾਂ ਇਹਨਾਂ ਦੇ ਸੰਬੰਧਿਤ ਜਿਹੜੇ ਧਾਰਮਿਕ ਬੰਦੇ ਹੁਣ ਤੱਕ ਹੋਏ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਗੈਰ ਵਿਗਿਆਨਕ ਨੇ, ਪਰ ਕਿਉਂਕਿ ਉਹਨਾਂ ਦੀਆਂ ਸੰਸਥਾਵਾਂ ਦੇ ਮੁਖੀ ਰਹੇ ਨੇ, ਉਹ ਉਸ ਦੇ ਅਗੇਂਸਟ ਨਹੀਂ ਜਾ ਸਕਦੇ, ਉਹਨਾਂ ਦੀ ਮਜਬੂਰੀ ਹੈ। ਜਾਂ ਉਹਨਾਂ ਦਾ ਜਿਹੜਾ ਧਰਮ ਪ੍ਰਤੀ ਆਸਥਾ ਹੈ, ਉਹਦੇ ਵਿੱਚ ਵਿਗਿਆਨ ਜਾਂ ਤਰਕ ਨੂੰ ਕੋਈ ਥਾਂ ਨਹੀਂ ਹੈ, ਸਿਰਫ ਆਸਥਾ ਨੂੰ, ਕਿਉਂਕਿ ਧਰਮ ਆਸਥਾ 'ਤੇ ਚੱਲਦਾ, ਤਰਕ 'ਤੇ ਨਹੀਂ ਚੱਲਦਾ ਧਰਮ। ਇਹ ਠੀਕ ਹੈ ਕਿ ਗੁਰਮਤ ਫਲਸਫੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਰਕ 'ਤੇ ਖੜੀਆਂ ਨੇ, ਪਰ ਇੱਥੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਨੇ ਜਿਨ੍ਹਾਂ ਨੂੰ ਤੁਸੀਂ ਵਿਗਿਆਨਕ ਤਰਕ 'ਤੇ ਰੱਖਦੇ ਹੋ ਤਾਂ ਉਹਦੇ ਵਿੱਚ ਬਚਦਾ ਕੁਛ ਨਹੀਂ ਹੈ। ਖੈਰ, ਪਰ ਫਿਰ ਵੀ ਮਿਆਰ ਸਭ ਨੂੰ ਰੱਖਣਾ ਚਾਹੀਦਾ। ਪਰ ਇਹ ਹੈ ਕਿ ਭਾਈ ਰਣਜੀਤ ਸਿੰਘ ਦੇ ਸਹਿਯੋਗੀ ਕਹੇ ਜਾਂਦੇ ਕੁਝ ਲੋਕਾਂ ਨੇ ਉਸ ਦਾ ਬਹੁਤ ਨੁਕਸਾਨ ਕੀਤਾ। ਸਿਰਫ ਉਹਨਾਂ ਦੇ ਨਹੀਂ, ਉਹ ਜਿਹੜੇ ਲੋਕ ਨੇ ਪਹਿਲਾਂ ਹਰ ਪੰਜਾਬ ਦੇ ਬਾਬੇ ਦੇ ਫੈਨ ਰਹੇ ਨੇ। ਸਣੇ ਧੁੰਦਾ, ਸਣੇ ਪੰਥਪ੍ਰੀਤ, ਸਣੇ ਘੱਗਾ, ਮੈਂ ਕਿਹਦਾ ਨਾਂ ਲਵਾਂ, ਅਤੇ ਫਿਰ ਉਹ ਉਹਨਾਂ ਨੂੰ ਬੁਰਾ ਲੱਗਣ ਲੱਗ ਜਾਂਦੇ ਨੇ। ਉਹ ਕਹਿੰਦੇ ਤਾਂ ਇਹ ਨੇ ਕਿ ਕਪੂਰ ਕਹਿੰਦਾ, ਪਰ ਕਪੂਰ ਦੀ ਗੱਲ ਇਹ ਸਭ ਤੋਂ ਜਿਹੜੀ ਅਸੀਂ ਤਾਂ ਕਲਾਸਾਂ 'ਚ ਉਹਨਾਂ ਦੇ ਸਾਹਮਣੇ ਬੈਠ ਕੇ ਸਿੱਖੀ ਹੈ ਕਿ ਜਿਹਦੇ ਤੁਸੀਂ ਫੈਨ ਹੋ ਉਹਨਾਂ ਨੂੰ ਰੱਬ ਨਾ ਬਣਾਓ। ਪਰ ਉਹਨਾਂ ਲੋਕਾਂ ਦੀ ਇਹ ਫਿਤਰਤ ਹੈ, ਉਹ ਹਰ ਪ੍ਰਚਾਰਕ ਨੂੰ ਰੱਬ ਬਣਾਉਂਦੇ ਨੇ ਅਤੇ ਬਾਅਦ ਦੇ ਵਿੱਚ ਉਸ ਨੂੰ ਜਲੀਲ ਵੀ ਸਿਰੇ ਦਾ ਕਰਦੇ ਨੇ। ਇਹ ਕੋਈ ਤਰਕ ਨਹੀਂ ਹੈ। ਸੋ ਕਪੂਰ ਕਹਿੰਦਾ ਵਾਲਿਓ, ਕਪੂਰ ਦੀ ਗੱਲ 'ਤੇ ਅਮਲ ਕਰਨਾ ਵੀ ਸਿੱਖ ਲਓ। ਖੈਰ, ਅਤੇ ਇਸ ਦੇ ਨਾਲ ਜਿਹੜਾ ਅਗਲਾ ਮਾਮਲਾ ਸੀ, ਰਾਜੇਵਾਲ ਸਾਹਿਬ ਹੋਰਾਂ ਨੇ ਕੋਈ ਗਲਤ ਨਹੀਂ ਆਖਿਆ, ਉਹਨਾਂ ਨੇ ਸੰਜਮ ਸਲੀਕੇ ਦੀ ਗੱਲ ਆਖੀ ਹੈ। ਸਾਨੂੰ ਉਹ ਸਲੀਕਾ ਅਪਣਾ ਲੈਣਾ ਚਾਹੀਦਾ, ਸਿਖਾਲੇ ਰਵਾਂਗੇ। ਅਤੇ ਕਿਉਂਕਿ ਅਸੀਂ ਜਦੋਂ ਰੇਡੀਓ ਪ੍ਰੋਗਰਾਮ ਵੀ ਪੇਸ਼ ਕਰਦੇ ਹਾਂ ਨਾ, ਮੇਰੇ ਸਮੇਤ ਇਹ ਸਭ ਦਾ ਹੋਇਆ ਕਿ ਮੈਨੂੰ ਵੀ ਕਈ ਵਾਰੀ ਕਹਿੰਦੇ ਸੀ ਸਰਬਜੀਤ ਸਿੰਘ ਇਟਲੀ ਤੋਂ, ਜਾਂ ਵੀ ਕੱਲ੍ਹ ਦੇ ਪ੍ਰੋਗਰਾਮ ਦੱਸ ਦਿਆ ਕਰੋ ਕੀ ਕਰਨਾ ਹੁੰਦਾ। ਉਹ ਮੈਂ ਕਿਹਾ ਭਰਾਵਾ, ਪਲ ਦਾ ਪਤਾ ਨਹੀਂ ਕੱਲ੍ਹ ਦਾ ਕੀ ਵਸਾ ਆਇਆ, ਹੈ ਨਾ। ਅਤੇ ਫਿਰ ਜਦੋਂ ਅਸੀਂ ਅਨਾਊਂਸ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ ਵਜੇ ਸ਼ਾਮ ਨੂੰ ਇਹ ਮਹਿਮਾਨ ਆਉਣਗੇ, ਇਹਨਾਂ ਵਿਸ਼ਿਆਂ 'ਤੇ ਗੱਲ ਹੋਈ। ਇੱਥੇ ਕਿਉਂਕਿ ਕਾਪੀ ਕਟਿੰਗ ਹੁੰਦੀ ਹੈ। ਜਿਹੜਾ ਤੁਸੀਂ ਪ੍ਰੋਗਰਾਮ 2 ਘੰਟੇ ਨੂੰ ਕਰਨਾ, ਲੋਕਾਂ ਨੇ ਤੁਹਾਡਾ ਉਹ ਪ੍ਰੋਗਰਾਮ ਉਸ ਤੋਂ ਪਹਿਲਾਂ ਚੱਕ ਕੇ ਉਹਦਾ ਕਬਾੜਾ ਕਰ ਦੇਣਾ, ਨਾ ਖੇਡਣਾ ਨਾ ਖੇਡਣ ਦੇਣਾ, ਕਿਉਂਕਿ ਉਹਨਾਂ ਕੋਲ ਆਪਣਾ ਜਿਹੜਾ ਹੈਗਾ ਸਿਲੇਬਸ ਵਰਕ ਨਹੀਂ ਹੁੰਦਾ ਕਿ ਅੱਜ ਦੇ ਪ੍ਰੋਗਰਾਮ 'ਚ ਕੀ ਕਰਨਾ। ਉਹਨਾਂ ਨੇ ਇੱਧਰੋਂ ਚੱਕਿਆ, ਸਮਾਂ ਉਹਨਾਂ ਕੋਲ ਹੁੰਦਾ ਨਹੀਂ। ਜੇ ਇੱਕ ਰੇਡੀਓ ਪ੍ਰੋਗਰਾਮ ਪੇਸ਼ ਕਰਨ ਵਾਲਾ ਵਿਅਕਤੀ ਖੁਦ ਆਪਣੇ ਪੱਤੇ ਨਹੀਂ ਖੋਲ੍ਹਦਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਕੀ ਆਪਾਂ, ਅਤੇ ਫਿਰ ਰਾਜੇਵਾਲ ਨੇ ਠੇਕਾ ਲਿਆ ਤੁਹਾਨੂੰ ਪਹਿਲਾਂ ਦੱਸੇ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਜਿਹੀ ਜੀ ਕੋਕੋ ਉਹਦੇ ਕੋਕੋ ਦੇ ਬੱਚੇ। ਉਹ ਭਾਈ 18 ਤਰੀਕ ਨੂੰ ਸੁਪਰੀਮ ਕੋਰਟ ਦੇ ਬੋਬੜੇ ਸਾਹਿਬ ਨੇ ਸੁਣਨਾ ਹੈ ਮੋਦੀ ਸਾਹਿਬ ਹੋਰਾਂ ਦੀ ਬੇਨਤੀ 'ਤੇ ਕਿ ਕਿਸਾਨ ਪਰੇਡ ਨੂੰ ਰੋਕੋ, ਕਿਉਂਕਿ ਕਿਸਾਨ ਪਰੇਡ ਜਿਹੜੀ ਹੋਣੀ ਹੈ ਨਾ, ਉਹ ਲੱਖਾਂ ਕਰੋੜਾਂ ਰੁਪਏ ਲਾ ਕੇ ਭਾਰਤ ਸਰਕਾਰ ਦੇ ਪੈਸੇ 'ਚੋਂ ਜੋ ਭਾਰਤ ਨੂੰ ਇਹ ਪੇਸ਼ ਕਰਦੇ ਨੇ ਨਾ, ਹਰ ਸੂਬੇ ਦੀ ਝਾਕੀ, ਉਸ ਤੋਂ ਲੱਖ ਦਰਜੇ ਬਿਹਤਰ ਇਹ ਪਰੇਡ ਹੋਣੀ ਆ। ਤੁਸੀਂ ਸ਼ਾਨ ਵੇਖਿਓ ਉਸ ਪਰੇਡ ਦੀ। ਇਹ ਤਾਂ ਬੈੱਡ ਸ਼ੀਟ ਦਾ ਚਾਦਰਾ ਬਣਾ ਕੇ ਕਿਸਾਨ ਬਣਾ ਦਿੰਦੇ ਉਹਦੇ ਧੋਤੀ ਲਾ ਕੇ। ਉਹ ਅਸਲ ਲਾਂਗੜਾਂ ਵਾਲੇ ਆਉਣਗੇ ਬਾਬੇ, ਅਸਲ ਚਾਦਰਿਆਂ ਵਾਲੇ ਆਉਣਗੇ, ਸਿਰੜੀ ਲੋਕ ਆਉਣਗੇ। ਉਹਨਾਂ ਨੂੰ ਮੇਕਅਪ ਦੀ ਜ਼ਰੂਰਤ ਨਹੀਂ, ਉਹਨਾਂ ਦੇ ਚਿਹਰਿਆਂ ਦੀਆਂ ਝੁਰੜੀਆਂ ਨੇ ਦੱਸਣਾ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ। ਉਹ ਕੁੱਬੀਆਂ ਹੋਈਆਂ ਬੇਬਿਆਂ ਨੂੰ ਬੁਢਾਪਾ ਦਿਖਾਉਣ ਦੀ ਲੋੜ ਨਹੀਂ ਪੈਣੀ ਐਕਟਿੰਗ ਕਰਕੇ ਹੇਮਾ ਮਾਲਿਨੀ ਵਾਂਗੂ। ਉਹ ਖੁਦ ਮਿਹਨਤ ਮਸ਼ੱਕਤ ਝਾੜੂ ਬੌਕਰ ਕਰਦੀਆਂ ਕੁੱਬੀਆਂ ਹੋ ਗਈਆਂ ਨੇ। ਉਹ ਅਸਲੀ ਪਰੇਡ ਹੋਣੀ ਹੈ। ਸੋ ਉਹ ਕਿਵੇਂ ਪੱਤੇ ਖੋਲ੍ਹ ਦੇਣਗੇ ਅੱਜ, ਕਿਵੇਂ ਕਹਿ ਦੇਣਗੇ ਕਿ ਅਸੀਂ ਇਹ ਕਰਨਾ ਉਹ ਕਰਨਾ।
18 ਤਰੀਕ ਨੂੰ ਸੁਣਵਾਈ ਹੋਏਗੀ। ਜੇ ਇਹ ਪਹਿਲਾਂ ਆਪਣਾ ਸ਼ਡਿਊਲ ਦੱਸ ਦਿੰਦੇ ਨੇ ਤਾਂ ਅਗਲਿਆਂ ਨੇ ਪਾਬੰਦੀ ਲਾ ਕੇ ਉਹ ਮਾਰਨੀ ਹੈ। ਮੈਂ ਪਹਿਲਾਂ ਵੀ ਗਲੋਬਲ ਪੰਜਾਬ 'ਤੇ ਵੀ ਬੇਨਤੀ ਕੀਤੀ ਸੀ ਕਿ ਯੁੱਧ ਨੀਤੀ ਦੇ ਮੁਤਾਬਕ ਕੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚੋਂ ਜਦੋਂ ਨਿਕਲੇ ਨੇ ਇਹ ਯੁੱਧ ਨੀਤੀ ਦਾ ਹਿੱਸਾ ਨਹੀਂ ਸੀ? ਜਦੋਂ ਉਹ ਪਾਲਕੀ 'ਚ ਸਵਾਰ ਹੋ ਕੇ ਗਏ ਨੇ, ਉੱਚ ਦੇ ਪੀਰ ਬਣ ਕੇ ਗਏ ਨੇ ਗਨੀ ਖਾਂ ਅਤੇ ਨਬੀ ਖਾਂ ਨਾਲ, ਕੀ ਇਹ ਯੁੱਧ ਨੀਤੀ ਦਾ ਹਿੱਸਾ ਨਹੀਂ ਸੀ? ਫਿਰ ਤੁਸੀਂ ਉਸ 'ਤੇ ਵੀ ਕਿੰਤੂ ਕਰ ਦਿਓਗੇ। ਤੁਸੀਂ ਤਾਂ, ਤੁਹਾਡਾ ਤਾਂ ਕੋਈ ਗੁਰਪੀਰ ਹੀ ਨਹੀਂ ਹੈ। ਸੋ ਇਹ ਚੀਜ਼ਾਂ ਯੁੱਧ ਨੀਤੀ ਦਾ ਹਿੱਸਾ ਹੁੰਦੀਆਂ ਨੇ। ਜਦੋਂ ਦੁਸ਼ਮਣ ਇੰਨਾ ਚਾਲਬਾਜ਼ ਹੋਵੇ ਤਾਂ ਸਾਨੂੰ ਵੀ ਯੁੱਧ ਨੀਤੀ ਅਪਣਾਉਣੀ ਚਾਹੀਦੀ ਹੈ, ਨਹੀਂ ਤਾਂ ਫੇਲ ਹੋ ਜਾਵਾਂਗੇ ਅਸੀਂ। ਸੋ ਇਸ ਕਰਕੇ ਇਹਨਾਂ ਲੋਕਾਂ ਦਾ ਉਹ ਕਹਿੰਦੇ ਆ ਨਾ ਕਿ ਜਹਾਨ ਦੀ ਜਿਹੜੀ ਜ਼ੁਬਾਨ ਹੈ ਉਹ ਦੋ ਧਾਰੀ ਹੈ। ਸੋ ਇਸ ਦਾ ਕੋਈ ਮਿਆਰ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੇ ਲੋਕ ਉੱਥੇ ਬੈਠੇ ਨੇ ਨਾ, ਉਹਨਾਂ ਜਥੇਬੰਦੀਆਂ ਨੂੰ ਪਤਾ ਉਹਨਾਂ 'ਤੇ ਜ਼ਿੰਮੇਵਾਰੀ ਫਿਕਸ ਹੁੰਦੀ ਹੈ। ਇਹ ਤਾਂ ਉਦੋਂ ਵੀ ਕਹਿੰਦੇ ਸੀ ਉਗਰਾਹਾਂ ਡਰ ਗਿਆ, ਉਗਰਾਹਾਂ ਵਿਕ ਗਿਆ, ਸਾਰਾ ਮੁਲਕ ਹੈ ਜਿਹੜਾ ਦਿੱਲੀ ਚਲਾ ਗਿਆ, ਉਗਰਾਹਾਂ ਉੱਥੇ ਬੈਠਾ ਡੱਬ ਵਾਲੀ ਬਾਰਡਰ 'ਤੇ। ਉਹ ਭਾਈ ਉਹਨਾਂ ਨੇ ਮਤਾ ਪਾਸ ਕੀਤਾ ਸੀ ਕਿ ਜਿੱਥੇ ਵੀ ਪੁਲਿਸ ਰੋਕ ਦੇਵੇ ਅਸੀਂ ਉੱਥੇ ਹੀ ਸ਼ਾਂਤਮਈ ਸੰਘਰਸ਼ ਵਿੱਢ ਲੈਣਾ। ਉਗਰਾਹਾਂ ਦੇ ਧੜੇ ਦੇ ਵਿੱਚ ਬੀਬੀਆਂ, ਬਜ਼ੁਰਗ, ਔਰਤਾਂ, ਬੱਚੀਆਂ, ਮੁਟਿਆਰਾਂ, ਧੀਆਂ, ਭੈਣਾਂ ਸੀ। ਉਹ ਉਹਨਾਂ ਦਾ ਕਤਲ ਨਹੀਂ ਕਰਾਉਣਾ ਚਾਹੁੰਦਾ ਪੁਲਿਸ ਤੋਂ। ਉਹਦੀ ਜ਼ਿੰਮੇਵਾਰੀ ਹੈ। ਉਹ ਵੀ 2 ਧਿਆਣੀਆਂ ਦਾ ਬਾਪਲ ਹੈ, ਉਹਨੂੰ ਪਤਾ ਹੈ ਉਹਦੀ ਵੀ ਇੱਜ਼ਤ ਕਿਵੇਂ ਬਚਾਉਣੀ ਹੈ ਪਰਿਵਾਰਾਂ ਦੀ, ਧਿਆਣੀਆਂ ਦੀ। ਉਹਨੇ ਕੋਈ ਖੱਟ ਨਹੀਂ ਖੱਟ ਲਈ ਉਗਰਾਹਾਂ ਨੇ। ਇਸ ਕਰਕੇ ਜਦੋਂ ਇੱਕ ਪ੍ਰੋਟੋਕੋਲ ਬਣ ਗਿਆ, ਇੱਕ ਅਸੀਂ ਮਤਾ ਪਾਸ ਕਰ ਲਿਆ ਕਿ ਅਸੀਂ ਸਾਰੇ ਜਥੇਬੰਦੀਆਂ ਦਾ ਮਤਾ ਸੀ। ਵੇਖ ਲਓ ਰਿਕਾਰਡ ਕੱਢ ਕੇ। ਠੀਕ ਹੈ ਕਿ ਨੌਜਵਾਨਾਂ ਨੇ ਬਾਰਡਰ ਤੋੜ ਦਿੱਤਾ, ਉਹ ਚਲੇ ਗਏ। ਉਹ ਉੱਥੇ ਬੈਠਾ ਰਿਹਾ, ਉਹ ਹਿੰਸਕ ਨਹੀਂ ਹੋਇਆ। ਜਦੋਂ ਸ਼ਾਮ ਨੂੰ ਫਾਈਨਲ ਹੋਇਆ ਤਾਂ ਫਿਰ ਉਸਨੇ ਵੀ ਚਾਲੇ ਪਾਏ, ਥੋੜ੍ਹਾ ਵਿਰੋਧ ਉਸ ਨੂੰ ਵੀ ਕਰਨਾ ਪਿਆ। ਉਹਦਾ ਖਮਿਆਜਾ ਵੀ ਉਹ ਭੁਗਤ ਰਿਹਾ। ਉਹ ਬਾਰਡਰ ਤੋਂ ਕਿੰਨੀ ਦੂਰ ਤੱਕ ਹੈ, ਪ੍ਰਬੰਧ ਵੀ ਉਹਨੂੰ ਪ੍ਰੋਪਰ ਨਹੀਂ ਹੋਏ, ਪਰ ਆਪਣੇ ਤੌਰ 'ਤੇ ਜੋ ਵੀ ਉਹ ਰਾਸ਼ਨ ਸਿੱਧਾ ਲੈ ਕੇ ਗਿਆ ਉਹ ਲੜੇ। ਪਰ ਉਸ ਦਾ ਵੀ ਉਸਨੂੰ ਕੁਦਰਤ ਨੇ ਫਾਇਦਾ ਦਿੱਤਾ। ਉਹ 35 ਕਿਲੋਮੀਟਰ ਲੰਮੇ ਬੈਠੇ ਨੇ ਹਰਿਆਣਾ 'ਚ, ਰੋਹਤਕ ਰੋਡ 'ਤੇ। ਉਹ ਆਲੇ ਦੁਆਲੇ ਪਿੰਡਾਂ 'ਚ ਨੂੰ ਖਿੜ ਜਾਂਦੇ ਨੇ। ਆਪਣਾ ਕੇਡਰ ਉਹਨਾਂ ਨੇ ਸਥਾਪਿਤ ਕਰ ਲਿਆ ਉੱਥੇ ਹਰਿਆਣੇ ਦੇ ਪਿੰਡਾਂ 'ਚ ਜਾ ਕੇ। ਹਰਿਆਣੇ ਦੇ ਲੋਕਾਂ ਨੂੰ ਉਹਨਾਂ ਨੇ ਲਾਮਬੰਦ ਕੀਤਾ। ਸੋ ਇਸ ਕਰਕੇ ਇਹ ਜਿਹੜਾ ਅੰਦੋਲਨ ਜਿੰਨਾ ਕੁਛ ਹਾਸਲ ਕਰ ਗਿਆ, ਸਬਰ ਕਰੋ। ਪਰ ਇਹ ਏਜੰਸੀਆਂ ਦੇ, ਐਂਬੈਸੀਆਂ ਦੇ ਬੰਦੇ ਨੇ ਜਿਹੜੇ ਐਂਬੈਸੀ ਦੇ ਐਂਬੈਸਡਰ ਦੇ ਚਾਹ ਦਾ ਕੱਪ ਨੂੰ ਤਰਸਦੇ ਹੋਏ ਕਿ ਮੇਰੀ ਐਂਬੈਸੀ ਚੱਲਦੀ ਹੈ, ਮੈਂ ਪਤਾ ਨਹੀਂ ਵੀਜ਼ੇ ਲਵਾ ਦੂੰ, ਮੈਂ ਪਤਾ ਨਹੀਂ ਮੋਦੀ ਤੋਂ ਕੀ ਕਰਾ ਦੂੰ। ਉਹ ਮੋਦੀ ਨੇ ਤਾਂ ਜਿਹੜਾ ਹੈਗਾ ਲੋਹ ਪੁਰਸ਼ ਨੂੰ ਮੋਮ ਬਣਾ ਦਿੱਤਾ। ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਸੋ ਇਸ ਕਰਕੇ ਸਾਨੂੰ ਸਮਝ ਸਲੀਕਾ ਚਾਹੀਦਾ। ਘੱਟੋ ਘੱਟ ਜਿਹੜੇ ਮੀਡੀਆ ਵਾਲੇ ਸੱਜਣ ਨੇ ਉਹਨਾਂ ਨੂੰ ਜਾਬਤਾ ਰੱਖਣਾ ਬਹੁਤ ਜ਼ਰੂਰੀ ਆ। ਮੀਡੀਆ ਤੋਂ ਮੈਨੂੰ ਚੇਤੇ ਆਇਆ, ਬਲਤੇਜ ਪੰਨੂ ਹੋਰਾਂ ਨੂੰ ਵੀ ਨੋਟਿਸ ਮਿਲਿਆ। ਚਰਨਜੀਤ ਭੁੱਲਰ ਦੀ ਰਿਪੋਰਟ ਹੈ ਕਿ ਕਿਸਾਨ ਘੋਲ ਦੇ ਮਦਦਗਾਰਾਂ ਦੀ ਘੇਰਾਬੰਦੀ ਤੇ ਹੋਣੀ ਹੋ ਹੈ। ਪਰ ਇਹਦੇ 'ਚ ਕੌਮੀ ਜਾਂਚ ਏਜੰਸੀ ਵੱਲੋਂ ਜਿਸ ਤਰ੍ਹਾਂ ਇਸ ਸੰਘਰਸ਼ ਦੇ 4 ਹਮਾਇਤੀਆਂ ਨੂੰ ਨੋਟਿਸ ਜਾਰੀ ਹੋਇਆ, ਜਿਨ੍ਹਾਂ ਦੇ ਵਿੱਚ ਪਟਿਆਲੇ ਤੋਂ ਪੱਤਰਕਾਰ ਮਿੱਤਰ ਨੇ ਬਲਤੇਜ ਪੰਨੂ, ਇਹਨਾਂ ਨੂੰ 19 ਜਨਵਰੀ ਨੂੰ ਤਲਬ ਕੀਤਾ ਗਿਆ ਤੇ ਧਾਰਾ 160 CRP ਦੇ ਤਹਿਤ ਇਹਨਾਂ ਨੂੰ ਨੋਟਿਸ ਜਾਰੀ ਹੋਇਆ। ਇਸ ਦੇ ਨਾਲ ਨਾਲ ਕੁਝ ਟਰਾਂਸਪੋਰਟਰ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਨੋਟਿਸ ਜਾਰੀ ਹੋਇਆ ਕਿ ਉਹ ਇਸ ਕਿਸਾਨ ਅੰਦੋਲਨ ਦੇ ਵਿੱਚ ਗਲਤ ਭੂਮਿਕਾ ਨਿਭਾ ਰਹੇ ਨੇ, ਉਹਨਾਂ ਨੂੰ ਵੀ ਜਿਹੜਾ ਇਹ ਨੋਟਿਸ ਜਾਰੀ ਹੋਏ ਨੇ। ਹੁਣ ਹੈਰਾਨੀ ਦੀ ਗੱਲ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਸ ਦਾ ਕੰਮ ਦੇਸ਼ ਦੇ ਬਹੁਤ ਗੰਭੀਰ ਕਿਸਮ ਦੇ ਮਾਮਲਿਆਂ ਦੀ ਜਾਂਚ ਕਰਨਾ ਹੈ, ਅਤੇ ਉਹ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ, ਇਸ ਤਰ੍ਹਾਂ ਦੇ ਟਰਾਂਸਪੋਰਟਰਾਂ ਨੂੰ ਕਿਉਂ ਤਲਬ ਕਰ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਖਿਆ ਕਿ ਇਹਨਾਂ ਟਰਾਂਸਪੋਰਟਰਾਂ ਨੇ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਬੱਸ ਸੇਵਾ ਦਿੱਤੀ ਹੈ, ਕੁਝ ਵੀ ਗੈਰ ਕਾਨੂੰਨੀ ਨਹੀਂ ਕੀਤਾ। ਇਸ ਨੋਟਿਸ ਦੇ ਵਿੱਚ ਦੇਸ਼ ਧਰੋਹ ਦੀਆਂ ਧਾਰਾਵਾਂ ਦਾ ਹਵਾਲਾ ਦਿੱਤਾ ਗਿਆ, ਪਰ ਇਹਨਾਂ ਵਿਅਕਤੀਆਂ ਦਾ ਕੋਈ ਵੀ ਅਜਿਹਾ ਪਿਛੋਕੜ ਨਹੀਂ ਹੈ ਕਿ ਉਹਨਾਂ ਨੇ ਕੋਈ ਦੇਸ਼ ਧਰੋਹੀ ਦਾ ਕੰਮ ਕੀਤਾ ਹੋਵੇ। ਇਸ ਸੰਬੰਧੀ ਅਕਾਲੀ ਦਲ ਦੇ ਸੁਪਰੀਮ ਕੋਰਟ ਦਾ ਲੀਗਲ ਵਿੰਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰੇਗਾ ਕਿ ਕਿਉਂ ਕੌਮੀ ਜਾਂਚ ਏਜੰਸੀ ਵੱਲੋਂ ਬਲਤੇਜ ਪੰਨੂ ਨੂੰ 19 ਜਨਵਰੀ ਨੂੰ ਸੱਦਿਆ ਗਿਆ ਅਤੇ ਦੂਸਰਿਆਂ ਨੂੰ ਵੱਖ-ਵੱਖ ਤਰੀਕਿਆਂ ਨੂੰ ਸੱਦਿਆ ਗਿਆ। ਹਾਲਾਂਕਿ ਬਲਤੇਜ ਨੇ ਵੀ ਕਵਰੇਜ ਕੀਤੀ ਹੈ, ਤੁਸੀਂ ਵੇਖਿਆ ਹੀ ਹੋਣਾ ਪੰਜਾਬ TV 'ਤੇ ਜਾਂ ਹੋਰ ਅਦਾਰਿਆਂ 'ਤੇ ਉਹ ਕਰਦੇ ਨੇ, ਅਤੇ ਹਰ ਬੰਦੇ ਨੇ ਉੱਥੇ ਕਵਰੇਜ ਕੀਤੀ ਹੈ। ਇਹ ਠੀਕ ਹੈ ਕਿ ਕਈਆਂ ਦੀ ਫੁਟੇਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਬੋਲ ਜਾਂਦਾ, ਜਿਵੇਂ ਉਹ ਤੀਰ ਵਾਲਾ ਬੱਚਾ ਬੋਲ ਗਿਆ ਸੀ ਜਾਂ ਹੋਰ ਬੋਲ ਗਿਆ ਸੀਗਾ।
ਉਹ ਫੁਟੇਜ ਜੇ ਔਨ 에ਅਰ ਹੁੰਦੀ ਹੈ ਤਾਂ ਉਹ ਕਿਤੇ ਨਾ ਕਿਤੇ ਮੀਡੀਆ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਕੋਈ ਵੀ ਸਰੋਤਾ ਕਿਸੇ ਨੂੰ ਵੀ ਅਗਰ ਜਾਨਲੇਵਾ ਗੱਲ ਬੋਲ ਜਾਂਦਾ ਜਾਂ ਦੇਸ਼ ਦੇ ਖਿਲਾਫ ਕਈ ਅਜਿਹੀ ਗੱਲ ਬੋਲ ਜਾਂਦਾ ਤਾਂ ਉਸ ਦੇ ਲਈ ਉਹ ਮੀਡੀਆ ਵੀ ਜ਼ਿੰਮੇਵਾਰ ਬਣਾ ਲਿਆ ਜਾਂਦਾ। ਸੋ ਇਸ ਸੰਬੰਧੀ ਇਹ ਜਿਹੜਾ ਨੋਟਿਸ ਜਾਰੀ ਹੋਇਆ, ਬਲਤੇਜ ਹੋਰਾਂ ਦਾ ਕਹਿਣਾ ਕਿ ਉਹਨਾਂ ਨੇ ਕਿਸਾਨੀ ਘੋਲ ਦੇ ਹਰ ਪੱਖ ਨੂੰ ਕਵਰ ਕੀਤਾ, ਖਾਸ ਕਰਕੇ ਦੂਜੇ ਸੂਬਿਆਂ ਦੇ ਲੋਕਾਂ ਨੇ ਜਿਹੜਾ ਇਸ ਦੇ ਵਿੱਚ ਯੋਗਦਾਨ ਪਾਇਆ। ਪਰ ਇਸ ਪ੍ਰਾਪਤ ਹੋਏ ਨੋਟਿਸ ਦੇ ਵਿੱਚ ਜਿਹੜੀਆਂ ਦੇਸ਼ ਧਰੋਹ ਦੀਆਂ ਧਾਰਾਵਾਂ ਨੇ ਇਹਨਾਂ ਦਾ ਜ਼ਿਕਰ ਹੈ। ਸੋ ਇਹ ਕਿਸਾਨ ਕਵਰੇਜ ਕਰਨ ਦੇ ਬਿਨਾਂ 'ਤੇ ਕੀਤਾ ਗਿਆ। ਅਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਵੀ ਮੀਡੀਆ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਹੋਵੇ, ਜੋ ਕੁਛ ਉੱਥੇ ਬੋਲਿਆ ਦਿਖਾਇਆ ਗਿਆ। ਇਹ ਠੀਕ ਹੈ ਕਿ ਜੇ ਕੋਈ ਅਜਿਹੀ ਗੱਲ ਹੁੰਦੀ ਹੈ ਉਸ 'ਤੇ ਬੀਪ ਲਾਉਣਾ ਮੀਡੀਆ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਬਲਤੇਜ ਪੰਨੂ ਜ਼ਿੰਮੇਵਾਰ ਪੱਤਰਕਾਰ ਨੇ। ਮੈਂ ਉਹਨਾਂ ਦਾ ਵੇਖਿਆ ਤਾਂ ਨਹੀਂ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕਿਸੇ ਫੁਟੇਜ ਦੇ ਵਿੱਚ ਇੱਦਾਂ ਕੁਛ ਗਲਤ ਵਾਪਰਿਆ ਹੋਵੇ ਜਿਸ ਬਣਾ 'ਤੇ। ਪਰ ਫਿਰ ਵੀ ਦੇਸ਼ ਦੀ ਵੱਡੀ ਏਜੰਸੀ ਵੱਲੋਂ ਇਸ ਤਰ੍ਹਾਂ ਦੇ ਨੋਟਿਸ ਜਾਰੀ ਕਰਨੇ ਬੜਾ ਅਜੀਬ ਲੱਗਦਾ। ਪਹਿਲਾਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਕੁਝ ਮਾਮਲਿਆਂ ਦੇ ਵਿੱਚ 2-4 ਹੋਣਾ ਪਿਆ। ਖੈਰ, ਲੁਧਿਆਣਾ ਤੋਂ ਟਰਾਂਸਪੋਰਟ ਨੇ ਇੰਦਰ ਸਿੰਘ ਝੱਜ, ਨਰੇਸ਼ ਕੁਮਾਰ ਅਤੇ ਜਸਪਾਲ ਸਿੰਘ, ਇਹਨਾਂ ਨੂੰ ਵੀ ਨੋਟਿਸ ਜਾਰੀ ਹੋਏ ਨੇ, ਜਿਨ੍ਹਾਂ ਕੋਲ ਇੰਦਰਪਾਲ ਸਿੰਘ ਝੱਜ ਹੋਰਾਂ ਕੋਲ 30 ਸਾਲ ਪੁਰਾਣੀ ਨਨਕਾਣਾ ਸਾਹਿਬ ਬੱਸ ਸਰਵਿਸ ਹੈ। ਸੋ ਕੌਮੀ ਜਾਂਚ ਏਜੰਸੀ ਨੇ ਇਹਨਾਂ ਨੂੰ ਵੀ ਅੱਜ 15 ਜਨਵਰੀ ਨੂੰ ਤਲਬ ਕੀਤਾ। ਉਹੀ ਦੇਸ਼ ਧਰੋਹ ਵਾਲੀਆਂ ਧਾਰਾਵਾਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਦਿੱਲੀ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਵਿੱਚ ਆਪਣੀ ਬੱਸ ਮੁਫਤ ਭੇਜੀ ਸੀ। ਅੱਜ ਸ਼ਿਵ ਮੋਟਰ ਬਰਨਾਲਾ ਵਾਲੇ ਨੇ ਇਹ ਭੇਜ ਰਹੇ ਨੇ, ਹੋਰ ਬਹੁਤ ਸਾਰੇ ਲੋਕ ਭੇਜ ਰਹੇ ਨੇ। ਸੋ ਇਸ ਸੰਬੰਧੀ ਕਿਸਾਨ ਆਗੂ ਬਲਬੀਰ ਸਿੰਘ, ਡਾਕਟਰ ਦਰਸ਼ਨਪਾਲ, ਜਗਮੋਹਨ ਸਿੰਘ ਪਟਿਆਲਾ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹਨਾਂ ਨੋਟਿਸਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਬਿਲਕੁਲ ਇਹ ਚੀਜ਼ਾਂ ਦੇਖੋ, ਜੇ ਸਰਕਾਰ ਇੱਦਾਂ ਮੀਡੀਆ ਨੂੰ ਜਾਂ ਆਮ ਲੋਕਾਂ ਨੂੰ ਸਿਰਫ ਇਸੇ ਬਣਾ 'ਤੇ ਕੋਈ ਬੱਸਾਂ ਭੇਜਦੇ ਨੇ ਤੰਗ ਕਰੇਗੀ ਤਾਂ ਫਿਰ ਮਹਿੰਗਾ ਹੋਏਗਾ। ਜਦੋਂ ਸਿਆਸਤਦਾਨਾਂ ਦੀਆਂ ਰੈਲੀਆਂ ਹੁੰਦੀਆਂ ਨੇ, ਕੀ ਉਦੋਂ ਬੱਸਾਂ ਨਹੀਂ ਭੇਜੀਆਂ ਜਾਂਦੀਆਂ? ਭੇਜੀਆਂ ਜਾਂਦੀਆਂ ਨੇ, ਪਰ ਇਹਦਾ ਖਮਿਆਜਾ ਵੀ ਭੁਗਤਣਾ ਪੈਂਦਾ ਹੈ। ਮੈਨੂੰ ਯਾਦ ਹੈ, ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਇੱਕ SGPC ਦੇ ਪ੍ਰਧਾਨ ਨੇ ਸਾਡੇ ਫਾਦਰ ਸਾਹਿਬ ਦਾ ਵੀ ਝੋਲਾ ਚੁਕਾਇਆ ਸੀਗਾ, ਜਾਣੀ ਉਹਨਾਂ ਦੀ ਵੀ ਬਦਲੀ ਬਾਰਡਰ 'ਤੇ ਕਰਾ ਦਿੱਤੀ ਸੀ। ਉਦੋਂ ਮੈਂ ਮੀਡੀਆ 'ਚ ਨਹੀਂ ਸੀ, 2003 ਦੀਆਂ ਗੱਲਾਂ ਨੇ, 2002-3 ਦੀਆਂ। ਉਦੋਂ SGPC ਨਾਲ ਸੰਬੰਧਿਤ ਅਕਾਲੀ ਦਲ ਦੇ ਇੱਕ SGPC ਦੇ ਪ੍ਰਧਾਨ, ਵਿਦਵਾਨ ਸੱਜਣ, ਉਹਨਾਂ ਨੇ ਸਾਡੇ ਫਾਦਰ ਦੀ ਬਦਲੀ ਕਰਵਾ ਦਿੱਤੀ ਸਕੂਲ 'ਚੋਂ। ਜਦੋਂ ਅਸੀਂ ਉਹਨੂੰ ਪੁੱਛਿਆ ਪ੍ਰਧਾਨ ਨੂੰ ਜਾ ਕੇ ਕਿ ਕੀ ਗੱਲ ਹੋ ਗਈ, ਕਿਉਂ ਬਦਲੀ ਕਰਾਈ ਜਾ ਰਹੀ ਹੈ, ਕਹਿੰਦਾ ਤੁਸੀਂ ਕਹਿੰਦਾ ਟਰੱਕ ਦੇ ਰਹੇ ਹੋ ਦੂਜੇ ਧਿਰਾਂ ਨੂੰ ਜਿਹੜੀਆਂ ਸਾਡੇ ਵਿਰੋਧੀ ਨੇ। ਉਦੋਂ ਇਹਨਾਂ ਦਾ ਅਕਾਲੀਆਂ ਦਾ ਟੌੜਾ ਸਾਹਿਬ ਨੂੰ ਲੈ ਕੇ ਵਿਵਾਦ ਹੋਇਆ ਸੀ। ਹਾਲਾਂਕਿ ਟੌੜਾ ਸਾਹਿਬ ਨਾਲ ਵੀ ਸਾਡਾ ਕੋਈ ਬਹੁਤਾ ਲਗਾ ਨਹੀਂ ਹੈ। ਸਾਡੇ ਪਿੰਡ ਦੇ ਜ਼ਮੀਨਾਂ ਦੇ ਰੌਲਿਆਂ ਦੇ ਵਿੱਚ ਜਦੋਂ ਤਾਇਆਂ ਚਾਚਿਆਂ ਦੇ ਹੁੰਦੇ ਨੇ, ਟੌੜਾ ਸਾਹਿਬ ਵੀ ਦੂਜੀ ਪਾਰਟੀ ਨਾਲ ਨਿਭਦੇ ਰਹੇ ਨੇ। ਖੈਰ, ਕਿਉਂਕਿ ਟਰੱਕ ਯੂਨੀਅਨ ਦੇ ਵਿੱਚ ਸਾਡੇ ਟਰੱਕ ਸੀਗੇ ਅਤੇ ਬਗਾਰ ਦੇ ਵਿੱਚ ਟਰੱਕ ਭੇਜੇ ਜਾਂਦੇ ਨੇ, ਅਤੇ ਉਹ ਸਾਡੇ ਟਰੱਕਾਂ ਨੂੰ ਵੀ ਇਸ ਤਰ੍ਹਾਂ ਜਾਣਾ ਪੈਂਦਾ ਸੀਗਾ। ਅਸੀਂ ਵੀ ਗੱਡੀਆਂ ਭੇਜਦੇ ਸੀਗੇ ਜਦੋਂ ਇਸ ਤਰ੍ਹਾਂ ਦੀ ਬਗਾਰ ਆਉਂਦੀ ਸੀ। ਅਤੇ ਪਿੰਡ ਦੇ ਜਿੱਥੇ ਪਾਪਾ ਜੋਬ ਕਰਦੇ ਸੀ, ਪਟਿਆਲੇ ਨੇੜੇ ਪਿੰਡ ਹੈ, ਉੱਥੇ ਅਸਲ ਦੇ ਵਿੱਚ ਵੋਟਾਂ ਬਣਾਉਣ ਦਾ ਮਾਮਲਾ ਸੀਗਾ। ਅਤੇ ਇੱਕ ਪਿੰਡ ਦੀ ਕੁੜੀ ਜਿਹੜੀ ਨੂੰ ਵਿਆਹੀ ਨੂੰ ਕਈ ਸਾਲ ਹੋ ਗਏ ਸਨ, ਅਤੇ ਜਦੋਂ ਦੂਜੀ ਪਾਰਟੀ ਨੇ ਉਜ਼ਰ ਕੀਤਾ ਕਿ ਇਹ ਤਾਂ ਪਿੰਡ ਦੀ ਕੁੜੀ ਹੈ ਜੀ, ਇਹ ਦੂਜੇ ਥਾਂ ਵਿਆਹੀ ਆ, ਇਹਦੀ ਉੱਥੇ ਵੀ ਵੋਟ ਬਣੀ ਹੋਈ ਹੈ ਅਤੇ ਇੱਥੇ ਵੀ ਵੋਟ ਬਣੀ ਹੈ, ਆਹ ਉਹਦੇ ਪ੍ਰੂਫ ਨੇ। ਅਤੇ ਮੇਰੇ ਫਾਦਰ ਸਾਹਿਬ ਵੀ ਬਹੁਤ ਇਸ ਮਾਮਲੇ 'ਚ ਜਜ਼ਬਾਤੀ ਨਹੀਂ, ਜਿੱਦੀ ਵੀ ਨੇ, ਦਲੇਰ ਵੀ ਨੇ। ਉਹਨਾਂ ਨੇ ਵੋਟ ਕੱਟ ਦਿੱਤੀ। ਹਾਲਾਂਕਿ ਕਈ ਜ਼ੁਕਾਮੀਆਂ ਬੰਦੇ ਹੁੰਦੇ ਨੇ, ਕਹੇ ਜੀ ਮੈਨੂੰ ਤਾਂ ਪਤਾ ਨਹੀਂ, ਗਾਂਹ ਭੇਜ ਦਿਓ। ਉਹਨਾਂ ਨੇ ਵੋਟ ਕੱਟ ਕੇ ਉਹ ਮਾਰੀ। ਕਹਿੰਦੇ ਠੀਕ ਹੈ, ਪ੍ਰੂਫ ਹੈ, ਕਿਉਂਕਿ ਉਹ ਮੌਕੇ 'ਤੇ ਅਫਸਰ ਹੁੰਦਾ ਬੰਦਾ, ਭਾਵੇਂ ਚੌਕੀਦਾਰ ਹੋਵੇ ਅਤੇ ਭਾਵੇਂ ਪ੍ਰਧਾਨ ਮੰਤਰੀ ਹੋਵੇ, ਜ਼ਰੂਰਤ ਹੋਣੀ ਚਾਹੀਦੀ ਹੈ। ਸੋ ਬਜ਼ੁਰਗਾਂ ਤੋਂ ਹੀ ਜ਼ਰੂਰਤ ਸਾਡੇ ਕੋਲ ਵੀ ਹੈ। ਉਹਨਾਂ ਨੇ ਬਦਲੀ ਕਰਾ ਦਿੱਤੀ, ਉਹ ਕੱਟ ਦਿੱਤੀ ਵੋਟ। ਅਤੇ ਪਿੰਡ ਦਾ ਇੱਕ ਖੜਪੰਚ ਸੀਗਾ ਜਿਹੜਾ ਨੋਟਬੰਦੀ ਦੇ ਦੌਰਾਨ ਬੈਂਕ ਦੇ ਵਿੱਚ ਲੱਗਿਆ ਹੋਇਆ, ਉਸੇ ਪਾਰਟੀ ਦੇ। ਇਹ ਮੈਂ ਤਾਂ ਦੱਸਣਾ ਚਾਹੁੰਦਾ ਕਿ ਜਦੋਂ ਮੋਦੀ ਸਾਹਿਬ ਦੀ ਪਾਰਟੀ ਦੇ ਸੀ, ਉਹ ਵੀ ਅਕਾਲੀ ਦਲ ਦਾ, ਭਾਜਪਾ ਦਾ, ਅਤੇ ਉਹ ਲਾਈਨ 'ਚ ਲੱਗਿਆ, ਉਹਦੀ ਡੈਥ ਹੋ ਗਈ। ਚਲੋ ਮਾੜੀ ਗੱਲ ਹੈ, ਅਸੀਂ ਤਾਂ ਉਹਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਆਖੀ। ਪਰ ਉਸ ਖੜਪੈਂਚ ਕਿਸਮ ਦੇ ਪੰਚ ਨੇ ਪਾਪਾ ਦੀ ਬਦਲੀ ਕਰਾਈ। ਪਾਪਾ ਹੋਰਾਂ ਨੂੰ ਬਾਰਡਰ ਤੋਂ ਪਰੇ ਮਾਰਿਆ ਚੱਕ ਕੇ, ਉਹ ਇੱਧਰ ਹਰਿਆਣਾ ਦੇ ਬਾਰਡਰ 'ਤੇ। ਚਲੋ ਜ਼ੋਰ ਪਾਇਆ ਸੀ, ਆਪਣੀ ਜਿੰਨੀ ਕੁ ਪਹੁੰਚ ਸੀ ਬਦਲੀ ਰੁਕਵਾ ਲਈ। ਜਿੰਨੀ ਦੇਰ ਨਹੀਂ ਹੋਈ ਉਨੀ ਦੇਰ ਬਾਪੂ ਨੂੰ ਛੁੱਟੀ 'ਤੇ ਰੱਖ ਲਿਆ। ਪਰ ਮੇਰੇ ਕਹਿਣ ਦਾ ਮਤਲਬ ਹੈ, ਮੈਂ ਕਿਹਾ ਵੀ ਜਦੋਂ ਤੁਹਾਡੀ ਸਰਕਾਰ ਮੈਂ ਉਹਨੂੰ ਲੀਡਰ ਨੂੰ ਪੈ ਨਿਕਲਿਆ, ਮੈਂ ਕਿਹਾ ਜਦੋਂ ਤੁਸੀਂ ਹੁਣ ਬਗਾਰ ਭੇਜ ਦਿਓ, ਪ੍ਰਧਾਨ ਹੋ ਕਿ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਟਰੱਕ ਯੂਨੀਅਨ ਪਟਿਆਲਾ ਨੂੰ ਤੁਸੀਂ ਭੇਜ ਦਿਓ ਕਿ ਤੁਸੀਂ ਨਹੀਂ ਵਗਾਰ ਕਰਾਉਂਦੇ, ਅਸੀਂ ਕੋਲੋਂ ਵਗਾਰ ਕਰਦੇ ਹਾਂ ਤੁਹਾਡੀ, ਹੈ ਨਾ। ਅਤੇ ਇਹਦੇ 'ਚ ਕੀ ਗੁਨਾਹ ਹੋ ਗਿਆ? ਖੈਰ, ਮੈਂ ਉਸ ਨੇਤਾ ਨਾਲ ਕਾਫੀ ਖਿੱਭੜਿਆ ਉਦੋਂ।
ਮੈਂ ਕਿਹਾ ਵੀ ਜਿਹੜਾ ਕੁਛ ਇਹਨੇ ਕਰਨਾ ਸੀ ਕਰ ਦਿੱਤਾ, ਹੈ ਨਾ। ਪਰ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਲੋਕ ਹੁਣ NIA ਹੈ, ਪੱਤਰਕਾਰ ਦਾ ਕੰਮ ਉਹਦੀ ਜੋਬ ਹੈ, ਉਹ ਆਪਣੀ ਜੋਬ ਨਿਭਾ ਰਿਹਾ। ਕੀ ਤੁਹਾਡੇ ਆਰਨਵਿਜ਼ਮ ਜਾਂ ਹੋਰ ਜਿਹੜੇ ਮੌਕੇ 'ਤੇ ਇਹ ਲੋਕ ਇਹ ਚੀਜ਼ਾਂ ਨਹੀਂ ਕਰਦੇ? ਸੋ ਇਸ ਕਰਕੇ ਇਹ ਜਿਹੜੇ ਸਿਆਸਤਦਾਨ ਨੇ ਨਾ, ਜਦੋਂ ਮਾੜੀ ਮੋਟੀ ਸੱਤਾ 'ਚ ਆ ਜਾਂਦੇ ਨੇ ਨਾ, ਅਤੇ ਦੂਜੇ ਦਾ ਸਾਹ ਸੱਤ ਕੱਢਣ 'ਚ ਕੋਈ ਕਸਰ ਨਹੀਂ ਛੱਡਦੇ। ਦੂਜੇ ਬੰਨੇ ਦਸੂਹਾ ਦੀ ਖਬਰ ਹੈ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਦਸੂਹਾ ਨੂੰ ਵਿਰਾਟ ਨਗਰੀ ਕਿਹਾ ਜਾਂਦਾ। ਕਈ ਲੋਕ ਕਹਿੰਦੇ ਨੇ ਕਿ ਸਵੇਰੇ ਸਵੇਰੇ ਦਸੂਹਾ ਦਾ ਨਾਂ ਲਓ, ਨਾ ਲਓ ਅਤੇ ਰੋਟੀ ਪਾਣੀ ਨਸੀਬ ਨਹੀਂ ਹੋਏਗਾ। ਪਰ ਮੈਂ ਤਾਂ ਅਕਸਰ ਜੇ ਇਹ ਗੱਲ ਹੈ ਤਾਂ ਰੋਜ਼ ਦਸੂਹਾ ਦਾ ਨਾਂ ਲੈ ਕੇ ਪ੍ਰੋਗਰਾਮ ਸ਼ੁਰੂ ਕਰ ਲਿਆ ਕਰੂੰ। ਦੇਖੋ ਮੇਰੀ ਕਿਹੜੇ ਰੋਟੀ ਪਰੌਂਠੇ ਤੁਸੀਂ ਰੋਕ ਦਿਓਗੇ। ਅਸੀਂ ਤਾਂ ਬਰੋਕਲੀ ਵਾਲੇ ਪਰੌਂਠੇ ਖਾਈਦੇ ਆ, ਉਹ ਵੀ ਘਰੇ ਪੈਦਾ ਕੀਤੀ ਬਰੋਕਲੀ ਦੇ। ਸੋ ਇਸ ਦੌਰਾਨ ਦਸੂਹੇ ਦੇ ਨੌਜਵਾਨ ਦੀ ਜਿਹੜੀ ਇੱਕ ਮਾੜੀ ਖਬਰ ਆ ਰਹੀ ਹੈ ਇੰਗਲੈਂਡ ਤੋਂ। ਸੁਨੀਲ ਕੁਮਾਰ ਛਾਬੜਾ 44 ਸਾਲ ਦਾ ਸੀਗਾ, ਇਟਲੀ ਦੇ ਵਿੱਚ ਰਹਿਣ ਮਗਰੋਂ ਰੁਜ਼ਗਾਰ ਲਈ ਇੰਗਲੈਂਡ ਦੇ ਸ਼ੈਫੀਲਡ ਸ਼ਹਿਰ ਦੇ ਵਿੱਚ ਚਲਿਆ ਗਿਆ ਸੀ, ਜਿੱਥੇ ਗਰੋਸਰੀ ਸਟੋਰ ਚਲਾ ਰਿਹਾ ਸੀ। ਦੱਸਿਆ ਜਾਂਦਾ ਜਿਹੜਾ ਕਰੋਨਾ ਦੀ ਨਵੀਂ ਲਹਿਰ ਆਈ ਹੈ, ਇਸ ਦੇ ਨਾਲ ਇਸ ਦੀ ਮੌਤ ਦੱਸੀ ਜਾਂਦੀ ਹੈ। ਅਤੇ ਇੱਕ ਤੁਹਾਨੂੰ ਬਹੁਤ ਸਾਰੇ ਪੁਰਾਣੇ ਕਿੱਸੇ ਨੇ ਪੰਜਾਬ ਦੇ। ਹੀਰ ਰਾਂਝਾ ਦੇ ਕਿੱਸੇ ਤਾਂ ਤੁਸੀਂ ਅਕਸਰ ਸੁਣੇ ਨੇ, ਪਰ ਇੱਕ ਨਵਾਂ ਕਿੱਸਾ ਹੀਰੋ ਅਤੇ ਲੈਂਡਰ ਦਾ ਤੁਹਾਨੂੰ, ਇਹ ਯੂਨਾਨ ਦੀ ਪ੍ਰੀਤ ਕਥਾ, ਉਹ ਸੁਣਾਉਂਦੇ ਤੁਹਾਨੂੰ ਅੱਜ। ਸੋ ਇਹ ਜਿਹੜੀ ਜਿਸ ਤਰ੍ਹਾਂ ਹੀਰ ਰਾਂਝੇ ਦੇ ਕਿੱਸੇ, ਮਿਰਜ਼ਾ ਸਾਹਿਬਾਂ ਦੇ ਕਿੱਸੇ, ਇਹਨਾਂ ਦਾ ਜ਼ਿਕਰ, ਇਹਨਾਂ ਦੀਆਂ ਮੁਹੱਬਤਾਂ ਜਾਂ ਇਹਨਾਂ ਦੇ ਕਿੱਸਿਆਂ ਦੇ ਮੁਤਲਕ ਭਾਈ ਗੁਰਦਾਸ ਨੇ ਵੀ ਲਿਖਿਆ, ਸੱਸੀ ਪੁੰਨੂ ਦੋਸਤੀ। ਉਹਦੇ ਮਾਅਨੇ ਭਾਵੇਂ ਹੋਰ ਸਮਝਾਏ ਗਏ ਨੇ, ਪਰ ਇਹ ਹੀਰੋ ਅਤੇ ਲੈਂਡਰ ਦਾ ਜਿਹੜਾ ਕਿੱਸਾ, ਇਹ ਪ੍ਰਾਚੀਨ ਯੂਨਾਨੀ ਇੱਕ ਲਵ ਸਟੋਰੀ ਹੈ, ਜਿਸ ਦੇ ਵਿੱਚ ਮੋਸੀਅਸ ਨੇ 4ਵੀਂ ਜਾਂ 5ਵੀਂ ਸਦੀ ਈਸਵੀ ਦੇ ਵਿੱਚ ਵਿਸਤਾਰ ਨਾਲ ਲਿਖਿਆ ਇਹ ਕਿੱਸਾ। ਪਰ ਇਸ ਤੋਂ ਪਹਿਲਾਂ ਵੀ ਇਸ ਕਥਾ ਵੱਲ ਸੰਕੇਤ ਓਵਡ, ਸਟਾਸੀਅਸ ਅਤੇ ਵਗਰਾਲ ਨੇ ਆਪਣੀਆਂ ਲਿਖਤਾਂ ਦੇ ਵਿੱਚ ਕੀਤਾ ਹੈ, ਅਤੇ ਇਸ ਕਥਾ ਦੇ ਪ੍ਰਾਚੀਨ ਤੱਤ ਵੀ ਮਿਲਦੇ ਨੇ। ਹੀਰੋ ਹੈਲਸਪੌਂਟ ਦਰਿਆ ਦੇ ਉਰਲਾਲੇ ਕੰਢੇ ਉੱਤੇ ਵਸਦੇ ਇੱਕ ਨਗਰ ਮੈਸਟਸ ਦੇ ਵਿੱਚ ਮੁਹੱਬਤ ਦੀ ਦੇਵੀ ਮੰਨੀ ਜਾਂਦੀ ਹੈ, ਜਿਹੜੀ ਐਫਰੋਡਾਈਟ ਦੇ ਦੇਵ ਮੰਦਰ ਦੇ ਵਿੱਚ ਪੁਜਾਰਨ ਸੀ। ਅਤੇ ਲੈਂਡਰ ਸੀ ਜਿਹੜਾ ਉਸ ਦਾ ਪ੍ਰੇਮੀ ਲੈਂਡਰ, ਇਹ ਦਰਿਆ ਦੇ ਪਰਲੇ ਪਾਸੇ ਵੱਲ ਵਸਦੇ ਨਗਰ ਅਬੀਦਸ ਦਾ ਵਸਨੀਕ ਸੀ। ਸੋ ਹੀਰੋ ਹੈਲੋਸਪੌਂਟ ਜਿਹੜੀ ਪੁਜਾਰਨ ਸੀ ਮੁਹੱਬਤ ਦੀ ਦੇਵੀ ਐਫਰੋਡਾਈਟ ਦੇ ਮੰਦਰ ਦੀ, ਉਸ ਦੇ ਅਤੇ ਲੈਂਡਰ ਦੇ ਦਰਮਿਆਨ ਲਵ ਸਟੋਰੀ ਸ਼ੁਰੂ ਹੋਈ। ਜਦੋਂ ਲੈਂਡਰ ਨੇ ਮੁਹੱਬਤ ਦੀ ਦੇਵੀ ਦੇ ਇੱਕ ਸਮਾਗਮ ਦੇ ਵਿੱਚ ਹੀਰੋ ਨੂੰ ਵੇਖਿਆ, ਹੀਰੋ ਲੜਕੀ ਦਾ ਨਾਂ ਹੈ ਇੱਥੇ, ਤਾਂ ਉਸ ਦੇ ਦਿਲ ਦੇ ਵਿੱਚੋਂ ਹੀਰੋ ਲਈ ਪ੍ਰੇਮ ਪੈਦਾ ਹੋਇਆ। ਹੀਰੋ ਦੇਵ ਮੰਦਰ ਦੀ ਪੁਜਾਰਨ ਹੋਣ ਕਰਕੇ ਲੈਂਡਰ ਦੇ ਨਾਲ ਵਿਆਹ ਨਹੀਂ ਸੀ ਕਰਾ ਸਕਦੀ, ਕਿਉਂਕਿ ਇੱਥੇ ਇੰਡੀਅਨ ਸਨਾਤਨੀ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੰਦਰ ਦੀਆਂ ਪੁਜਾਰਨਾਂ ਹੁੰਦੀਆਂ ਨੇ, ਦੇਵਦਾਸੀਆਂ ਹੁੰਦੀਆਂ ਨੇ, ਉਹਨਾਂ ਨੂੰ ਵਿਆਹ ਕਰਾਉਣ ਦਾ ਅਧਿਕਾਰ ਨਹੀਂ ਹੁੰਦਾ। ਇਸੇ ਤਰ੍ਹਾਂ ਹੀਰੋ ਨੂੰ ਵੀ ਵਿਆਹ ਸੰਬੰਧਾਂ ਦਾ ਅਧਿਕਾਰ ਨਹੀਂ ਸੀ। ਹੀਰੋ ਦੇਵ ਮੰਦਰ ਦੀ ਪੁਜਾਰਨ ਹੋਣ ਕਰਕੇ ਉਸਨੇ ਲੈਂਡਰ ਦਾ ਪ੍ਰਸਤਾਵ ਟਕਰਾ ਦਿੱਤਾ। ਸੋ ਦੋਵੇਂ ਰਾਤ ਵੇਲੇ ਫਿਰ ਵੀ ਇੱਕ ਦੂਜੇ ਨੂੰ ਮਿਲਣ ਲੱਗੇ। ਲੈਂਡਰ ਰਾਤ ਦੇ ਵਕਤ ਠਾਠਾ ਮਾਰਦੇ ਦਰਿਆ ਨੂੰ ਤੈਰ ਕੇ ਚੋਰੀ ਛੁਪੇ ਹੀਰੋ ਨੂੰ ਮਿਲਣ ਲਈ ਜਾਂਦਾ ਸੀ, ਅਤੇ ਉੱਧਰ ਹੀਰੋ ਵੀ ਦੇਵ ਮੰਦਰ ਦੇ ਮਨਾਰੇ ਉੱਤੇ ਇਸ ਖਿਆਲ ਦੇ ਨਾਲ ਮਸ਼ਾਲ ਜਗਾ ਦਿੰਦੀ ਸੀ ਤਾਂ ਜੋ ਲੈਂਡਰ ਹਨੇਰੇ ਦੇ ਵਿੱਚ ਦਰਿਆ ਨਾ ਭਟਕ ਜਾਵੇ। ਇੱਕ ਵਾਰੀ ਸਖਤ ਹਨੇਰੀ ਦੇ ਕਾਰਨ ਮਸ਼ਾਲ ਬੁਝ ਗਈ ਅਤੇ ਲੈਂਡਰ ਹਨੇਰੀ ਅਤੇ ਝੱਖੜ ਦੀ ਦਿਸ਼ਾ ਠੀਕ ਨਾ ਹੋਣ ਕਰਕੇ ਅਨੁਮਾਨ ਨਾ ਲਗਾ ਸਕਿਆ ਅਤੇ ਦਰਿਆ ਦੀਆਂ ਲਹਿਰਾਂ ਦੀ ਲਪੇਟ ਦੇ ਵਿੱਚ ਆ ਗਿਆ। ਅਤੇ ਸਵੇਰ ਦੇ ਵਕਤ ਉਸ ਦੀ ਲਾਸ਼ ਦਰਿਆ ਦੇ ਕੰਢੇ 'ਤੇ ਜਦੋਂ ਹੀਰੋ ਨੇ ਵੇਖੀ ਤਾਂ ਉਸਨੇ ਵੀ ਦਰਿਆ ਦੇ ਵਿੱਚ ਛਾਲ ਮਾਰ ਕੇ ਜਾਨ ਗਵਾ ਦਿੱਤੀ, ਕੁਰਬਾਨ ਕਰ ਦਿੱਤੀ। ਯੂਨਾਨ ਦੀ ਇਹ ਪ੍ਰੇਮਿਕਾ ਹੀਰੋ ਦਾ ਪੰਜਾਬੀ ਨਾਇਕਾ ਹੀਰ ਦੇ ਨਾਵਾਂ ਦੇ ਵਿੱਚ ਸਮਾਨਤਾ ਦਾ ਭੁਲੇਖਾ ਖਾ ਕੇ ਡਾਕਟਰ ਮੋਹਨ ਸਿੰਘ ਨੇ ਹੀਰ ਰਾਂਝੇ ਦੀ ਪ੍ਰੇਮ ਗਾਥਾ ਨੂੰ ਉਪਰੋਕਤ ਕਥਾ ਦੇ ਪ੍ਰਭਾਵ ਹੇਠ ਰਚੀ ਗਈ ਮੰਨਿਆ, ਜੋ ਕਿ ਠੀਕ ਨਹੀਂ ਹੈ। ਹੀਰੋ ਦਾ ਹੀਰ ਦੇ ਨਾਲ ਇਸ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਸੀ। ਹੀਰੋ ਲੈਂਡਰ ਦੀ ਪ੍ਰੀਤ ਕਥਾ ਵੀ ਕੋਈ ਕਥਾਨਕ ਰੂੜੀ ਦੇ ਵਿੱਚ ਹੀਰ ਰਾਂਝੇ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੀ। ਹਾਂ, ਸੋਹਣੀ ਮਹਿਵਾਲ ਦੀਆਂ ਪ੍ਰਮੁੱਖ ਰੂੜੀਆਂ ਨੇ, ਜਿਸ ਤਰ੍ਹਾਂ ਸੋਹਣੀ ਅਤੇ ਮਹਿਵਾਲ ਵੀ ਦਰਿਆ ਦੇ ਕੰਢੇ ਮਿਲਦੇ ਸੀ। ਸੋਹਣੀ ਵੀ ਫਿਰ ਘੜਾ ਚੁੱਕ ਕੇ ਮਿਲਣ ਗਈ ਅਤੇ ਆਖਰ ਨੂੰ ਉਹ ਵੀ ਸਮਾ ਗਈ ਦਰਿਆ ਦੀਆਂ ਲਹਿਰਾਂ ਦੇ ਵਿੱਚ। ਸੋ ਇਸ ਦੌਰਾਨ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਬੈਲਾਂ 에ਅਰ 'ਤੇ ਜਾਈ ਜਾਂਦੀਆਂ। ਰਾਮ ਬਾਬਾ ਮਾਣੂਕੇ ਸਾਹਿਬ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਉਸ ਤੋਂ ਬਾਅਦ ਹੀਰੋ ਅਤੇ ਲੈਂਡਰ ਦੀ ਲਵ ਸਟੋਰੀ ਦਾ ਜ਼ਿਕਰ ਕਰਾਂਗੇ। ਰਾਮ ਬਾਬਾ ਮਾਣੂਕੇ ਜੀ, ਸਵਾਗਤ ਹੈ, ਤੁਸੀਂ ਔਨ 에ਅਰ ਹੋ।
ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮਾਣੂਕੇ ਸਾਹਿਬ, ਕੀ ਹਾਲ ਚਾਲ ਨੇ? ਬਸ ਠੀਕ ਹੈ ਸਰ, ਵਧੀਆ ਜੀ, ਕਿਰਪਾ ਬਾਬੇ ਨਾਨਕ ਦੀ। ਕੀ ਬਾਤ ਹੈ, ਕੀ ਬਾਤ ਹੈ। ਮੌਸਮ ਬਹੁਤ ਠੰਡਾ ਹੈ, ਖੇਤੀ ਬਹੁਤ ਜ਼ਿਆਦਾ ਠੰਡਾ ਹੈ। ਹਾਂ, ਖੇਤੀ ਪੱਤੀ ਦੇ ਕੰਮਾਂ 'ਚ ਕਾਫੀ ਦਿੱਕਤ ਆਉਂਦੀ ਹੋਏਗੀ, ਹੈ ਨਾ? ਬਾਰਿਸ਼ ਨਾ ਆਵੇ, ਬਸ ਬਾਰਿਸ਼ ਦਾ ਦਿੱਕਤ ਆ ਆਪਾਂ ਨੂੰ ਦਿੱਲੀ ਦੇ ਵਿੱਚ, ਹੋਰ ਤਾਂ ਕੋਈ ਦਿੱਕਤ ਨਹੀਂ ਪਈ। ਬਿਲਕੁਲ ਗੱਲ ਨਹੀਂ ਕਹੀ, ਲੇਕਿਨ ਪਿੰਡਾਂ ਦੇ ਵਿੱਚ ਰਹਿੰਦੇ ਆ ਲੋਕ ਭੜਕਾਊ ਜ਼ਿਆਦਾ। 26 ਜਨਵਰੀ ਨੂੰ ਉੱਥੇ ਚਲੋ ਜੀ ਆਪਾਂ ਟਰੈਕਟਰ ਮਾਰਚ ਕਰਨਾ, ਲੇਕਿਨ ਇਹ ਗੌਰਮੈਂਟ ਕਿਸੇ ਬਹਾਨਾ ਭਾਲਦੀ ਆ, ਜੇ ਆ ਕੋਈ ਨੁਕਸਾਨ ਹੋ ਗਿਆ, ਜਿਹੜੀ 2-3 ਮਹੀਨੇ ਦੀ ਘਾਲਣਾ ਦਿੱਲੀ ਦੇ ਵਿੱਚ ਘਾਲੀ ਆ 50-55 ਦਿਨ ਦੀ ਆਪਾਂ, ਤੇ ਬਾਕੀ ਜਿਹੜੀ ਕਿਸਾਨ ਜਥੇਬੰਦੀ ਇੱਥੇ 2-3 ਮਹੀਨੇ ਦਾ ਘੋਲ ਕੀਤਾ, ਉਹ ਸਭ ਮਿੱਟੀ ਹੋ ਜਾਂਦੀ ਹੈ ਜੀ। ਇਸ ਲਈ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਸਰੋਤੇ ਆ, ਹਰ ਇੱਕ ਨੂੰ ਅੱਗੇ ਦੇ ਅੱਗੇ ਮੈਸੇਜ ਦਿਓ ਵੀ ਇਹ ਕੰਮ ਨਹੀਂ ਕਰਨਾ, ਆਪਾਂ ਵਾਇਲੈਂਸ ਨਹੀਂ ਕਰਨੀ ਕਿਸੇ ਜਾਤੀ। ਬਿਲਕੁਲ ਜੀ, ਭੜਕਾਊ ਗੱਲ ਤਾਂ ਕਰਨੀ ਨਹੀਂ ਨਾ, ਇਹ ਤਾਂ ਏਜੰਸੀਆਂ ਚਾਹੁੰਦੀਆਂ ਸਰ। ਜਿਹੜੇ ਮਾੜੇ ਮੋਟੇ ਸਾਡੇ ਵਰਗੇ ਜਿਹੜੇ ਬੰਦੇ ਆ, ਉਹ ਕਹਿੰਦੇ ਆ ਜੀ ਐਂ ਕਰ ਦਿਆਂਗੇ, ਦਿੱਲੀ 'ਚ ਆਇਆ ਕਰ ਦਿਆਂਗੇ ਜੀ, ਕੁਛ ਨਹੀਂ ਹੁੰਦਾ ਜੀ। ਸਰਕਾਰ ਨਾਲ ਆਪਾਂ ਸਿਸਟਮ ਨਾਲ ਲੜ ਸਕਦੇ ਹਾਂ ਸਿਰਫ ਸ਼ਾਂਤਮਈ ਤਰੀਕੇ ਨਾਲ। ਜੇ ਆਪਾਂ ਕਹੀਏ ਡਾਂਗਾਂ ਨਾਲ ਲੜਨ ਵਾਲਾ ਆਪਣੇ ਕੋਲ ਹਿੰਮਤ ਨਹੀਂ ਹੈਗੀ, ਨਾ ਹੀ ਆਪਾਂ ਲੜ ਸਕਦੇ ਇਹਨਾਂ ਨਾਲ। ਤੇ ਸਰ ਮੈਂ ਉਹ ਤੁਹਾਨੂੰ ਇਹ ਪੁੱਛਣਾ ਸੀ, ਜਿਹੜੇ ਆਪਣੇ ਮੁੰਡੇ ਟੈਂਕੀ ਤੇ ਜਿਹੜੇ ਸੀ ਪਟਿਆਲੇ, ਉਹਨਾਂ ਦਾ ਕੀ ਬਣਿਆ? ਮੇਰੀ ਉਹਨਾਂ ਨਾਲ ਪਰਸੋਂ ਸ਼ਾਮੀ ਗੱਲ ਹੋਈ ਸੀ। ਕੋਈ ਨਹੀਂ, ਆਪਾਂ ਅਪਡੇਟ ਲੈ ਲੈਂਦੇ। ਮੈਂ ਕੋਸ਼ਿਸ਼ ਕਰਦਾ ਕਿ ਉਹਦੇ ਬਾਰੇ ਕੀ ਹੋਇਆ ਜ਼ਰੂਰ ਜਾਣਕਾਰੀ ਤੁਹਾਨੂੰ ਦੇਵਾਂਗੇ ਕੁਝ ਪਲ ਬਾਅਦ, ਹੈ ਨਾ? ਓਕੇ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਮਿਹਰਬਾਨੀ। ਸੋ ਬਾਈ ਜੀ ਰਾਮ ਬਾਬਾ ਮਾਣੂਕੇ ਜੁੜੇ ਸਨ। ਅਤੇ ਹਾਂ, ਆਪਣੀ ਗੱਲਬਾਤ ਚੱਲ ਰਹੀ ਸੀ ਹੀਰੋ ਅਤੇ ਲੈਂਡਰ ਦੇ ਕਿੱਸੇ ਬਾਰੇ, ਕਿ ਹੀਰੋ ਪ੍ਰੇਮਕਾ ਸੀ ਅਤੇ ਲੈਂਡਰ ਉਸ ਦਾ ਪ੍ਰੇਮੀ ਸੀ। ਅਤੇ ਇਹਦੀ ਕਥਾਨਕ ਜਿਹੜਾ ਹੈ ਸੋਹਣੀ ਮਹਿਵਾਲ ਦੇ ਕਿੱਸੇ ਨਾਲ ਤਾਂ ਮਿਲਦੀ ਹੈ, ਪਰ ਇਹਦੀ ਇਤਿਹਾਸਕ ਸਾਂਝ ਜਿਹੜੀ ਹੈ ਕੋਈ ਬਹੁਤੀ ਸੋਹਣੀ ਮਹਿਵਾਲ ਦੇ ਕਿੱਸੇ ਦੇ ਨਾਲ ਨਹੀਂ ਹੈ। ਸੋ ਇਹ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਦੇ ਵਿੱਚ ਇਹ ਕਹਾਣੀ ਆਪਾਂ ਨੂੰ ਮਿਲਦੀ ਹੈ। ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੀ ਕੋਸ਼ਿਸ਼ ਹੈ ਤੁਹਾਡੇ ਤੱਕ ਪੁੱਜਦੀਆਂ ਰਹਿਣ, ਸੀਨਾ ਬਸੀਨਾ ਜੋ ਸਾਡੇ ਤੱਕ ਪੁੱਜੀਆਂ ਨੇ। ਇਸੇ ਤਰ੍ਹਾਂ ਹੀਰੀਏ ਫਕੀਰੀਏ ਵੀ ਸੁਣਿਆ। ਹੀਰੀਆਂ ਲਫ਼ਜ਼ ਇੱਕ ਸੀ ਜਿਹੜਾ ਉਹ ਅਲੋਪ ਹੋ ਗਿਆ। ਹੀਰੀਆਂ ਕੀ ਸੀ? ਪਾਕਿਸਤਾਨ ਦੇ ਪੋਠੋਹਰ ਇਲਾਕੇ ਦੇ ਵਿੱਚ ਉਦੋਂ ਪੰਜਾਬ ਹੀ ਸੀਗਾ। ਹੀਰੀਆਂ ਦਾ ਸ਼ਾਬਕ ਜਿਹੜਾ ਅਰਥ ਹੈ ਨਾ, ਛਿੱਬੀਆਂ ਦੇਣੀਆਂ, ਕਿਸੇ ਨੂੰ ਟਿਚਰਾਂ ਕਰਨੀਆਂ, ਕਿਸੇ ਦਾ ਮੌਜੂ ਉਡਾਉਣਾ। ਇਹ ਉਹ ਟੱਪੇ ਨੇ ਜੋ ਕਿਸੇ ਵਿਅਕਤੀ, ਜਾਤ, ਗੋਤ, ਪਿੰਡ ਦੇ ਸਥਾਨ 'ਤੇ ਕਟਾਕਸ਼ ਕੀਤਾ ਹੋਵੇ। ਇਹਨਾਂ ਟੱਪਿਆਂ ਦਾ ਇੱਕ ਖਾਸ ਲੱਛਣ ਹੁੰਦਾ ਨਹੋਰਾ, ਵਿਅੰਗ ਜਾਂ ਰਮਜ। ਪੋਠੋਹਾਰ ਦੇ ਅਨੇਕਾਂ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਬਾਰੇ ਜਾਂ ਜਾਤਾਂ ਬਾਰੇ ਹੀਰੀਆਂ ਮਿਲਦੀਆਂ ਨੇ। ਇੱਕ ਤੁਹਾਨੂੰ ਮਿਸਾਲ ਦੱਸਾਂ, ਇਹ ਪਿੰਡਾਂ ਦੇ ਨਾਂ ਨੇ ਸੁੱਖੋ, ਭੈੜੀ, ਭੁੱਖੋ, ਹੈ ਨਾ? ਜਿਵੇਂ ਬਹੁਤ ਸਾਰੇ ਪਿੰਡਾਂ ਦੇ ਨਾਲ ਇਹ ਨਾਂ ਜੁੜ ਜਾਂਦੇ ਨੇ, ਜਾਂ ਗੋਤਾਂ ਦੇ ਨਾਲ ਨਾਂ ਜੁੜ ਜਾਂਦੇ ਨੇ। ਜਿਵੇਂ ਕਹਿੰਦੇ ਆ ਨਾ ਕਿ ਮਾਨ ਮਿੱਤਨੀ, ਚਹਿਲ ਸਿੱਖਣੀ, ਅਤੇ ਫਲਾਣਿਆਂ ਵਰਗਾ ਕੰਜਰ ਇੱਕ ਨਹੀਂ। ਉਹ ਹੁੰਦਾ ਕੀ ਹੈ ਕਿ ਜਿਸੇ ਸਪੋਜ਼ ਕਰੋ ਮੈਂ ਕਿਸੇ ਚਹਿਲ ਜਾਂ ਮਾਨ ਨੂੰ ਇਹ ਗੱਲ ਕਹਾਂ ਕਿ ਮਾਨ ਮਿੱਤਨੀ, ਚਹਿਲ ਸਿੱਖਣੀ, ਅਤੇ ਉਹ ਫਿਰ ਅੱਗੋਂ ਕਹੂਗਾ ਟਵਾਣਾ ਕੰਜਰ ਵਰਗਾ ਵੀ ਇੱਕ ਨਹੀਂ। ਮਤਲਬ ਤੀਜੀ ਲਾਈਨ ਉਹ ਆਪਣਾ ਜਵਾਬ 'ਚ ਦਿੰਦਾ, ਮਾਨ ਮਿੱਤਨੀ, ਚਹਿਲ ਸਿੱਖਣੀ। ਅਤੇ ਜੇ ਮੈਂ ਕਿਸੇ ਨੂੰ ਕਹਾਂਗਾ ਕਿਉਂਕਿ ਮੇਰਾ ਸਬ ਕਾਸਟ ਜਿਹੜੀ ਟਵਾਣਾ ਸਰਨੇਮ, ਉਹ ਕਹੂਗਾ ਟਵਾਣੇ ਵਰਗਾ ਵੀ ਕੰਜਰ ਇੱਕ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਜਿਹੜੇ ਇਹ ਵਿਅੰਗ ਨੇ ਨਾ ਪਿੰਡਾਂ 'ਤੇ, ਜਾਤਾਂ 'ਤੇ, ਜਿਵੇਂ ਜੱਟਾਂ ਦੇ ਬਾਰੇ ਸਭ ਤੋਂ ਵੱਧ ਵਿਅੰਗ ਨੇ ਜੋ ਜੱਟਾਂ ਦੀ ਹੇਠੀ ਕਰਦੇ ਨੇ, ਹੈ ਨਾ? ਕਿ ਜੱਟ ਬਰਾਬਰ ਸੂਰ, ਜੱਟ ਤੋਲਾ ਭਾਰਾ, ਸੂਰ ਪੱਟੇ ਮਰਲਾ ਅਤੇ ਜੱਟ ਵਿੱਘਾ ਸਾਰਾ, ਕਿ ਜੱਟ ਸੂਰ ਦੇ ਬਰਾਬਰ ਹੈ। ਇਹ ਜੱਟਾਂ ਬਾਰੇ ਮਤਲਬ ਮੀਆਂ ਵਾਰਿਸ ਸ਼ਾਹ ਨੇ ਤਾਂ ਪੂਰੀ ਜੱਟਾਂ ਦੀ ਮਿੱਟੀ ਪੱਟੀ ਹੈ। ਅਤੇ ਹਾਲਾਂਕਿ ਜੱਟ ਭਾਵੇਂ ਲਹਿੰਦੇ ਦਾ ਭਾਵੇਂ ਚੜ੍ਹਦੇ ਦਾ, ਉਹ ਮੀਆਂ ਵਾਰਿਸ ਸ਼ਾਹ ਨੂੰ ਬਹੁਤ ਸਤਿਕਾਰ ਕਰਦਾ। ਹੋਇਆ ਇਹ ਸੀ ਕਿ ਜਿਹੜੀ ਵਾਰਿਸ ਸ਼ਾਹ ਦੀ ਜਿਹੜੀ ਪ੍ਰੇਮਕਾ ਸੀ ਉਹ ਸ਼ਾਇਦ ਜੱਟੀ ਸੀ, ਅਤੇ ਮਤਲਬ ਮਾਂ ਭੈਣ ਬਹੁਤ ਮੀਆਂ ਵਾਰਿਸ ਸ਼ਾਹ ਨੇ ਹੀਰ ਰਾਂਝਾ ਕਿੱਸੇ 'ਚ ਜੱਟਾਂ ਦੀ ਕੀਤੀ ਹੈ। ਪਰ ਜੱਟ ਹੀ ਇੰਨੀ ਪੇਸ਼ੈਂਸ, ਇੰਨੀ ਸਹਿਣਸ਼ੀਲਤਾ ਹੈ ਕਿ ਜੱਟ ਹੀ ਮੀਆਂ ਵਾਰਿਸ ਸ਼ਾਹ ਦੀ ਸਭ ਤੋਂ ਜ਼ਿਆਦਾ ਰਿਸਪੈਕਟ ਕਰਦੇ ਨੇ। ਖੈਰ, ਇਹ ਹੀਰੀਆਂ ਉਸੇ ਵਰਤਾਰੇ ਦਾ ਅੰਸ਼ ਨੇ ਕਿ ਜਿਹੜਾ ਇਹ ਜਿਵੇਂ ਮਾਨਾਂ ਬਾਰੇ ਜਾਂ ਹੋਰਾਂ ਬਾਰੇ ਮਾਈਂਡ ਨਾ ਕਰਿਓ ਇਹ, ਕਿਉਂਕਿ ਦੇਖੋ ਇਹ ਚੀਜ਼ਾਂ ਨਾ ਸਾਡੇ ਸੱਭਿਆਚਾਰ ਦਾ ਹਿੱਸਾ ਨੇ। ਸਾਡੇ ਜਿਹੜੀਆਂ ਸਿੱਠਣੀਆਂ ਨੇ, ਸਿੱਠਣੀਆਂ ਦੇ ਵਿੱਚ ਕਿਵੇਂ ਇੱਕ ਦੂਸਰੇ ਦੀ ਮਾਂ ਭੈਣ ਇੱਕ ਕੀਤੀ ਜਾਂਦੀ ਹੈ। ਸੋ ਗਾਉਂਦਿਆਂ ਦੀਆਂ ਸਿੱਠਣੀਆਂ ਅਤੇ ਲੜਦਿਆਂ ਦੀਆਂ ਗਾਲਾਂ, ਸੋ ਇਹਨੂੰ ਪਰਸਨਲ ਨਹੀਂ ਲੈਣਾ ਚਾਹੀਦਾ। ਆਪ ਦਾ ਸਵਾਗਤ ਸਰ, ਵੈਲਕਮ ਜੀ।
ਸਤਿ ਸ੍ਰੀ ਅਕਾਲ ਟਵਾਣਾ ਸਾਹਿਬ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਸਰ, ਕੌਣ ਬੋਲ ਰਹੇ ਹੋ? ਮੈਂ ਗੁਰਪ੍ਰੀਤ ਬੋਲ ਰਿਹਾ ਜੀ, ਬ੍ਰਿਸਬੇਨ ਆਸਟ੍ਰੇਲੀਆ ਤੋਂ। ਹਾਂਜੀ ਗੁਰਪ੍ਰੀਤ ਜੀ, ਸਵਾਗਤ ਬਾਈ ਜੀ ਤੁਹਾਡਾ। ਸਰ ਜੀ ਮੈਂ ਭੁੱਲ ਗਿਆ, ਦਿਮਾਗ ਚੋਂ ਨਿਕਲ ਜਾਂਦਾ, ਹਾਲੇ ਟਾਈਮ ਦੇ ਸ਼ਡਿਊਲ ਦਾ ਪਤਾ ਨਹੀਂ ਲੱਗਦਾ। ਮੈਂ ਹੁਣੇ ਹਾਂ ਇਸ ਵਕਤ ਗੁਰਪ੍ਰੀਤ ਸਵੇਰੇ ਨਾ ਇਹ 8 ਤੋਂ 10 ਲਾਈਵ ਹੁੰਦਾ ਹੈ ਸਵੇਰੇ, ਤੁਹਾਡੇ ਆਸਟ੍ਰੇਲੀਆ ਤੋਂ ਸੂਟ ਕਰਦਾ ਸਮਾਂ ਇਹ 8 ਤੋਂ 10 ਸਵੇਰੇ ਤੇ ਸ਼ਾਮ ਨੂੰ 7 ਤੋਂ 9, ਇਹ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਲਾਈਵ ਹੁੰਦਾ, ਬਾਕੀ ਰਿਕਾਰਡਡ ਚੱਲਦਾ ਰਹਿੰਦਾ। ਹੋਰ ਕਿਵੇਂ ਲੱਗਦਾ ਕਿ ਕਿਸਾਨ? ਪਤਾ ਜੀ ਕਈ ਵਾਰ ਦਿਮਾਗ ਚ ਸਲਿੱਪ ਹੋ ਜਾਂਦੀ ਹੈ, ਹਾਲੇ ਸ਼ਡਿਊਲ ਜਾਂ ਨਹੀਂ ਬਣਿਆ ਨਾ, ਬਾਅਦ ਚ ਤਾਂ ਹੋ ਜਾਂਦਾ ਵੀ ਆਟੋਮੈਟਿਕ ਅਲਾਰਮ ਜਿਹਾ ਦਿਮਾਗ ਚ ਵੱਜ ਜਾਂਦਾ ਵੀ ਇੰਨੇ ਵਜੇ ਰੇਡੀਓ ਨੇ ਆਉਣਾ ਚੱਲਣਾ ਹੈਗਾ। ਹੁਣ ਥੋੜਾ ਨਵਾਂ ਕਰਕੇ ਹਾਲੇ ਕੋਈ ਨਹੀਂ ਉਹ ਕਹਿੰਦੇ ਆ ਨਾ ਕਿ ਹੌਲੀ ਹੌਲੀ ਵੱਲ ਸਿੱਖ ਜਾਏਗੀ ਅਜੇ ਸਜਰੀ ਮਲਾਜੇਦਾਰੀ, ਛੱਡ ਮੇਰੀ ਬਾਂਹ ਮਿੱਤਰਾ। ਖੈਰ ਬਾਂਹ ਤਾਂ ਨਹੀਂ ਤੁਹਾਡੀ ਛੱਡਣੀ। ਪੁੱਛਣਾ ਚਾਹਾਂਗਾ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਕੀ ਡਰ ਹੈ ਕਿ ਕੀ ਮੋਦੀ ਸਰਕਾਰ ਜਿਵੇਂ ਮੰਨਣ ਨੂੰ ਤਿਆਰ ਨਹੀਂ, ਅੱਜ ਵੀ ਮੀਟਿੰਗ ਹੈ, ਕਿ ਸਰਕਾਰ ਕੀ ਕਰੇਗੀ, ਸਖਤੀ ਕਰੇਗੀ ਇਸ ਅੰਦੋਲਨ ਨੂੰ ਖਿਡਾਉਣ ਦੇ ਵਾਸਤੇ, ਜਾਂ ਸਾਨੂੰ ਕੀ ਕਰਨਾ ਚਾਹੀਦਾ ਜਾਂ ਕੀ ਨਹੀਂ ਕਰਨਾ ਚਾਹੀਦਾ, ਕੀ ਵੇਖਦੇ ਹੋ ਜੀ? ਸਖਤੀ ਤਾਂ ਨਹੀਂ ਕਰ ਸਕਦੀ ਸੀ ਮੇਰੇ ਹਿਸਾਬ ਨਾਲ, ਜਿੰਨੇ ਕੁ ਲੋਕ ਉੱਥੇ ਪਹੁੰਚ ਚੁੱਕੇ ਨੇ, ਬਹੁਤ ਔਖਾ ਜੀ। ਤੇ ਕਿਉਂਕਿ ਘੱਟੋ ਘੱਟ ਮੇਰੇ ਹਿਸਾਬ ਨਾਲ 2.5 ਲੱਖ ਬੰਦਾ ਉੱਥੇ ਹੈਗਾ ਜੀ। 2.5 ਲੱਖ ਬੰਦੇ ਨੂੰ ਕੋਈ ਜ਼ਬਰਦਸਤੀ ਹਟਾ ਵੀ ਨਹੀਂ ਸਕਦੀ ਜੀ, ਵੀ ਬਹੁਤ ਔਖਾ ਗਾ। ਵੀ ਜੇ ਕੋਈ ਉਂਝ ਜਿਵੇਂ ਆਪਣੇ ਸ਼ਹੀਨਬਾਗ ਚ ਸੀਗੇ, ਉਹਨਾਂ ਦਾ ਪਾਣੀ ਦੀਆਂ ਵਾਸੜਾਂ ਕਰਕੇ ਜਾਂ ਹੋਰਾਂ ਕਰਕੇ ਜਾ ਸਕਦੇ ਸੀ, ਪਰ ਜ਼ਿਮੀਂਦਾਰ ਆ ਜਿਹੜੇ, ਇੱਕ ਤਾਂ ਘੱਟੋ ਘੱਟ ਇਹਨਾਂ ਨੂੰ 20-40 ਕਿਲੋਮੀਟਰ ਹੋਣਾ ਜੀ, ਜੇ ਆਪਣੇ 15 ਕਿਲੋਮੀਟਰ ਵੀ ਹੋਏ ਲੰਮੇ, ਤੇ ਦੂਜੇ ਜਿਹੜੇ 3 ਨਾਕੇ ਉਹ 5 ਕਿਲੋਮੀਟਰ 4 ਲੰਮੇ ਆ, ਤੇ ਇੰਨੇ ਨੂੰ ਕਵਰ ਕਰਨਾ ਬਹੁਤ ਔਖਾ ਹੋ ਜਾਂਦਾ ਜੀ। ਕਿਉਂਕਿ ਤੁਸੀਂ ਏਦਾਂ ਤਾਂ ਆਪਣੇ ਜਿਹੜਾ 4 ਹੋ ਜਾਣਗੇ ਇੱਕ ਹਿਸਾਬ ਨਾਲ ਪੁਆਇੰਟ 4 ਤੇ ਤਾਂ ਆਪਾਂ ਦੋਹਾਂ ਦੇ ਨਾਲ ਵੀ ਨਹੀਂ ਲੜ ਸਕਦੇ। ਆਹ ਤਾਂ ਫਿਰ ਆਪਣੇ ਆਪ ਦੇ ਮੁਲਕ ਦੇ ਲੋਕ ਨੇ ਜਿਨ੍ਹਾਂ ਨਾਲ ਵੀ ਆਪਾਂ ਕਿੰਨੀ ਕੁ ਸਖਤਾਈ ਕਰ ਸਕਦੇ ਹਾਂ ਨਾ ਜੀ। ਇੱਕ ਤਾਂ ਇਹ ਕਾਰਨ ਹੈ, ਤੇ ਸਰਕਾਰ ਨੂੰ ਘੱਟੋ ਘੱਟ ਇਹ ਤਾਂ ਚਾਹੀਦਾ ਇਹ 2 ਕਾਨੂੰਨ ਰੱਦ ਕਰ ਦੇਣ, ਜਾਂ ਇਹ ਕਰ ਦੇਣ ਵੀ ਸਰਕਾਰ ਕਾਨੂੰਨ ਵਾਪਸ ਲੈ ਕੇ ਸਟੇਟਾਂ ਨੂੰ ਕਹਿ ਦਿਓ ਵੀ ਤੁਸੀਂ ਕਾਨੂੰਨ ਬਣਾਉਣੇ ਆ, ਬਣਾਓ ਆਪਦੀ ਮਰਜ਼ੀ ਨਾਲ, ਪਰ ਅਸੀਂ ਗਾਈਡਲਾਈਨ ਤਿਆਰ ਕਰ ਦਿੰਦੇ ਹਾਂ ਵੀ ਇੱਦਾਂ ਦੇ ਤੁਸੀਂ ਬਣਾਉਣੇ ਆ। ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਲੋਕਾਂ ਦੇ ਵਿਚਾਰ ਲੈ ਕੇ ਆਪਦੇ ਲੋਕਲ ਲਾਓ। ਘੱਟੋ ਘੱਟ 2 ਕਾਨੂੰਨ ਤਾਂ ਕੈਂਸਲ ਕਰ ਵੀ ਸਕਦੇ ਆ ਵੀ ਅਸੀਂ ਆਹ ਕੈਂਸਲ ਕਰ ਦਿੰਦੇ ਹਾਂ, ਪਰ ਸਾਲ ਦੇ ਵਿੱਚ ਕਾਨੂੰਨ ਨਵੇਂ ਆਉਣਗੇ, ਜਾਂ ਤਾਂ ਅਸੀਂ ਸਟੇਟਾਂ ਦੀ ਸਹਿਮਤੀ ਨਾਲ, ਜਿਵੇਂ GST ਵਰਗੀ ਸੀਗੀ, ਸਾਰੀਆਂ ਸਟੇਟਾਂ ਦੀ ਸਹਿਮਤੀ ਲੈ ਕੇ ਵੀ ਉਹਨਾਂ ਦੀ ਨਾ ਬਣਾ ਸਕਦੇ ਹਾਂ, ਤੇ ਨਾਲ ਆਹ ਟਾਈਮ ਵੀ ਲਿਮਟ ਵੀ ਦੇ ਦੇਣਗੇ 1 ਸਾਲ ਦੇ ਵਿੱਚ ਅਸੀਂ ਨਵੇਂ ਕਾਨੂੰਨ ਲੈ ਕੇ ਆਵਾਂਗੇ। ਤੇ ਉਹ ਕਾਨੂੰਨ ਵੀ ਚੀਫ ਮਿਨਿਸਟਰ ਜਿਹੜੇ ਸਟੇਟ ਦੇ ਹੁਣ ਜੋ ਵੀ ਸਿਫਾਰਸ਼ਾਂ ਕਰਨਗੇ ਜਾਂ ਗਾਈਡਲਾਈਨ ਬਣਾ ਦੇਣ, ਜਿਵੇਂ ਸਾਦਾ ਬਿਜਲੀ ਕੰਟਰੈਕਟ ਆ ਜਿਹੜੇ, ਉਹਨਾਂ ਵਾਸਤੇ ਮਨਮੋਹਨ ਸਰਕਾਰ ਨੇ ਵੀ ਗਾਈਡਲਾਈਨ ਤਿਆਰ ਕੀਤੀਆਂ ਸੀਗੀਆਂ, ਜਿਨ੍ਹਾਂ ਨੇ ਬਾਦਲਾਂ ਨੇ ਆਪਣੇ ਪੰਜਾਬ ਨੂੰ ਦਿੰਨਿਆ, ਜਿਹੜੇ ਉਹ ਕੰਟਰੈਕਟ ਕਰਕੇ $9 ਤੇ ਤੇ ਏਦਾਂ ਦਾ ਕੋਈ ਇਹਨਾਂ ਨੂੰ ਚਾਹੀਦਾ ਜੀ। ਮੇਰੇ ਹਿਸਾਬ ਨਾਲ ਸਰਕਾਰ ਨੂੰ ਹੁਣ ਝੁਕਣਾ ਪੈਣਾ, ਜਿਸ ਹਿਸਾਬ ਨਾਲ ਲੋਕ ਤਿਆਰੀ ਕਰਨ ਲੱਗ ਪਏ ਆ ਜੀ। ਹੁਣ ਤਾਂ ਉੱਥੇ ਇਹ ਤਿਆਰੀ ਚੱਲ ਪਈ ਹੈ ਵੀ ਆਪਾਂ ਗਰਮੀਆਂ ਦੇ ਵਿੱਚ ਪੱਖਿਆਂ ਦਾ ਪ੍ਰਬੰਧ ਕਿਵੇਂ ਕਰੀਏ। ਲੋਕ ਜਿਹੜੇ ਉਹ ਇੱਕ ਹਿਸਾਬ ਨਾਲ ਜਿੱਤ ਆ ਗਏ ਨਾ, ਜਿਹੜੇ ਜਦ ਇੰਨੀ ਕੁ ਹੋ ਗਈ ਹੈ ਵੀ ਲੋਕਾਂ ਨੇ, ਜਿਵੇਂ ਮੈਂ ਤੁਹਾਨੂੰ ਪੈਸਾ ਰੇਡੀਓ ਤੇ ਵੀ ਦੱਸਿਆ ਜਾਂ ਪ੍ਰਾਈਵੇਟ ਕਾਲ ਤੇ ਦੱਸਿਆ, ਸਾਡੇ ਪਿੰਡ ਵਾਲਿਆਂ ਨੇ ਟਰੈਕਟਰ ਲੈ ਲਿਆ ਵੀ ਜਿਹੜਾ ਭਾਵੇਂ ਸਾਲ ਚੱਲੀ ਜਾਵੇ, ਉੱਥੇ ਟਰੈਕਟਰ ਲੈ ਕੇ ਖੜਾ ਕਰਤਾ 2 ਲੱਖ ਰੁਪਏ ਦਾ ਜੀ, ਯੂਨੀਅਨ ਦੇ ਖਾਤੇ ਚ ਪੈਸੇ ਇਕੱਠੇ ਕਰਕੇ। ਮੇਰਾ ਪਿੰਡ ਬਰਗਾੜੀ ਦੇ ਨਾਲ ਆ ਜੀ, ਰਣ ਸਿੰਘ ਵਾਲਾ। ਅੱਛਾ ਹਾਂ, ਬਰਗਾੜੀ ਦੇ ਨਾਲ ਰਣ ਸਿੰਘ ਵਾਲਾ ਜੀ 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 ਜੀ। ਹਾਂਜੀ। ਬਾਕੀ ਜਿਵੇਂ ਕਈ ਵਾਰ ਗੱਲ ਨਿੱਕੀ ਹੁੰਦੀ ਹੈ, ਜੇ ਪਹਿਲੀਆਂ ਚ ਜਿਵੇਂ 50% ਵੀ ਕਰ ਦਿੰਦੇ ਨਾ, ਲੋਕ ਮੰਨ ਜਾਂਦੇ। ਜਿਵੇਂ ਤੁਸੀਂ ਕਹਿੰਦੇ ਬਰਗਾੜੀ ਵਾਲੀ ਬੇਅਦਬੀ, ਵੀ ਕਾਲੀਆਂ ਨੂੰ ਕੀ ਫਾਇਦਾ ਹੋਇਆ, ਕਾਲੀਆਂ ਨੇ ਕਰਵਾਈ ਜਾਂ ਨਹੀਂ ਕਰਵਾਈ, ਪਰ ਇੱਕ ਗੱਲ ਇਹ ਪੱਕੀ ਹੈ ਜੀ, ਕਾਲੀਆਂ ਨੇ ਬਚਾਇਆ ਪੱਕਾ ਗਾ। ਜਿਹੜਾ ਜਿਹੜੇ ਬੰਦੇ ਡੈਥ ਹੋਈ ਹੈ ਬਿੱਟੂ ਦੀ, ਉਹਦੀ ਪਾਵਰ ਕੋਟਕਪੂਰੇ ਦੇ MLA ਜਿੰਨੀ ਸੀਗੀ, ਤੇ ਮਨਤਾਰ ਨੂੰ ਕਹਿੰਦਾ ਸੀ ਵੀ ਮੈਂ ਸਾਵਰ ਲੈ ਕੇ ਨਾ, ਤੂੰ 15 ਮਿੰਟ ਇੱਥੇ ਬਾਹਰ ਕੇ ਖੜ, ਇੰਨੀ ਪਾਵਰ ਸੀ ਉਹ ਬੰਦੇ ਦੀ। ਠੀਕ ਹੈ, ਤੁਸੀਂ ਕਈ ਵਾਰ ਕਹਿੰਦੇ ਵੀ ਅਕਾਲੀਆਂ ਨੂੰ ਕੀ ਫਾਇਦਾ ਹੋਇਆ, ਤੇ ਵੀ ਆ ਕਿਹਨੇ ਕਰਵਾਇਆ ਗਾ? ਕਿਸੇ ਨੇ ਕਰਵਾਇਆ ਨਹੀਂ। ਇੱਕ ਸਹਿਜ ਘਟਨਾ ਘਟੀ ਆ
ਜਿਹਨੂੰ ਸਹੀ ਤਰੀਕੇ ਨਾਲ ਕੰਟਰੋਲ ਨਹੀਂ ਕੀਤਾ ਗਿਆ। ਤੁਸੀਂ ਇਹ ਦੱਸੋ, ਤੁਸੀਂ ਪੱਤਰਕਾਰ ਆ, ਚਲੋ ਅਸੀਂ ਤਾਂ ਆਮ ਲੋਕ ਆ, ਵੀ ਤੁਹਾਨੂੰ ਕਦ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਪਿੰਡ ਚੋਂ? ਘੱਟੋ ਘੱਟ ਮੈਨੂੰ ਹਫ਼ਤੇ ਬਾਅਦ ਪਤਾ ਲੱਗਿਆ। 5-7 ਕਿਲੋਮੀਟਰ ਤੇ ਪਿੰਡ ਹੈ ਜੀ ਮੇਰਾ, ਮੈਨੂੰ ਹਫ਼ਤੇ ਬਾਅਦ ਪਤਾ ਲੱਗਾ ਵੀ ਨਾਲ ਦੇ ਪਿੰਡੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਵਾ। ਉਹ ਵੀ ਕਿਵੇਂ ਪਤਾ ਲੱਗਿਆ? ਅਖਬਾਰ ਫਰੋਲਦੇ ਨੈਟ ਤੇ ਮੈਂ ਵੇਖਿਆ ਵੀ ਬਰਗਾੜੀ ਧਰਨਾ ਲੱਗਿਆ 4 ਘੰਟਿਆਂ ਵਾਸਤੇ, ਦਮਦਮੀ ਟਕਸਾਲ ਵਾਲਿਆਂ ਨੇ ਤੇ ਦਾਦੂਵਾਲ ਨੇ ਲਾਇਆ। ਮੈਂ ਆਪਦੇ ਪਿੰਡ ਫੋਨ ਕੀਤਾ ਆਪਦੇ ਚਾਚੇ ਦੇ ਮੁੰਡੇ ਨੂੰ, ਮੈਂ ਕਿਹਾ ਕੀ ਗੱਲ ਹੋਈ ਵੀ ਆ? ਕਹਿੰਦੇ ਯਾਰ ਇੱਕ ਗੁਰਦੁਆਰੇ ਤੋਂ ਬੀੜ ਕਹਿੰਦੇ ਚੋਰੀ ਹੋ ਗਈ, ਪਤਾ ਨੀ ਪਾਠੀ ਨੇ ਕੁਛ ਕਰਤਾ ਕੀ ਕਰਤਾ। ਸਹੀ ਗੱਲ ਕੀਤੀ ਵੀ ਇੱਥੇ ਬਰਗਾੜੀ 4 ਘੰਟੇ ਸੀਗਾ 1500 ਬੰਦਾ ਲੋਕਲ, ਜਿਹੜੇ 5-7 ਪਿੰਡਾਂ ਦੇ। 1 ਮਹੀਨਾ ਕੋਈ ਗੱਲ ਨਹੀਂ ਹੋਈ। ਜਦੋਂ ਬਰਗਾੜੀ ਦੇ ਵਿੱਚ ਪਰਚੇ ਲੱਗੇ ਸਹੀ 90% ਜਿਹੜੇ ਲੋਕ ਚਰਚਾ ਕਰ ਰਹੇ ਪੱਤਰਕਾਰ, ਉਹਨਾਂ ਦਾ ਧਿਆਨ ਹੀ ਉਦੋਂ ਗਿਆ। ਉਹ ਪਹਿਲਾਂ ਤਾਂ ਸਿਰਫ ਬਰਗਾੜੀ ਦੇ ਇਲਾਕੇ ਦੀ ਉਹ ਘਟਨਾ ਸੀਗੀ ਜਾਂ 4-5 ਜਥੇਬੰਦੀਆਂ, ਉਹਨੂੰ ਸਹੀ ਤਰੀਕੇ ਨਾਲ ਹੈਂਡਲ ਨਾ ਕਰਨ ਕਰਕੇ ਏਡੀ ਵੱਡੀ ਘਟਨਾ ਹੋਈ ਆ। ਤੁਸੀਂ ਕਹਿੰਦੇ ਵੀ ਬੇਅਦਬੀ ਕਿਹੜੀ ਹੋਈ, ਉਹਦੇ ਚ ਕਿਹਦਾ ਹੱਥ ਆ? ਮੈਂ ਇਹ ਨਹੀਂ ਕਹਿੰਦਾ ਵੀ ਕਿਹਦਾ ਹੱਥ ਆ, ਪਰ ਮੈਨੂੰ ਇਹ ਪਤਾ ਵੀ ਜਿਹੜਾ ਪੂਰੇ ਗੋਲੀकांड ਹੋਇਆ ਉਹਦੇ ਚ ਕਿਹਦਾ ਹੱਥ ਆ। ਬਿਲਕੁਲ ਉਹ ਟਰਨਿੰਗ ਪੁਆਇੰਟ ਸੀ ਜਿਹੜਾ ਬਰਗਾੜੀ ਦੇ ਵਿੱਚ ਕਤਲ ਹੋਇਆ ਨਾ, ਸੌਰੀ ਕੋਟਕਪੂਰੇ ਦੇ ਵਿੱਚ ਜਿਹੜੇ ਉਹ ਹੋਏ ਆ, ਉਹ ਟਰਨਿੰਗ ਪੁਆਇੰਟ ਸੀ ਜਿੱਥੋਂ ਸਰਕਾਰ ਦੀ ਖੱਟੀ ਪੋਚੀ ਗਈ ਆ, ਬਾਦਲ ਸਰਕਾਰ ਦੀ। ਬਿਲਕੁਲ ਬਿਲਕੁਲ। ਜੇ ਕਿਤੇ ਉਹ ਪਹਿਲਾਂ ਡਿਮਾਂਡ ਕੀ ਸੀ ਇਹਨਾਂ ਦੀ? ਸਿਰਫ ਪ੍ਰੇਮੀਆਂ ਨੂੰ ਤਫਤੀਸ਼ ਕਰਨ ਵਾਸਤੇ। ਤੁਸੀਂ ਇਹ ਵੇਖੋ, ਤੁਸੀਂ ਉਹਦੀ ਤਾਂ ਗੱਲ ਕਰਨਾ ਵੀ ਕਾਲੀਆਂ ਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਜਿਹੜਾ ਬੰਦਾ ਗਵਾਹ ਸੀ ਬੀੜ ਚੋਰੀ ਹੋਣ ਦਾ, ਹੱਟੀ ਵਾਲਾ, ਜਿਹਦੀ ਗੁਰਦੁਆਰੇ ਦੇ ਲਾਗੇ ਹੱਟੀ ਸੀਗੀ, ਅਟੈਕ ਹੋਇਆ, ਉਹਦੇ ਤੇ ਸਾਰਾ ਪਤਾ ਸੀ ਵੀ ਕੀ ਘਟਨਾਕ੍ਰਮ ਵਾਪਰਿਆ, ਸਾਰਾ ਪਤਾ ਸੀ। ਪਤਾ ਨਾ ਸੀ ਉਹਦੇ ਕਤਲ ਦਾ ਫਾਇਦਾ ਕਿਹਨੂੰ ਹੋਇਆ? ਜੇ ਉਹ ਗਵਾਹੀ ਦੇ ਦਿੰਦਾ ਤੇ ਕੌਣ ਫੜਦੇ? ਬਿੱਟੂ ਦਾ ਕਤਲ ਹੁੰਦਾ, ਮਤਲਬ ਗਵਾਹ ਹੀ ਖਤਮ ਕਰ ਦਿੱਤੇ ਨਾ, ਮੁੱਦਾ ਹੀ ਖਤਮ ਕਰ ਦਿੱਤਾ, ਸੱਚ ਸਾਹਮਣੇ ਨਹੀਂ ਆਏਗਾ। ਨਹੀਂ ਉਸ ਤੋਂ ਪਹਿਲਾਂ ਬੁਰਜ ਦੇ ਵਿੱਚ ਇੱਕ ਕਤਲ ਹੋਇਆ ਜੀ, ਹੱਟੀ ਵਾਲੇ ਦਾ। ਤੁਸੀਂ ਇਹ ਵੇਖੋ, ਪ੍ਰੇਮੀਆਂ ਨੇ 2 ਦਿਨ ਜਾਮ ਲਾਇਆ। ਇੱਕ ਦਿਨ ਕੋਟਕਪੂਰੇ ਦੇ ਵਿੱਚ DC ਦਫ਼ਤਰ ਪਤਾ ਨਹੀਂ ਕਿੱਥੇ, ਤੇ ਸੁਖਬੀਰ ਬਾਦਲ ਨੇ ਚੱਕ ਕੇ ਉਹਦੀ ਵਾਈਫ ਨੂੰ ਨੌਕਰੀ ਦੇ ਦਿੱਤੀ ਪੰਜਾਬ ਪੁਲਿਸ ਦੀ। ਬਿਲਕੁਲ ਬਿਲਕੁਲ। ਮਤਲਬ ਸੀਗਾ ਗਵਾਹ, ਹੋ ਸਕਦਾ ਵਿੱਚ ਉਹ, ਮੈਂ ਇਹ ਨਹੀਂ ਕਹਿੰਦਾ ਵੀ ਉਹ ਹੋ ਸਕਦਾ 1% ਵੀ ਕਸੂਰ ਹੋਵੇ, ਹੋ ਸਕਦਾ ਉਹ ਬੰਦੇ ਨੇ ਰੇਕੀ ਕੀਤੀ ਹੋਵੇ, ਸਾਰਾ ਕੀਤਾ ਹੋਵੇ ਵੀ ਹੁਣ ਤੁਸੀਂ ਜਾ ਸਕਦੇ ਆ, ਆਪਦੀ ਹੱਟੀ 'ਚ ਬਿਠਾਇਆ ਹੋਵੇ ਜਿਹੜੇ ਬੰਦੇ ਨੂੰ ਇਹ ਨੌਕਰੀ ਦਿੱਤੀ ਗਈ ਆ। ਜੀ ਹਾਂ, ਉਹ ਗੱਲ ਇਹ ਨਾ ਕਿ ਮੁੱਦਾ ਖਤਮ ਕਰ ਦਿੱਤਾ ਗਿਆ। ਏਦਾਂ ਵੀ ਹੋ ਸਕਦਾ, ਓਦਾਂ ਵੀ ਹੋ ਸਕਦਾ, ਜਿੱਦਾਂ ਕਈ ਕਹਿੰਦੇ ਨੇ ਲੋਕ। ਜੀ ਪਰ ਇਹ ਗੱਲ ਪੱਕਾ ਜੀ, ਉਹ ਚੋਰੀ ਜਿਹਨਾਂ ਨੇ ਪ੍ਰੇਮੀਆਂ ਨੇ ਕੀਤੀ ਸੀ, ਉਹ ਇੱਕ ਜਿਵੇਂ ਕਈ ਵਾਰ ਘਟਨਾ ਇੱਕ ਨਿੱਕੀ ਹੁੰਦੀ ਹੈ। ਮੈਂ ਨਾ ਆਪਣੇ ਚੈਨਲ ਆਈ ਇਹਨਾਂ ਦਾ ਪੇਰੈਂਟ ਅੱਜ ਤੱਕ ਵਾਲਿਆਂ ਦਾ ਹੀ ਆ, ਲੱਲਣ ਟੌਪ, ਉਹਦੇ ਤੇ ਮੈਂ ਇੱਕ ਸੁਣਦਾ ਸੀ ਵੀ ਕੰਟਰੀ ਦੇ ਵਿੱਚ ਸਾਰੇ ਸੱਤਾ ਹੀ ਬਦਲ ਗਈ ਬਹੁਤ। ਕੀ ਗੱਲ ਕੀ ਹੋਈ? ਇੱਕ ਰੇਹੜੀ ਵਾਲੇ ਦੇ ਕਿਸੇ ਨੇ ਲੱਫੜ ਮਾਰਿਆ ਸੀ, ਉਹਦੇ ਤੋਂ ਗੱਲ ਵੱਧ ਗਈ। ਉਹਦੇ ਤੋਂ ਜਾਸੇ ਮਜ਼ਾਰੇ ਹੁੰਦੇ ਹੁੰਦੇ ਸਰਕਾਰ ਪਲਟ ਗਈ, ਨਿੱਕੀ ਜਿਹੀ ਗੱਲ ਤੇ ਇੱਕ ਸਿਰਫ ਲੱਫੜ ਦੇ ਕਾਰਨ। ਜੀ ਉਹ ਹੁਣ ਜਿਵੇਂ ਉਹ ਸੀਗਾ ਵੀ ਵੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੀੜ ਚੋਰੀ ਹੋਣਾ ਆਪਣੇ ਆਪ ਚ ਬਹੁਤ ਵੱਡੀ ਘਟਨਾ ਹੈਗੀ। ਪਰ ਇਹ ਆ ਵੀ ਅੱਗੇ ਵੀ ਬਹੁਤ ਥਾਵਾਂ ਤੇ ਚੋਰੀਆਂ ਹੋਈਆਂ ਹੋਣਗੀਆਂ, ਜਾਂ ਚੋਰੀਆਂ ਨਹੀਂ ਕਹਿ ਸਕਦੇ ਤੇ ਘੱਟੋ ਘੱਟ ਵੀ ਬੀੜਾਂ ਇੱਧਰ ਉੱਧਰ ਹੋਈਆਂ ਹੋਣਗੀਆਂ। ਜਿਹੜਾ ਪਹਿਲਾ ਟਰਨਿੰਗ ਪੁਆਇੰਟ ਇਹ ਹੁੰਦਾ ਵੀ ਜਦੋਂ ਪੋਸਟਰ ਲਾ ਕੇ ਉਹ ਆਪਣੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ। ਦੂਜਾ ਟਰਨਿੰਗ ਪੁਆਇੰਟ ਇਹ ਆਉਂਦਾ ਜਿਹੜੀ ਕੋਟਕਪੂਰੇ ਦੇ ਵਿੱਚ ਗੋਲੀ ਚੱਲਦੀ ਆ। ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਦੇ ਪੋਸਟਰਾਂ ਦੀ ਰਾਖੀ ਵਾਸਤੇ ਪੰਜਾਬ ਪੁਲਿਸ ਲੱਗੀ ਹੋਈ ਸੀਗੀ। ਬਿਲਕੁਲ। ਕੋਟਕਪੂਰੇ ਜਿਹੜਾ ਹੈਗਾ ਆਪਣਾ ਕੋਟਕਪੂਰੇ ਜਿੱਥੇ ਧਰਨਾ ਲੱਗਿਆ ਸੀ ਚੌਂਕ ਦੇ ਵਿੱਚ, ਉਹ ਕੋਈ ਇਸ ਤਰ੍ਹਾਂ ਦੀ ਵੀ ਸੜਕ ਹੈ ਨਹੀਂ ਵੀ ਜੇ ਉਹ ਸੜਕ ਬਲੌਕ ਹੁੰਦੀ ਸੀ ਤਾਂ ਪੰਜਾਬ ਦੀ ਲਾਈਫ ਲਾਈਨ ਹੀ ਘੱਟ ਹੁੰਦੀ ਸੀਗੀ। ਉਹ ਕੋਈ ਹਰੀਕੇ ਪੱਤਨ ਵਾਲਾ ਬ੍ਰਿਜ ਨਹੀਂ ਸੀਗਾ, ਬਹੁਤ ਪਾਸੇ ਪਾਸੇ ਵੀ ਆ ਸਕਦੇ ਸੀ। ਉੱਥੇ ਪੁਲਿਸ ਘੇਰਾ ਪਾ ਲੈਂਦੀ, ਤੁਸੀਂ ਭਾਵੇਂ 10 ਦਿਨ ਧਰਨੇ ਲਾਈ ਰੱਖੋ, ਕੋਈ ਚੱਕਰ ਨਹੀਂ ਗਾ। ਜਿਹੜਾ ਕੋਟਕਪੂਰੇ ਗੋਲੀ ਚੱਲੀ ਆ ਜੀ, ਜਦੋਂ ਕੋਟਕਪੂਰਾ ਬੰਦ ਆ, ਇੱਧਰ ਬਰਗਾੜੀ ਬੰਦ ਆ ਤੇ ਬਾਜੇ ਵਾਲੀ ਸੜਕ ਵੀ ਬੰਦ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਜੇ ਤੁਹਾਡੇ ਘਰ ਦੇ ਆਸੇ ਪਾਸੇ ਦੀਆਂ 2 ਸੜਕਾਂ ਬੰਦ ਆ, ਤੁਹਾਡੇ ਬਾਰ ਮੂਹਰੇ ਵੀ ਬੰਦ ਹੋ ਜੀ, ਤੁਹਾਨੂੰ ਕੋਈ ਫਰਕ ਨਹੀਂ ਹੁੰਦਾ ਜਿੰਨੀਆਂ ਚਿਰ ਪਾਸੇ ਵਾਲਾ ਨਹੀਂ ਖੁੱਲਦੀਆਂ। ਤੇ ਜਿਹੜੀ ਕੋਟਕਪੂਰੇ ਵਾਲੀ ਘਟਨਾ ਬਹਿਬਲ ਵਾਲੀ ਹੋਈ ਆ, ਉਹ ਸਿਰਫ ਬੰਦੇ ਦੇ 100 ਤੋਂ ਵੱਧ ਨਹੀਂ ਹੋਣਾ ਜੀ ਉੱਥੇ ਜਿੱਥੇ ਗੋਲੀ ਚੱਲੀ ਆ ਜੀ, ਜਿੱਥੇ ਆ ਗੱਲ ਹੋਈ ਹੈ। ਜੇ ਉਹਨਾਂ ਨੇ ਕੋਈ ਕਰ ਰਿਹਾ ਸੀ, ਉਹਦੇ ਵਿੱਚ ਕੀ ਗੱਲ ਹੋਈ ਹੈ ਜੀ? ਪਹਿਲਾਂ ਬਲਵੰਤ ਰਾਜੋਆਣੇ ਵੇਰੀ ਵੀ ਗੋਲੀ ਚੱਲੀ ਸੀਗੀ ਗੁਰਦਾਸਪੁਰ ਦੇ ਵਿੱਚ, ਜਸਪਾਲ ਮਰਿਆ ਸੀ ਉਹ ਮੁੰਡਾ, ਕੱਲਾ ਪੋਤੀ ਕਰਤੀ। ਹਾਂਜੀ, ਚੌੜ ਸਦਮਾ ਵਾਲਾ ਮੁੰਡਾ ਸ਼ਹੀਦ ਹੋਇਆ ਸੀਗਾ। ਤਾਂ ਇਸ ਤੋਂ ਪਹਿਲਾਂ ਇੱਕ ਚੱਲੀ ਗੋਲੀ ਆਪਣੇ ਦਰਸ਼ਨ ਲੋਹਾਰਾ ਦੀ ਡੈਥ ਹੋਈ ਹੈ ਜਦੋਂ ਲੁਧਿਆਣੇ ਜੀ। ਤੇ ਕਹਿਣ ਦਾ ਮਤਲਬ 3-4 ਵਾਰ ਗੋਲੀ ਚੱਲੀ ਸੀਗੀ। ਉਹ ਘਟਨਾਵਾਂ ਜਿਹੜੀਆਂ ਏਡੀ ਰੰਗਤ ਨਹੀਂ ਲੈ ਸਕੀਆਂ ਗੀਆਂ
ਪਰ ਆ ਜਿਹੜੀ ਬਰਗਾੜੀ ਵਾਲੀ ਦੋ ਗੱਲਾਂ ਹੋ ਗਈਆਂ, ਇੱਕ ਤਾਂ ਬੇਅਦਬੀ ਦਾ ਹੋ ਗਿਆ, ਇੱਕ ਫਿਰ ਟਾਰਗੇਟ ਕਰਕੇ ਕਹਿ ਕੇ ਪਰਚੇ ਲਾ ਕੇ ਬੇਅਦਬੀ ਕੀਤੀ, ਨੰਬਰ 2 ਤੇ ਵੀ ਗੋਲੀ ਜਿਹੜੀ ਏਦਾਂ ਚਲਾਈ। ਇੱਕ ਨਾ ਕਈ ਵਾਰ ਜਿਵੇਂ ਹੁੰਦਾ ਜੀ ਆਪਾਂ ਲੋਕ ਉਬਲੇ ਪਏ ਸੀਗੇ, ਉਬਲੇ ਪਏ ਸੀ, ਉਹਨਾਂ ਦਾ ਗੁੱਸਾ ਬਹੁਤ ਵਧਿਆ ਸੀ ਪਰ ਉਹ ਇੱਕ ਹਿਸਾਬ ਨਾਲ ਉਹਨੂੰ ਚਾਹੀਦਾ ਸੀ ਉਹ ਪੁਆਇੰਟ ਏਦਾਂ ਦਾ ਇਹ ਕਲਿੱਕ ਹੋ ਗਿਆ ਇੱਥੇ ਆ ਕੇ, ਫਿਰ ਲੋਕਾਂ ਨੇ ਵੀ ਜੋ ਕੀਤਾ ਜੀ ਰਿਐਕਟ ਕੀਤਾ ਇੱਕਦਮ। ਜਿਵੇਂ ਮੋਦੀ ਸਰਕਾਰ ਦੇ ਖਿਲਾਫ ਲੋਕ ਉਬਲੇ ਹੋ ਤਾਂ ਹੋਏ ਆ, ਪਰ ਉਹ ਪੁਆਇੰਟ ਨਹੀਂ ਉਹਨਾਂ ਨੂੰ। ਇੱਕ ਜਿਵੇਂ ਕਿਸਾਨ ਅੰਦੋਲਨ ਆ, ਇਹਨੇ ਉਬਾਲਾ ਮਾਰਿਆ ਹਰਿਆਣੇ ਦੇ ਵਿੱਚ, ਪੰਜਾਬ ਨਾਲੋਂ ਜ਼ਿਆਦਾ ਰਿਐਕਸ਼ਨ ਹੋ ਰਿਹਾ ਇੱਕ ਹਿਸਾਬ ਨਾਲ ਦੇਖਿਆ ਜਾਵੇ ਜੀ, ਜਿਸ ਹਿਸਾਬ ਨਾਲ, ਕਿਉਂਕਿ ਦਬਾ ਕੇ ਰੱਖੇ ਜਾਟ ਪਹਿਲਾਂ ਵੀ ਉਹਨਾਂ ਤੇ ਔਖੇ ਸੀਗੇ ਪਰ ਹੁਣ ਹੋਰ ਵੀ ਜ਼ਿਆਦਾ ਹੋਏ ਨੇ। ਤੁਸੀਂ ਵੇਖਦੇ ਹੋ ਹਰਿਆਣਾ ਵਾਲੇ ਜਿਸ ਹਿਸਾਬ ਨਾਲ ਸਹਿਯੋਗ ਕਰ ਰਹੇ ਆ, ਜਿਸ ਹਿਸਾਬ ਨਾਲ ਉਹ ਆ ਰਹੇ ਆ ਵੀ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਦੇ ਵੀ NRI ਬਹੁਤ ਸਪੋਰਟ ਕਰ ਰਹੇ ਨੇ। ਇੱਕ ਪਿੰਡ ਦਾ ਮੈਂ ਵੇਖਿਆ ਸੀ, ਉੱਥੇ 2-2.5 ਲੱਖ ਰੁਪਇਆ NRI ਦਾ ਸੀ, 15,000 ਰੁਪਇਆ ਪਿੰਡ ਵਾਲਿਆਂ ਵੱਲੋਂ ਇਕੱਠਾ ਸੀਗਾ, ਜਿਹੜੇ ਫੰਡ ਉਹਨਾਂ ਨੇ ਇਕੱਠਾ ਕੀਤਾ ਧਰਨੇ ਵਾਸਤੇ। ਤੇ ਪਰ ਜਿਹੜੀ ਹਰਿਆਣੇ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਜਿੰਨਾ NRI ਸਹਿਯੋਗ ਨਹੀਂ ਕਰ ਰਹੇ ਹੋਣਗੇ, ਜਿਹੜੇ ਲੋਕਲ ਜ਼ਿਮੀਂਦਾਰ ਆਪਣੇ ਪੱਧਰ ਤੇ ਕਰ ਰਹੇ ਨੇ ਜਿੱਡੇ ਵੱਡੇ ਲੈਵਲ ਤੇ ਜੀ। ਇੱਕ ਅੰਤ ਲਾਸਟ ਚ ਤੁਹਾਨੂੰ ਸੁਣ ਦੇਣਾ, ਜਿਵੇਂ ਤੁਹਾਨੂੰ ਦੱਸਿਆ ਲੱਲਣ ਟਾਪ ਵੇਖਦਾ ਹੁੰਦਾ ਪ੍ਰੋਗਰਾਮ ਜੀ, ਉਹ ਨਾ ਹਰੇਕ ਫਰਾਈਡੇ ਨੂੰ ਜਦੋਂ ਆਪਣਾ ਪ੍ਰੋਗਰਾਮ ਕਰਦੇ ਆ ਉਹਦੇ ਚ ਅਖੀਰ ਤੇ ਉਹ ਫਿਲਮਾਂ 1-2 ਡਿਸਕਸ ਕਰਦੇ ਆ ਤੇ 1-2 ਬੁੱਕ ਜਾਂ ਏਦਾਂ ਦੀ ਕੀ ਰੀਡ ਕਰਦੇ ਆ ਕਿ ਚਲੋ ਤੁਸੀਂ ਨੈਟਫਲਿਕਸ ਵਗੈਰਾ ਤਾਂ ਨਹੀਂ ਜ਼ਿਆਦਾ ਦੇਖਦੇ, ਜਾਂ ਕੋਈ ਦਰਸ਼ਕ ਜਿਹੜੇ ਵੇਖਦੇ ਆ ਵੀ ਇੱਕ ਅੱਧੀ ਉਹ ਉਹਦੇ ਤੇ ਡਿਸਕਸ ਕਰਨ 5-7 ਮਿੰਟ ਲਾ ਕਾਲ ਕਰਕੇ ਦੱਸਣ ਵੀ ਆਹ ਚੀਜ਼ ਵੇਖੋ ਤੇ ਆਹ ਬਹੁਤ ਵਧੀਆ ਹੈਗੀ, ਉਹਦੇ ਤੇ ਜਿਹੜਾ ਪਲਾਟ ਜਾਂ ਜੋ ਵੀ ਸਟੋਰੀ ਆ ਉਹਦੀ ਡਿਸਕਸ ਕਰਨ। ਤੁਸੀਂ ਇੱਕ ਬੁੱਕ ਸਿਲੈਕਟ ਕਰਕੇ ਹੀ ਦੱਸ ਦਿਆ ਕਰੋ ਇੱਕ ਦਿਨ ਪਹਿਲਾਂ ਵੀ ਕੱਲ੍ਹ ਨੂੰ ਆਪਾਂ ਫਲਾਨੀ ਬੁੱਕ ਤੇ ਡਿਸਕਸ ਕਰਾਂਗੇ ਵੀ ਆਹ ਬੁੱਕ ਪੜ੍ਹਨ ਵਾਲੀ ਆ, ਵੀ ਤੁਸੀਂ ਵੀਕਐਂਡ ਤੇ ਆਹ ਪੜ੍ਹ ਸਕਦੇ ਆ। ਜਿਵੇਂ ਤੁਸੀਂ ਫਰਾਈਡੇ ਨੂੰ ਹਰੇਕ ਨੂੰ ਇੱਕ ਕਿਤਾਬ ਸਿਲੈਕਟ ਕਰਕੇ ਉਹਦੇ ਤੇ 5 ਮਿੰਟ 10 ਮਿੰਟ ਦੱਸਿਆ ਕਰੋ ਜੀ ਆਹ ਸਟੋਰੀ ਕਿਉਂ ਪੜ੍ਹਨੀ ਚਾਹੀਦੀ ਹੈ ਸਾਨੂੰ। ਰਾਈਟ, ਆਹ ਵਧੀਆ ਚੀਜ਼ ਹੋ ਗਈ ਜੀ। ਤੁਸੀਂ ਫਰਾਈਡੇ ਵਾਸਤੇ ਇੱਕ ਰੱਖੋ 10 ਮਿੰਟ ਦਾ, ਇਹਦੇ ਵਾਸਤੇ ਵੀ ਟਾਈਮ ਰੱਖੋ ਜ਼ਰੂਰ, ਤੇ ਦੱਸਿਆ ਕਰੋ ਵੀ ਇਸ ਵੀਕ ਮੈਂ ਆਹ ਕਿਤਾਬ ਪੜ੍ਹੀ ਹੈ ਜਾਂ ਮੈਂ ਪਹਿਲਾਂ ਪੜ੍ਹੀ ਹੁੰਦੀ ਹੈ, ਉਹ ਧਿਆਨ ਵਿੱਚ ਨਿਗਾਹਬਾਨੀ ਕੱਢ ਕੇ ਉਹਦੇ ਤੇ ਥੋੜ੍ਹੀ ਜਿਹੀ ਚਰਚਾ ਕਰਿਆ ਕਰੋ ਜੀ। ਰਾਈਟ, ਥੈਂਕ ਯੂ ਗੁਰਪ੍ਰੀਤ, ਮਿਹਰਬਾਨੀ। ਅਜੇ ਥੋੜਾ ਜਿਹਾ ਕਿਸਾਨ ਅੰਦੋਲਨ ਜ਼ਿਆਦਾ ਟਾਈਮ ਦੇਈਦਾ, ਜ਼ਰੂਰ ਆਉਣ ਵਾਲੇ ਸਮੇਂ 'ਚ ਬਣ ਗਈਆਂ ਵੈਰਾਈਟੀਜ਼ ਲੈ ਕੇ ਆਵਾਂਗੇ। ਫਿਊਚਰ ਜੀ ਤੁਸੀਂ ਜਦੋਂ ਇਹ ਸਾਰਾ ਪਲਾਟ ਬਣਾ ਲਿਆ ਵੀ ਕਿੱਦਾਂ ਇਹਦਾ ਸ਼ਡਿਊਲ ਬਣਾ ਲਿਆ ਪ੍ਰੋਪਰ ਜੀ, ਕੀ ਕਿਸ ਦਿਨ ਕੀ ਕਰਨਾ ਗਾ, ਹੁਣ ਤਾਂ ਪਤਾ ਹੀ ਹੈ ਫਾਰਮਰ ਇਹਦਾ ਸਟ੍ਰਾਈਕ ਕਰ ਰਹੇ ਹੋ ਤੁਸੀਂ ਸਾਰੇ, ਹੁਣ ਜ਼ਿਆਦਾ ਟਾਈਮ ਇਹਦੇ ਤੇ ਲੱਗ ਜਾਂਦਾ, ਬਾਅਦ ਜਦੋਂ ਹੌਲੀ ਹੌਲੀ ਸੈਟਅਪ ਹੋ ਗਿਆ ਤੇ ਇਹ ਚੀਜ਼ਾਂ ਤੇ ਧਿਆਨ ਰੱਖਿਓ ਜੀ। ਇੱਕ ਥੈਂਕ ਯੂ ਗੁਰਪ੍ਰੀਤ, ਥੈਂਕ ਯੂ, ਮਿਹਰਬਾਨੀ। ਗੁਰਪ੍ਰੀਤ ਜੀ ਆਪਣੇ ਨਾਲ ਜੁੜੇ ਸਨ। ਬਿਲਕੁਲ ਦੇਖੋ ਉਸ ਵਕਤ ਸਰਕਾਰ ਤੋਂ ਹੈਂਡਲ ਨਹੀਂ ਹੋਇਆ, ਈਵਨ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਉਸ ਨੂੰ ਮਾਫੀ ਦੇਣਾ, ਕਲੀਨ ਚਿੱਟ ਦੇਣਾ ਅਤੇ ਫਿਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕਰਨੇ, ਬਹੁਤ ਸਾਰੀਆਂ ਕਤਾਈਆਂ ਉਸ ਵਕਤ ਹੋਈਆਂ ਨੇ। ਖਾਸ ਕਰਕੇ ਸਮਿਤ ਸਿੰਘ ਸੈਣੀ ਵਿਵਾਦਤ ਅਧਿਕਾਰੀ ਨੂੰ DGP ਲਾਉਣਾ, ਉਦੋਂ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ, ਪਰ ਉਦੋਂ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਲੋਕਾਂ ਨੇ ਇਸਨਾਂ ਚੀਜ਼ਾਂ ਨੂੰ ਬੋਦਰ ਨਹੀਂ ਕੀਤਾ, ਜਿਸ ਦਾ ਫਿਰ ਖਮਿਆਜਾ ਬਹੁਤ ਬੁਰੀ ਤਰ੍ਹਾਂ ਭੁਗਤਣਾ ਵੀ ਪਿਆ। ਖੈਰ, ਸਮਾਂ ਸਮਾਪਤੀ ਵੱਲ ਨੂੰ ਆਪਣੀ ਗੱਲਬਾਤ ਹੋ ਰਹੀ ਸੀ ਹੀਰੀਆਂ ਬਾਰੇ। ਪੋਠੋਹਾਰ ਦੇ ਇਲਾਕੇ ਦੇ ਵਿੱਚ ਇਹ ਜਿਸ ਤਰ੍ਹਾਂ ਕਟਾਕਸ਼ ਹੁੰਦਾ ਕਿਸੇ ਜਾਤ 'ਤੇ, ਕਿਸੇ ਗੋਤ 'ਤੇ, ਕਿਸੇ ਪਿੰਡ 'ਤੇ ਟਿੱਚਰਾਂ ਕੀਤੀਆਂ ਜਾਂਦੀਆਂ ਨੇ ਨਾ, ਜਾਂ ਕਿਸੇ ਸ਼ਹਿਰ 'ਤੇ, ਉਹਨਾਂ ਚੀਜ਼ਾਂ ਨੂੰ ਹੀਰੀਆਂ ਕਿਹਾ ਜਾਂਦਾ। ਹੀਰੀਆਂ, ਇੱਕ ਹੀਰੀ ਹੈ ਜੋ ਸੁੱਖੋ ਪਿੰਡ ਬਾਰੇ ਹੈ, ਪਿੰਡ ਦਾ ਨਾਂ ਸੁੱਖੋ ਹੈ, ਜਿਵੇਂ ਸੁੱਖੋ ਭੈੜੀ ਭੁੱਖੋ ਹੈ ਨਾ, ਜਿਵੇਂ ਪਿੰਡਾਂ ਦੇ ਨਾਂ ਨਾਲ ਇਸ ਤਰ੍ਹਾਂ ਮਤਲਬ ਆ ਸਾਡੇ ਇੱਧਰ ਮਾਲਵੇ 'ਚ ਮਾਂਗੇਵਾਲ ਹੈ, ਲੋਕ ਜਾਣਦੇ ਹੋਣੇ ਮਾਂਗੇਵਾਲ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ਨਾ, ਹਾਲਾਂਕਿ ਮਾਂਗੇਵਾਲ ਮੇਰੇ ਖਿਆਲ 40-50 ਹੋਣੇ ਆ ਪੰਜਾਬ 'ਚ, ਸੋ ਮਾਂਗੇਵਾਲ ਵਾਲਿਆਂ ਨੂੰ ਵੀ ਨਿੰਦਿਆ ਜਾਂਦਾ ਹੈ। ਕਹਿੰਦਾ ਮਾਂਗੇਵਾਲ ਆ ਗਿਆ, ਕਹਿੰਦਾ ਉਹੀ ਮਾਂਗੇਵਾਲ ਜਿਹਨੂੰ ਇਹ ਕਹਿੰਦੇ ਆ। 2 ਬੰਦੇ ਉੱਥੇ ਹਾਜਤ ਕਰ ਰਹੇ ਸੀ, ਟੋਇਲਟ ਬੈਠੇ ਸੀਗੇ ਖੇਤਾਂ 'ਚ, ਖੁੱਲ੍ਹੇਆਮ ਜੰਗਲ ਪਾਣੀ, 2 ਰਾਹੀ ਜਾਂਦੇ ਜਾਂਦੇ ਕਹਿੰਦੇ ਅੱਛਾ ਕਿਹੜਾ ਪਿੰਡ ਆ, ਉਹ ਕਹਿੰਦਾ ਮਾਂਗੇਵਾਲ ਆ ਗਿਆ। ਉਹ 2 ਬੰਦੇ ਜਿਹੜੇ ਬੈਠੇ ਹਾਜਤ ਕਰਦੇ ਸੀ ਉਹ ਕਹਿੰਦੇ ਨਹੀਂ ਨਹੀਂ ਓਏ ਇਹ ਉਹ ਮਾਂਗੇਵਾਲ ਨਹੀਂ, ਉਹ ਕਹਿੰਦਾ ਹੁਣ ਪਤਾ ਲੱਗ ਗਿਆ ਵੀ ਤੁਸੀਂ ਕਿਹੜੇ ਮਾਂਗੇਵਾਲ ਦੇ ਹੋ। ਖੈਰ, ਇਸ ਤਰ੍ਹਾਂ ਇਸ ਚੀਜ਼ ਨੂੰ ਨਾ ਹੀਰੀਆਂ ਕਿਹਾ ਜਾਂਦਾ। ਇੱਕ ਹੀਰੀ ਆ ਪੋਠੋਹਾਰ ਪਾਕਿਸਤਾਨ ਦੇ ਇਲਾਕੇ ਦੇ ਪਿੰਡ ਸੁੱਖੋ ਦੀ, ਉਹ ਲਿਖਦੇ ਆ ਕਹਿੰਦੇ ਸੁੱਖੋ ਭੈੜੀ ਭੁੱਖੋ, ਨਾ ਪਕਾਣੀਆਂ ਰੋਟੀਆਂ ਨਾ ਪਕਾਣੇ ਮੰਡੇ, ਭਾਈ ਆਇਆ ਪ੍ਰਸ਼ਾਦੀ ਲੈਣ ਤੇ ਢੂਏ 'ਤੇ ਮਾਰਨੇ ਡੰਡੇ। ਇਸੇ ਤਰ੍ਹਾਂ ਦੀਆਂ ਹੀਰੀਆਂ ਜਾਤਾਂ ਗੋਤਾਂ ਅਤੇ ਕਬੀਲਿਆਂ ਬਾਰੇ ਵੀ ਬਹੁਤ ਸਾਰੇ ਕਬੀਲੇ ਨੇ ਜਿਹੜੇ ਵਰਗ ਨੇ, ਜੱਟ ਹੈ, ਕੰਬੋਜ ਹੈ, ਸੁਨਿਆਰ ਹੈ, ਲੁਹਾਰ ਹੈ, ਤਰਖਾਣ ਹੈ, ਹਰ ਜਾਤ ਵਿਸ਼ੇਸ਼ ਨਾਲ ਸੰਬੰਧਿਤ ਜਿਹੜੀਆਂ ਟਿੱਚਰਾਂ ਜਾਂ ਨਹੋਰੇ ਜਾਂ ਉਸ ਜਾਤ ਦੀ ਫਿਤਰਤ ਨੂੰ ਕਾਫੀਏ ਦੇ ਵਿੱਚ ਬਣਾ ਕੇ, ਕਵਿਤਾ ਦੇ ਵਿੱਚ ਬਣਾ ਕੇ ਪੇਸ਼ ਕੀਤਾ ਜਾਂਦਾ ਨਾ, ਉਹਨਾਂ ਨੂੰ ਹੀਰੀਆਂ ਕਿਹਾ ਜਾਂਦਾ। ਹੀਰੀਆਂ
ਸੋ ਕਿਸੇ ਬਜ਼ੁਰਗ ਦੀ ਮੌਤ ਵੇਲੇ ਉਸ ਦੀਆਂ ਕੁੜਮਣੀਆਂ ਮ੍ਰਿਤਕ ਦੀ ਖਿੱਲੀ ਉਡਾਉਂਦੀਆਂ ਨੇ, ਰੁਦਨ ਸਿਆਪਾ ਪਿੱਟ ਪਟਾਊਆ ਕਰਦੀਆਂ ਨੇ, ਤਾਂ ਮ੍ਰਿਤਕ ਦੇ ਇਸ਼ਨਾਨ ਵਕਤ ਵੀ ਉਹਦੇ 'ਚ ਅੜਿੱਕਾ ਪਾਉਂਦੀਆਂ ਨੇ, ਅਰਥੀ ਚੁੱਕਣ ਵੇਲੇ ਵੀ ਰਾਹ ਰੋਕਦੀਆਂ ਨੇ ਅਤੇ ਮਸ਼ਕਰੀਆਂ ਦੇ ਨਾਲ ਉਸ ਨੂੰ ਟਿੱਚਰਾਂ ਕਰਦੀਆਂ ਨੇ, ਉਸ ਮ੍ਰਿਤਕ ਨੂੰ ਵੀ, ਉਹਦੀਆਂ ਭਰਜਾਈਆਂ, ਹੈ ਨਾ। ਇਹਨਾਂ ਮਸ਼ਕਰੀਆਂ ਨੂੰ ਪੋਠੋਹਾਰ ਦੇ ਇਲਾਕੇ ਦੇ ਵਿੱਚ ਹੀਰੀਆਂ ਕਿਹਾ ਜਾਂਦਾ ਹੈ। ਝੂਠੇ ਪਿੱਟ ਸਿਆਪੇ ਦੇ ਟੱਪੇ ਵੀ ਪ੍ਰਚਲਿਤ ਨੇ। ਮਸਲਨ ਹੈ ਕੋਈ ਬਜ਼ੁਰਗ ਛੜਾਂਗ ਮਰ ਗਿਆ ਤਾਂ ਉਹਦੀਆਂ ਜਿਹੜੀਆਂ ਭਰਜਾਈਆਂ ਨੇ ਉਸ ਨੂੰ ਟਿੱਚਰਾਂ ਕਰਦਿਆਂ ਵਿਦਾ ਕਰਦੀਆਂ ਸਨ। ਇਹ ਸਾਡਾ ਸੱਭਿਆਚਾਰ ਰਿਹਾ। ਮਤਲਬ ਉਹ ਕਿਹਾ ਜਾਂਦਾ ਸੀ ਉਦੋਂ ਫਿਰ ਉਹਨਾਂ ਭਰਜਾਈਆਂ ਵੱਲੋਂ ਆਪਣੇ ਉਸ ਜੇਠ ਨੂੰ ਜਿਹੜਾ ਛੜਾਂਗ ਮਰ ਗਿਆ ਸੀ, ਹਾਏ ਵੇ ਸ਼ੇਰ ਜਵਾਨਾ ਤੇਰੀ ਚਿੱਟੀ ਦਾੜੀ, ਹਾਏ ਵੇ ਸ਼ੇਰ ਜਵਾਨਾ ਤੂੰ ਲੱਪ ਲੱਪ ਕਲਫ ਚਾੜੀ ਵੇ ਤੇਰੀ ਚਿੱਟੀ ਦਾੜੀ। ਇਸ ਤਰ੍ਹਾਂ ਮਤਲਬ ਕੀਰ ਨੇ ਪਿੱਟਣੇ ਸੀਗੇ। ਸਮਾਂ ਨਹੀਂ ਹੈ ਹੁਣ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਟਾਕ ਸੀ ਜਿਹੜੇ ਮ੍ਰਿਤਕ ਵਿਅਕਤੀ ਨੂੰ ਵੀ ਕੀਤੇ ਜਾਂਦੇ ਸੀ। ਹਾਲਾਂਕਿ ਮ੍ਰਿਤਕ 'ਤੇ ਜਿਹੜਾ ਸਫੈਦ ਕੱਪੜਾ ਪਾਇਆ ਜਾਂਦਾ ਨਾ, ਕਫਨ, ਉਹਦਾ ਵੀ ਇੱਕ ਮਾਨਾ ਹੁੰਦਾ ਕਿ ਬੰਦੇ ਦੇ ਜਿੰਨੇ ਕਾਲੇ ਕੰਮ ਨੇ ਉਹ ਇਸ ਦੇ ਸਫੈਦ ਕੱਪੜੇ ਦੇ ਵਿੱਚ ਢੱਕ ਦਿੱਤੇ ਨੇ। ਸੋ ਇਸ ਕਰਕੇ ਮ੍ਰਿਤਕ ਜਦੋਂ ਜਾਂਦਾ ਉਸ ਨੂੰ ਹਰ ਕੋਈ ਆਰਾਮ ਨਾਮ ਸੱਤ ਕਹਿੰਦਾ ਹੋਇਆ ਉਸ ਨੂੰ ਨਮਸਕਾਰ ਕਰਦਾ ਕਿ ਇਹਦੇ ਸਾਰੇ ਪਾਪ, ਇਹਦੇ ਕੁਕਰਮ, ਇਹਦੀਆਂ ਕਰਤੂਤਾਂ ਬਰੀ ਨੇ, ਜੋ ਅਮਲ ਇਹਨੇ ਕੀਤੇ ਨੇ ਉਹ ਠੀਕ ਹੈ, ਉਹ ਰੱਬ ਨੇ ਵੇਖਣਾ ਉੱਪਰਲੇ ਨੇ ਕਿ ਕੀ ਇਹਦੇ ਲੇਖਾਂ 'ਚ ਲਿਖਿਆ ਚਿੱਤਰਗੁਪਤ ਹੋਰਾਂ ਨੇ, ਉਹ ਬਾਅਦ 'ਚ ਦੇਖਿਆ ਜਾਵੇਗਾ। ਖੈਰ ਇਹ ਸੀ ਹੀਰੀਆਂ। ਮੇਰੇ ਖਿਆਲ ਜੇ ਹੀਰੀਆਂ ਮੈਂ ਪੜ੍ਹਨ ਲੱਗ ਜਾਣਾ ਲੋਕਾਂ ਨੇ ਕੱਪੜੇ ਪਾੜ ਦੇਣੇ ਆ। ਮੈਂ ਬਹੁਤ ਸਾਲ ਪਹਿਲਾਂ ਨਾ ਪੰਜਾਬੀ ਰੇਡੀਓ 'ਤੇ US 'ਤੇ ਭੈਣ ਬਲਵਿੰਦਰ ਜੀ ਹੋਰਾਂ ਦਾ ਰੇਡੀਓ ਹੈ, ਕਾਫੀ ਸੁਣਿਆ ਜਾਂਦਾ ਹੈ, ਉੱਥੇ ਨਾ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ। ਅਜੇ ਜੱਟਾਂ, ਮੈਂ ਕਿਹਾ ਸੀਗਾ ਵੀ ਇਹ ਨਹੀਂ ਕਈਆਂ ਨੂੰ ਵਹਿਮ ਹੋ ਗਿਆ ਕਿ ਮੈਂ ਜੱਟਾਂ ਜਾਊਂ ਹੈ ਨਾ, ਬਾਈਕਾਸਟ ਹੈ ਵੀ ਚਲੋ ਮੈਂ ਜੱਟਾਂ ਤੋਂ ਹੀ ਸ਼ੁਰੂ ਕਰਾਂਗਾ। ਜੱਟਾਂ ਦੇ ਬਾਰੇ ਜਿੰਨਾ ਗਲਤ ਲਿਖਿਆ ਹੋਇਆ ਉਹਨਾਂ ਕਿਸੇ ਹੋਰ ਜਾਤ ਬਾਰੇ ਨਹੀਂ ਹੈ। ਪਰ ਮੈਂ ਜੇ ਜੱਟਾਂ ਵਾਲਾ ਸ਼ੁਰੂ ਕੀਤਾ ਸੀਗਾ, ਮੁੜ ਕੇ ਬਹੁਤ ਲੋਕਾਂ ਨੇ ਕੁਝ ਇੱਕ ਨੇ ਰਿਐਕਟ ਕੀਤਾ ਕਿ ਆ ਤਾਂ ਜੀ ਜੱਟ ਹੈ ਨਹੀਂ, ਇਹ ਤਾਂ ਅਸਲੀ ਜੱਟ ਨਹੀਂ ਹੈਗਾ, ਨਕਲੀ ਹੈ, ਬਲਾ ਬਲਾ। ਉਹ ਪ੍ਰੋਗਰਾਮ ਫਿਰ ਕਿਸੇ ਕਾਰਨ ਰੋਕ ਦਿੱਤਾ ਸੀ। ਸੋ ਜੇ ਤੁਸੀਂ ਚਾਹੁੰਦੇ ਹੋ ਇੱਦਾਂ ਦੀਆਂ ਚੀਜ਼ਾਂ ਜਨਤਕ ਕੀਤੀਆਂ ਜਾਣ, ਮਤਲਬ ਫਰਾਖ ਦੇ ਲਈ ਹੈ ਕਿ ਅਸੀਂ ਆਲੋਚਨਾ ਸਹਿ ਸਕਦੇ ਹਾਂ, ਅਸੀਂ ਸਿੱਠਣੀਆਂ ਸਹਿਣ ਵਾਲੇ ਲੋਕ ਹਾਂ। ਸੋ ਇਸ ਕਰਕੇ ਇਹ ਚੀਜ਼ਾਂ ਜੇ ਤੁਸੀਂ ਚਾਹੋਗੇ ਤਾਂ ਆਪਾਂ ਅੱਗੇ ਵੀ ਇਹਨਾਂ ਨੂੰ ਪ੍ਰਸਾਰਿਤ ਕਰਾਂਗੇ। ਸੋ ਇਸ ਦੇ ਨਾਲ ਮਿੰਟ ਮੈਂ ਛੇਕ ਜ਼ਿਆਦਾ ਲੱਗਿਆ, ਚਲੋ ਘਰ ਦੀ ਗੱਲ ਹੈ, ਘਰ ਦੀ ਖੇਤੀ ਹੈ। ਸੋ ਤੁਸੀਂ ਕੋਈ ਸਾਂਝ ਸੁਨੇਹਾ ਪਾਉਣਾ ਹੋਵੇ ਤਾਂ ਤੁਸੀਂ 9876309655 'ਤੇ ਕਾਲ ਕਰ ਸਕਦੇ ਹੋ। WhatsApp ਨੰਬਰ ਹੈ ਇਸ 'ਤੇ। ਜਿਸ ਤਰ੍ਹਾਂ ਬਾਈ ਜੀ ਮਹਿੰਦਰ ਮਾਨ ਦੇ ਮਾਤਾ ਜੀ ਹੋਰਾਂ ਨੇ ਸੁਨੇਹਾ ਦਿੱਤਾ ਸੀ, ਉਸ ਤਰ੍ਹਾਂ ਦਾ ਕੋਈ ਵੀ ਸੁਨੇਹਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਹੋ। ਕੋਈ ਵੀ ਨਜ਼ਮ ਕਵਿਤਾ ਬੋਲਣੀ ਹੋਵੇ ਉਹ ਵੀ ਇਸ ਦੇ ਵਿੱਚ ਦੇ ਸਕਦੇ ਹੋ। ਅਤੇ ਇਸ ਦੇ ਨਾਲ 9876309655 'ਤੇ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹੋ। ਅਤੇ ਨਾਲ ਤੁਸੀਂ ਸਾਡੀਆਂ ਜਿਹੜੀਆਂ ਐਪਸ ਨੇ ਉਹ ਆਈਫੋਨ, ਐਂਡਰਾਇਡ ਤੋਂ ਜਿਹੜੀਆਂ ਨੇ ਜ਼ਰੂਰ ਡਾਊਨਲੋਡ ਕਰੋ। ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ। ਇਸ ਪ੍ਰੋਗਰਾਮ ਦਾ ਰਿਪੀਟ ਤੁਹਾਨੂੰ ਮਿਲੇਗਾ ਟਿਵਾਣਾ ਰੇਡੀਓ ਦੇ YouTube ਪੇਜ 'ਤੇ। ਸੋ ਟਿਵਾਣਾ ਰੇਡੀਓ ਦਾ YouTube ਪੇਜ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਇਸ ਦੇ ਨਾਲ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਡੀ ਵੈਬਸਾਈਟ 'ਤੇ ਸੰਪਰਕ ਕੀਤਾ ਜਾ ਸਕਦਾ। ਅਦਾਰੇ ਨੂੰ ਕੋਈ ਫਾਈਨੈਂਸ਼ੀਅਲ ਸਪੋਰਟ ਕਰਨਾ ਚਾਹੋ, ਤੁਹਾਡੀ ਇੱਛਾ ਹੋਵੇ, ਵੈਸੇ ਮੈਨੂੰ ਤਾਂ ਬੜਾ ਅਜੀਬ ਲੱਗਦਾ ਇਹ ਕਹਿਣਾ, ਤਾਂ ਤੁਸੀਂ ਵੈਬਸਾਈਟ 'ਤੇ ਵੀ ਇਸ ਦੀ ਅਪਡੇਟ ਲੈ ਸਕਦੇ ਹੋ। ਸੋ ਮਹਿੰਦਰ ਮਾਨ ਹੋਰਾਂ ਦੇ ਮਾਤਾ ਜੀ ਦਾ ਸੁਨੇਹਾ ਮੈਨੂੰ ਬਹੁਤ ਸੋਹਣਾ ਲੱਗਿਆ ਅਤੇ ਮੈਂ ਜਾਂਦੇ ਜਾਂਦੇ ਉਹ ਸਰੋਤਿਆਂ ਨੂੰ ਜ਼ਰੂਰ ਸੁਣਾਵਾਂਗਾ। ਕੁਛ ਲੇਟ ਜੁੜਦੇ ਨੇ ਜੋ ਕਿ ਹਿੰਦੂ ਸਿੱਖ ਏਕਤਾ ਦੀ ਗੱਲ ਕਰਦਾ, ਧਰਮਾਂ ਦੀ ਏਕਤਾ ਦੀ ਗੱਲ ਕਰਦਾ। ਬਹੁਤ ਸੋਹਣਾ ਸੁਨੇਹਾ ਮਹਾਰਾਣੀ ਨੇ ਭੇਜਿਆ। ਆਓ ਇਸ ਤਰ੍ਹਾਂ ਦਾ ਰਿਕਾਰਡਡ ਸੁਨੇਹਾ ਸੁਣਦੇ ਹਾਂ ਅਤੇ ਤੁਸੀਂ ਵੀ ਇੱਦਾਂ ਦਾ ਸੁਨੇਹਾ ਕਦੇ ਵੀ ਮੈਨੂੰ ਭੇਜ ਸਕਦੇ ਹੋ। ਪਰਮਿੰਦਰ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਲੋਹੜੀ ਮਾਘੀ ਦੀ। ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ, ਫਰੀਮੋਡ ਤੋਂ, ਮਹਿੰਦਰ ਸਿੰਘ ਦੀ ਮੰਮਾ। ਮੈਂ ਇੱਕ ਕਵਿਤਾ ਬੋਲਣੀ ਆ। ਹਿੰਦੂ ਮੁਸਲਮਾਨ ਹਾਂ ਭਾਈ ਭਾਈ, ਕਾਹਦੀ ਫਿਰ ਅਣਬਣ ਤੇ ਕਾਹਦੀ ਲੜਾਈ। ਹਿੰਦੂ ਮੁਸਲਮਾਨ ਦਾ ਪੱਕਾ ਹੈ ਨਾਤਾ, ਬੰਦੇ ਹੈ ਦੋਵੇਂ ਜਨਮ ਤੋਂ ਪਰਾਤਾ। ਖਾਂਦੇ ਹਨ ਦੋਵੇਂ ਇੱਕੋ ਪੌਣ ਪਾਣੀ, ਦੋਹਾਂ 'ਤੇ ਆਵੇ ਇੱਕੋ ਜਵਾਨੀ। ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ, ਸਾਂਝੇ ਹੈ ਫਾਇਦੇ ਸਾਂਝੀ ਹੈ ਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬਾਈ ਜੀ ਮਹਿੰਦਰ ਮਾਨ ਦੇ ਮਾਤਾ ਜੀ ਜਿਨ੍ਹਾਂ ਨੇ ਇਹ ਸੁਨੇਹਾ ਭੇਜਿਆ। ਸੋ ਇੱਦਾਂ ਦਾ ਕੋਈ ਵੀ ਸੁਨੇਹਾ, ਤੁਸੀਂ ਵੀ ਕੋਈ ਖਿਆਲਾਤ, ਜਜ਼ਬਾਤ ਕਦੇ ਵੀ ਤੁਹਾਡੇ ਜ਼ਿਹਨ 'ਚ ਆਉਂਦਾ ਉਹ ਜ਼ਰੂਰ ਭੇਜੋ ਜੋ ਇਸ ਰੇਡੀਓ ਪ੍ਰੋਗਰਾਮ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸਿਰਫ ਤੁਸੀਂ ਮਾਈਕ ਦੱਬ ਕੇ ਬੋਲ ਦੇਣਾ,
ਉਹਦੇ ਅੱਗੇ ਪਿੱਛੇ ਕੋਈ ਬਹੁਤੀ ਗੱਲ ਨਹੀਂ ਬੋਲਣੀ, ਫਿਰ ਮੈਨੂੰ ਐਡਿਟ ਕਰਨੀ ਪੈਣੀ ਹੈ। ਅਤੇ ਇਸ ਕਰਕੇ ਸੁਨੇਹਾ ਤੁਸੀਂ ਵੀ ਰਿਕਾਰਡਡ ਸੁਨੇਹਾ ਭੇਜ ਸਕਦੇ ਹੋ, ਕਿਉਂਕਿ ਕਿਰਤ ਨਾਲ ਜੁੜਿਆ ਮਾਧਿਅਮ ਹੈ ਰੇਡੀਓ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਮਸ਼ਰੂਫੀਅਤ ਦੇ ਵਿੱਚ ਕੋਈ ਖਲਲ ਮਨੋਰੰਜਨ ਕਰਦਿਆਂ ਪਵੇ। ਸੋ ਇੱਦਾਂ ਦਾ ਸੁਨੇਹਾ ਤੁਸੀਂ ਭੇਜ ਸਕਦੇ ਹੋ। ਧੰਨਵਾਦ। ਅਤੇ ਆਓ ਸੁਣਦੇ ਹਾਂ ਕੁਝ ਬੋਲ, ਉਸ ਤੋਂ ਬਾਅਦ ਫਿਰ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਵਾਜ਼ ਦੀਆਂ ਤਰੰਗਾਂ 'ਤੇ ਤੁਹਾਡਾ ਸਵਾਗਤ ਰਹੇਗਾ। ਧੰਨਵਾਦ। ਸਤਿ ਸ਼੍ਰੀ ਅਕਾਲ।